कि तेरे हुस्न तो लक किन आन तसद्दक करा मिसर निछावर सोए। ਸਾਰਿਆਂ ਸੂਬਿਆਂ ਦੇ ਵਿੱਚ ਮਾਦਰੀ ਜ਼ੁਬਾਨ 'ਚ ਤਾਲੀਮ ਦਿੱਤੀ ਜਾ ਰਹੀ ਹੈ ਤੇ ਪੰਜਾਬ 'ਚ ਕਿਉਂ ਨਹੀਂ? जितने मेरे दोस्तों के बच्चे हैं इंग्लिश मीडियम में पढ़े हैं वो उस मकाम में नहीं पहुंचे जहां मेरे बच्चे पहुंचे। माँ बोली च सुखन ज्ञान होना सगवा तली ते सरू जमावना है। ਮਨ ਵਿੱਚ ਮੱਚ ਨਾ ਹੋਵੇ, ਬੁੱਲਾ ਬਣ ਨੱਚ ਨਾ ਹੋਵੇ। ਪੰਜਾਬੀਆਂ ਦੇ ਜ਼ਿੰਮੇ ਇੱਕ ਬਹੁਤ ਵੱਡਾ ਕੰਮ ਹੈ ਆਪਣੀ ਮਾਂ ਬੋਲੀ ਦੀ ਹਿਫਾਜ਼ਤ ਕਰਨਾ। ਦੋਸਤੋ, ਅੱਜ ਦੀ ਇਹ ਤਕਰੀਬ ਪ੍ਰੋਫੈਸਰ ਡਾਕਟਰ ਸਈਦ ਅਹਿਮਦ ਵੱਟੂ ਸਾਹਿਬ ਦੀ ਕਿਤਾਬ ਹੈ ਬਾਵਾਂ ਦੀ ਬੁੱਕਲ। ਅੱਜ ਕੱਲ੍ਹ ਦੇ ਜਿਹੜਾ ਅਸੀਂ ਜਿਸ ਮੁਆਸ਼ਰੇ 'ਚ ਅਸੀਂ ਰਹਿ ਰਹੇ ਹਾਂ, ਇਸ ਮੁਆਸ਼ਰੇ 'ਚ ਕਿਤਾਬ ਸਾਡੇ ਜ਼ਿੰਦਗੀ 'ਚੋਂ ਬਹੁਤ ਦੂਰ ਚਲੀ ਗਈ ਹੈ ਔਰ ਅੱਜ ਦੇ ਇਸ ਮਾਦੀ ਅਹਿਦ ਵਿੱਚ ਕਿਤਾਬ ਦਾ ਛੁਪਵਾ ਲੈਣਾ ਔਰ ਕਿਤਾਬ ਨੂੰ ਫਿਰ ਆਪਣੇ ਅਹਿਬਾਬ 'ਚ ਦੋਸਤਾਂ 'ਚ ਤਕਸੀਮ ਕਰਨਾ, ਇਹ ਸਿਲਸਿਲਾ ਇਹ ਬੜਾ ਹੀ ਖੂਬਸੂਰਤ ਸਿਲਸਿਲਾ ਹੈ ਜਿਹੜਾ ਕਿ ਅੱਜ ਦੇ ਜਿਹੜੇ ਅੱਜ ਦੇ ਸਾਡੇ ਦਾਨਿਸ਼ਵਰ ਨੇ, ਸਾਡੇ ਸ਼ਾਇਰ ਅਦੀਬ ਜਿਹੜੇ ਦੋਸਤ ਨੇ, ਉਹ ਇਸ ਕੰਮ ਨੂੰ ਜਾਰੀ ਤੇ ਸਾਈ ਰੱਖੇ ਨੇ। ਲੋਕਾਂ ਨੇ PDF 'ਚ ਚਲੇ ਗਏ ਨੇ, ਲੋਕ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ, ਲੇਕਿਨ ਕਿਤਾਬ ਜਿਹੜੀ ਨਾ ਜੀ ਉਹ ਮੇਰੇ ਨਬੀਆਂ 'ਤੇ ਵੀ ਉਤਰੀ, ਮੇਰੇ ਪੈਗੰਬਰਾਂ 'ਤੇ ਵੀ ਉਤਰੀ ਤੇ ਇਸ ਵਾਸਤੇ ਇਹ ਕੰਮ ਜਿਹੜਾ ਹੈ ਇਹ ਨਬੀਆਂ ਔਰ ਪੈਗੰਬਰਾਂ ਦਾ ਕੰਮ ਹੈ। ਜਿਹੜੇ ਦੋਸਤ ਜਿਹੜੇ ਕਰਦੇ ਨੇ, ਮੈਂ ਸਮਝਣਾ ਵਾ ਕਿ ਉਹ ਉਦੋਂ ਤੱਕ ਜ਼ਿੰਦਾ ਰਹਿਣਗੇ ਜਦੋਂ ਤੱਕ ਜ਼ਮੀਨ 'ਤੇ ਇੱਕ ਆਖਰੀ ਇਨਸਾਨ ਵੀ ਜ਼ਿੰਦਾ ਹੈ। ਅਤੇ ਇਸ ਵਾਸਤੇ ਕਿਤਾਬ ਨਾਲ ਮੁਹੱਬਤ ਉਹੀ ਕਰਦਾ ਜਿਹਨੂੰ ਆਪਣੀ ਜ਼ਿੰਦਗੀ ਦੇ ਨਾਲ ਅਤੇ ਆਪਣੇ ਪੁਰਖਾਂ ਦੇ ਨਾਲ ਮੁਹੱਬਤ ਹੁੰਦੀ ਹੈ। ਕਿਉਂਕਿ ਜਿਤਨੇ ਵੀ ਸਾਡੇ ਸੂਫੀ ਨੇ, ਜਿਤਨੇ ਵੀ ਸਾਡੇ ਇਸ ਮੁਆਸ਼ਰੇ 'ਚ ਜਿਤਨੇ ਬੜੇ ਲੋਕ ਨੇ, ਉਹਨਾਂ ਦੀ ਅਗਰ ਸ਼ਨਾਖਤ ਹੈ ਤਾਂ ਉਹਨਾਂ ਦੇ ਕੰਮ ਦੇ ਨਾਲ ਹੈ ਅਤੇ ਜਾਂ ਉਹਨਾਂ ਦੀ ਕਿਤਾਬ ਦੇ ਨਾਲ ਹੈ। ਅਤੇ ਲਿਹਾਜ਼ਾ ਇਹ ਬੜਾ ਪਵਿੱਤਰ ਕੰਮ ਹੈ ਜਿਹੜਾ ਡਾਕਟਰ ਸਈਦ ਅਹਿਮਦ ਵੱਟੂ ਸਾਹਿਬ ਨੇ ਕੀਤਾ ਅਤੇ ਇਹ ਸਿਲਸਿਲਾ ਜਿਹੜਾ ਨਾ ਜਾਰੀ ਤੇ ਸਾਰੀ ਹੈ। ਮੇਰੇ ਪਹਿਲੇ ਅੱਜ ਦੇ ਜਿਹੜੇ ਗੱਲਬਾਤ ਕਰਨਗੇ ਪ੍ਰੋਫੈਸਰ ਡਾਕਟਰ ਇਰਫਾਨ ਤੋਹੀਦ ਵੱਟੂ ਸਾਹਿਬ। ਮੈਂ ਗੁਜ਼ਾਰਿਸ਼ ਕਰਾਂਗਾ ਕਿ ਡਾਇਸ 'ਤੇ ਤਸ਼ਰੀਫ ਲਿਆਉਣ। ਪ੍ਰੋਫੈਸਰ ਡਾਕਟਰ ਸਈਦ ਅਹਿਮਦ ਵੱਟੂ ਹੋਰਾਂ ਦੀ ਕਿਤਾਬ ਬਾਵਾਂ ਦੀ ਬੁੱਕਲ ਇੱਕ ਸ਼ਾਨਦਾਰ ਅਦਬੀ ਕਾਵਿਸ਼ ਹੈ। ਇਸ ਸ਼ੇਰੀ ਪਰਾਗੇ ਅੰਦਰ ਉਹਨਾਂ ਦੀ ਸ਼ਾਇਰੀ ਦੇ ਫੰਨੀ ਅਤੇ ਫਿਕਰੀ ਮੁਹਾਸਨ ਦਾ ਵਧੀਆ ਇਮਤਜ਼ਾਜ ਵੇਖਿਆ ਜਾ ਸਕਦਾ ਹੈ। ਬਾਵਾਂ ਦੀ ਬੁੱਕਲ ਇੱਕ ਭਰਪੂਰ ਸ਼ੇਰੀ ਮਜਮੂਆ ਹੈ ਜਿਸ ਅੰਦਰ ਪੰਜਾਬੀ ਦੀ ਸੂਫੀ ਸ਼ਾਇਰੀ ਦੀ ਰਿਵਾਇਤ ਝਲਕਾਰੇ ਮਾਰਦੀ ਵੇਖੀ ਜਾ ਸਕਦੀ ਹੈ। ਸ਼ਾਇਰ ਨੇ ਆਪਣੇ ਫਲਸਫਿਆਨਾ ਖਿਆਲਾਂ ਦੇ ਨਾਲ ਨਾਲ ਪੰਜਾਬ ਦੀ ਰਹਿਤਲ ਨੂੰ ਆਪਣੀ ਸ਼ਾਇਰੀ ਰਾਹੀਂ ਪੇਸ਼ ਕੀਤਾ ਹੈ। ਡਾਕਟਰ ਸਈਦ ਅਹਿਮਦ ਵੱਟੂ ਹੋਰਾਂ ਦੀ ਸ਼ਾਇਰੀ ਵਿੱਚ ਪੰਜਾਬੀ ਜ਼ਬਾਨ ਦੀ ਖੂਬਸੂਰਤੀ, ਮੌਜ਼ੂਆਤ ਦੀ ਗਹਿਰਾਈ ਅਤੇ ਫੰਨੀ ਮਹਾਰਤ ਦਾ ਦਿਲਕਸ਼ ਇਜ਼ਹਾਰ ਮਿਲਦਾ ਹੈ। ਇਸ ਮਜਮੂਏ ਅੰਦਰ ਹਰ ਸ਼ੇਰ ਇੱਕ ਨਵਾਂ ਖਿਆਲ, ਇੱਕ ਨਵਾਂ ਜਜ਼ਬਾ ਅਤੇ ਇੱਕ ਨਵਾਂ ਤਜਰਬਾ ਪੇਸ਼ ਕਰਦਾ ਹੈ ਜਿਹੜਾ ਕਾਰੀ ਦੇ ਜ਼ਿਹਨ 'ਤੇ ਮਿਸਾਲੀ ਤਾਸਰ ਛੱਡਦਾ ਹੈ। ਇਸ ਪਰਾਗੇ ਅੰਦਰ ਪੰਜਾਬੀ ਜ਼ਬਾਨ ਉਹ ਅਦਬ ਦੀ ਸ਼ੇਰੀ ਰਵਾਇਤ ਨੂੰ ਬੜੇ ਸੁਲੱਖਣੇ ਅੰਦਾਜ਼ ਦੇ ਵਿੱਚ ਬਰਕਰਾਰ ਰੱਖਣ ਦਾ ਆਰ ਕੀਤਾ ਗਿਆ ਹੈ। ਬਲਕਿ ਇਹ ਮਜਮੂਆ ਅਸਰ ਹਾਜ਼ਰ ਦੇ ਹਾਲਾਤ ਉਹ ਵਾਕਿਆਤ ਨੂੰ ਵੀ ਪੇਸ਼ ਕਰਦਾ ਵਿਖਾਲੀ ਦਿੰਦਾ ਹੈ। ਇਹ ਮਜਮੂਆ ਪੰਜਾਬੀ ਦੀ ਜਮਾਲੀਆਤ ਵਿੱਚ ਚੰਗਾ ਇਜ਼ਾਫਾ ਹੈ, ਬਲਕਿ ਇਸ ਅੰਦਰ ਮੌਜੂਦ ਸ਼ੇਰੀ ਅਤੇ ਫਲਸਫਿਆਨਾ ਜ਼ਾਵੀਏ ਕਾਰੀ ਨੂੰ ਮੁਸਲਸਲ ਸੋਚ ਵਿਚਾਰ ਕਰਨ 'ਤੇ ਮਜਬੂਰ ਕਰਦੇ ਨੇ। ਇਸ ਮਜਮੂਏ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਸਈਦ ਅਹਿਮਦ ਵੱਟੂ ਹੋਰਾਂ ਨੇ ਆਪਣੀ ਸ਼ਾਇਰੀ ਨੂੰ ਮਹਿਜ਼ ਇੱਕ ਜਜ਼ਬਾਤੀ ਇਜ਼ਹਾਰ ਦੇ ਤੌਰ 'ਤੇ ਨਹੀਂ ਬਲਕਿ ਇੱਕ ਫਿਕਰੀ ਅਤੇ ਸਮਾਜੀ ਤਜਜ਼ੀਏ ਦੇ ਤੌਰ 'ਤੇ ਪੇਸ਼ ਕੀਤਾ ਹੈ। ਪ੍ਰੋਫੈਸਰ ਡਾਕਟਰ ਸਈਦ ਅਹਿਮਦ ਵੱਟੂ ਹੋਰਾਂ ਦਾ ਪੰਜਾਬੀ ਸ਼ੇਰੀ ਮਜਮੂਆ ਬਾਵਾਂ ਦੀ ਬੁੱਕਲ ਦੌਰੇ ਹਾਜ਼ਰ ਦਾ ਇੱਕ ਤਹਿਜ਼ੀਬੀ ਅਤੇ ਸਕਾਫਤੀ ਪਸ ਮੰਜ਼ਰ ਪੇਸ਼ ਕਰਦਾ ਹੈ ਜਿਸ ਵਿੱਚ ਸਾਡੀ ਹਯਾਤੀ ਸਾਹ ਲੈਂਦੀ ਮਹਿਸੂਸ ਹੁੰਦੀ ਹੈ। ਇਹ ਸ਼ੇਰੀ ਮਜਮੂਆ ਨਾ ਸਿਰਫ ਜ਼ਬਾਨ ਬਿਆਨ ਦੀਆਂ ਲਤਾਫਤਾਂ ਨਾਲ ਆਰਾਸਤਾ ਹੈ ਬਲਕਿ ਕਾਰੀਨ ਅਦਬ ਨੂੰ ਗੌਰ ਫਿਕਰ ਦੀ ਦਾਵਤ ਦਿੰਦਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹ ਸ਼ੇਰੀ ਪਰਾਗਾ ਆਪਣੇ ਬਾਤਨ ਵਿੱਚ ਸ਼ੇਰ و ਅਦਬ ਦੇ ਬੁਨਿਆਦੀ ਅਨਾਸਰ ਨੂੰ ਆਪਣੇ ਅੰਦਰ ਬਖੂਬੀ ਸਮੋ ਚੁੱਕਿਆ ਹੈ। ਡਾਕਟਰ ਸਈਦ ਅਹਿਮਦ ਵੱਟੂ ਹੋਰਾਂ ਦੀ ਫਿਲ ਬਦੀ ਗੋਈ ਦੇ ਹਵਾਲੇ ਨਾਲ ਮੈਂ ਉਹਨਾਂ ਦਾ ਮੁਤਰਫ ਹਾਂ ਕਿ ਔਰ ਐਨੀ ਸ਼ਾਇਦ ਹਾਂ ਕਿ ਉਹਨਾਂ ਦੀਆਂ ਕੁਝ ਗਜ਼ਲਾਂ ਜਿਹੜੀਆਂ ਨੇ ਉਹ ਬਹੁਤ ਹੀ ਕਲੀਲ ਵਕਤ ਵਿੱਚ
ਉਹ ਤਿਆਰ ਹੋਈਆਂ ਨੇ। ਤੇ ਇਸ ਦੇ ਨਾਲ ਹੀ ਮੈਂ ਡਾਕਟਰ ਸਈਦ ਅਹਿਮਦ ਵੱਟੂ ਹੋਰਾਂ ਦੀ ਇਸ ਸ਼ੇਰੀ ਪਰਾਗੇ ਦੇ ਇਸ਼ਾਅਤ 'ਤੇ ਉਹਨਾਂ ਨੂੰ ਦਿਲੀ ਤੌਰ 'ਤੇ ਮੁਬਾਰਕਬਾਦ ਪੇਸ਼ ਕਰਨਾ ਕਿ ਇੱਕ ਪੰਜਾਬੀ ਜ਼ਬਾਨ و ਅਦਬ ਦੇ ਵਿੱਚ ਇੱਕ ਬਹੁਤ ਵਧੀਆ ਇਜ਼ਾਫਾ ਹੈ। ਬਹੁਤ ਸ਼ੁਕਰੀਆ। ਸਈਦ ਅਹਿਮਦ ਵੱਟੂ ਸਾਹਿਬ ਇੱਕ ਜਗ੍ਹਾ ਕਹਿੰਦੇ ਨੇ ਕਿ ਮਾਪੇ ਮਗਰੋਂ ਵਿਹੜੇ ਵੀਰ ਨਾ ਵਿਹੜੇ, ਮਾਪੇ ਮਗਰੋਂ ਵੀਰ ਨਾ ਵਿਹੜੇ, ਪੈਣਾ ਕਿੱਥੇ ਆਵਣ ਜਾਵਣ। ਯਾਨੀ ਕਿ ਇਹ ਸਾਡੇ ਮੁਆਸ਼ਰੇ ਦਾ ਜਿਹੜਾ ਨਾ ਇੱਕ ਰਵੱਈਆ ਹੈ ਸਾਡਾ, ਜਿਹੜਾ ਨਾ ਜਦੋਂ ਅਸੀਂ ਧੀਆਂ ਭੈਣਾਂ ਨੂੰ ਵਿਆਹ ਦਿੰਦੇ ਹਾਂ ਅਤੇ ਫਿਰ ਪਰਤ ਕੇ ਉਹਨਾਂ ਵੱਲ ਅਸੀਂ ਨਹੀਂ ਮੁੜਦੇ। ਲੇਕਿਨ ਸਾਡਾ ਅਗਰ ਅਸੀਂ ਪਿਛੋਕੜ ਵੇਖੀਏ, ਅਸੀਂ ਆਪਣੇ ਬਾਬਿਆਂ ਵੱਲ ਜਾਈਏ ਅਤੇ ਵੇਖੀਏ ਤਾਂ ਸਾਡਾ ਪੰਜਾਬ ਇਤਨਾ ਖੂਬਸੂਰਤ ਪੰਜਾਬ ਸੀ, ਜਿੱਥੇ ਰਿਸ਼ਤੇ ਸਨ, ਜਿੱਥੇ ਵਿਹੜੇ ਸਨ, ਜਿੱਥੇ ਸ਼ਾਦੀ ਵਿਆਹ ਹੁੰਦੇ ਸਨ। ਸਾਡੇ ਸਾਰੇ ਜਿਹੜੇ ਨਾ ਉਹ ਚਾਅ, ਸਾਡੇ ਸਾਰੇ ਜਿਹੜੇ ਨਾ ਜਿਹੜੇ ਸਾਡੇ ਪੰਜਾਬ ਦਾ ਇੱਕ ਸ਼ਨਾਖਤ ਸੀ, ਉਹ ਪਤਾ ਨਹੀਂ ਕਿਧਰੇ ਗੁਆਚ ਗਈ ਹੈ। ਅਤੇ ਅੱਲਾਹ ਤਾਲਾ ਸਾਨੂੰ ਆਪਣੇ ਦੁਬਾਰਾ ਪੰਜਾਬ ਵੱਲ ਆਉਣ ਦੀ ਸਾਨੂੰ ਤੌਫੀਕ ਦੇਵੇ। ਅਤੇ ਜਿਹੜੇ ਵੱਟੂ ਸਾਹਿਬ ਨੇ ਸ਼ੇਅਰਾਂ ਰਾਹੀਂ ਗੱਲਾਂ ਨੂੰ ਜਿਹੜਾ ਇਹ ਪਿੰਨ ਆਊਟ ਕੀਤਾ ਅਤੇ ਉਹਦੇ 'ਤੇ ਸਾਨੂੰ ਗੌਰ ਅਤੇ ਫਿਕਰ ਕਰਨ ਦੀ ਜ਼ਰੂਰਤ ਹੈ। ਲਓ ਜੀ, ਅਗਲੇ ਮੇਰੇ ਮਹਿਮਾਨ ਜਿਹੜੇ ਗੱਲਬਾਤ ਲਈ ਮੈਂ ਜਿਹਨਾਂ ਨੂੰ ਬੁਲਾ ਰਿਹਾ, ਬਹੁਤ ਸਾਰੇ ਦੋਸਤ ਜਿਹੜੇ ਨੇ ਸਾਡੇ ਰਸਤੇ ਦੇ ਵਿੱਚ ਨੇ, ਅਤੇ ਲੇਕਿਨ ਕਿਉਂਕਿ ਸਾਡਾ ਇੱਕ ਪ੍ਰੋਗਰਾਮ ਦਾ ਇੱਕ ਟਾਈਮ ਟੇਬਲ ਹੈ, ਸਾਰੇ ਦਾ ਸਾਰਾ 19 ਵਜੇ ਅਸੀਂ ਖ਼ਤਮ ਕਰਨਾ। ਅਤੇ ਮੇਰੇ ਦੂਸਰੇ ਪ੍ਰੋਫੈਸਰ ਸੁਲਤਾਨ ਮਹਿਮੂਦ ਨਿਆਜ਼ੀ ਸਾਹਿਬ ਨੇ, ਅਤੇ ਮੈਂ ਗੁਜ਼ਾਰਿਸ਼ ਕਰਾਂਗਾ ਸਟੇਜ 'ਤੇ ਤਸ਼ਰੀਫ ਲਿਆਉਣ। ਸੁਲਤਾਨ ਮਹਿਮੂਦ ਨਿਆਜ਼ੀ ਸਾਹਿਬ। ਮੈਂ ਪਹਿਲੇ ਤਾਂ ਮਾਜ਼ਰਤ ਚਾਹਾਂਗਾ ਕਿ ਆਪਣਾ ਪੰਜਾਬੀ ਦੇ ਵਿੱਚ ਇਜ਼ਹਾਰ ਖਿਆਲ ਕਰਨ ਦੀ ਬਜਾਏ, ਕਿਉਂਕਿ ਮੇਰੇ ਉਹਦੇ ਵਿੱਚ ਬਿਲਕੁਲ ਮੇਰਾ ਕੋਈ ਕਮਾਲ ਨਹੀਂ ਹੈਗਾ ਕਿ ਮੈਂ ਉਹ ਪੰਜਾਬੀ ਬੋਲ ਸਕਾਂ। ਜੇ ਬੋਲ ਤਾਂ ਲਈਦਾ, ਲੇਕਿਨ ਲਿਖਣਾ ਔਰ ਪੜ੍ਹਨਾ ਜਿਹੜਾ ਹੋਰ ਮੁਸ਼ਕਿਲ ਹੋ ਜਾਂਦਾ। ਇਸ ਕਰਕੇ ਮੈਂ ਇਜਾਜ਼ਤ ਚਾਹੂँਗਾ ਕਿ ਆਪਣਾ ਇਜ਼ਹਾਰ ਖਿਆਲ ਜਿਹੜਾ ਉਰਦੂ ਦੇ ਵਿੱਚ ਕੀਤਾ ਜਾਏ। डॉक्टर सईद अहमद भट्टू साहब का पंजाबी शेरी मजमूआ बावां दी बुक्कल पंजाबी अदब में एक नए शाहकार का इजाफ़ा है। डॉक्टर साहब ने अपने शेरी मजमूए में पंजाब की मखसूस सकाफ़त और ज़ुबान को महफूज करके एक बहुत बड़ी खिदमत सर अंजाम दी है। ज़माना तेज़ी से बदल रहा है और इस तेज़ रफ्तार तब्दीली में पंजाब की कदीम सकाफ़त के नकूश भी मादूम होते जा रहे हैं। डॉक्टर साहब की काविश के नतीजे में पंजाबी बोल चाल को जिला मिली है, जो इस खित्ते की पहचान का दर्जा रखती है। पंजाबी शायरी ज़्यादातर शोरा के ज़ाती तअसुरात के लिए इस्तेमाल होती रही है। इजहार के लिए मुनासिब अल्फाज का चुनाव, मुनासिब लहजे का इस्तेमाल और मौसर मौसीक़ियत किसी भी शायराना अदबी काविश के महासिन में शुमार होते हैं। डॉक्टर सईद अहमद वट्टू साहब की पंजाबी शायरी ऐसे सारे अदबी महासिन की हामिल होने के साथ साथ और भी बहुत कुछ अपने अंदर रखती है। इन महासिन की अदबी परख ने डॉक्टर साहब को बतौर अदीब एक ऐसे मकाम पर खड़ा कर दिया है जहाँ कोई भी शायर फ़ख्र के साथ कह सकता है कि सब तस्त बर जरीद आलम दवा में माँ। बावंदी बुक्कल में मुशाहिदे की गहराई और गिराई, फ़िक्र अंगेज़ी, हकीकत निगारी और तख़य्युलात की फ़नकाराना मकारी और सादा इजहार के ख़वास इस तरह रचे बचे नज़र आते हैं कि पंजाब की इनफरादी और इज्तिमाई ज़िंदगी के नकूश और पंजाब की सकाफ़त खुलकर सामने आ जाती हैं। बावां दी बुक्कल एक ऐसी किताब है जिसका हर हिस्सा उन्वान से लेकर गज़लों, नज़मों और गीतों तक कारी को अपना गर्विदा कर लेता है। किताब की इशाअत ने डॉक्टर सईद वट्टू के लिए मकबूलियत के दरवाज़े वा कर दिए हैं और अदबी हलकों में उनका नाम मोहब्बत और एहतराम के साथ लिया जाने लगा है। यहाँ तक कि उनकी शोहरत पंजाब की सरहदों से परे भी पहुँच रही है और इसका जवाब भी है क्योंकि इस किताब में क़ारीन के लिए हर दिलचस्पी का सामान मौजूद है। इनकी बेशतर नज़मों में ख़याल और अबलाग का ऐसा हसीन इम्तज़ाज पाया जाता है जो आम शायराना तख्लीक़ात में कम ही नज़र आता है।
मेरी नज़र में बावंदी बुक्कल की पहली खूबी इसके अजहार की रवानी है। जिस भी नज़्म या गज़ल को पढ़ा जाए वो सादगी बयान, सलासत और रवानी का पैकर नज़र आती है। इस तरह सादा इजहार बयान से पंजाब की ज़िंदगी और सकाफ़त के मुख्तलिफ पहलू भी उजागर होते हैं और कारी इस पर दाद दिए बगैर नहीं रह सकता। इनकी हमदिया गज़लों में सूफियाना अक़ीदत और ईमान अफरोज़ी का तज़किरा जिस सादगी से किया गया है वो काबिल दाद है। झांझर पैरी पा के वेख, यारी इंजवी ला के वेख, रहमत ठाठा मारे पई, हाथ थुतानू चा के वेख, दर दर ते क्यों रुलियाएं, इक्को दर ते आके वेख। इस तरह का सादा अंदाज़ बयां बावंदी बुक्कल में हर जगह मिलता है। डॉक्टर सईद साहब की शायरी में दूसरी बड़ी खूबी इसकी गनाइयत या मौसीक़ियत है। इनकी शहरी तख्लीक़ात में इतनी गनाइयत है कि पढ़ने वाले गुनगुनाने और मुतरन्नम लहजे में पढ़े बगैर नहीं रह सकते। जिस तरह पश्तो बोलने वाले लोग, हमारे पश्तून भाई हमारे, वो ढोल की थाप सुनकर बेकरार होकर रतन करने लगते हैं, इसी तरह पंजाब के बाशिंदे भी गनाइयत से भरी शायरी पढ़कर झूमने लगते हैं। मार खंगूरे लंघ ਜਾਂਦਾ ਏ, ਮੈਨੂੰ ਮੇਥੋਂ ਮੰਗ ਜਾਂਦਾ ਏ, ਪਿੰਡਾ ਘੁਟਵੀਂ ਜੱਫੀ ਮੰਗੇ, ਟੁੱਟਦਾ ਹੁਣ ਅੰਗ ਜਾਂਦਾ ਏ। ਮਨ ਵਿੱਚ ਮੱਚ ਨਾ ਹੋਵੇ, ਬੁੱਲਾ ਬਣ ਬਣ ਨੱਚ ਨਾ ਹੋਵੇ, ਸੋਹਣੇ ਨਜ਼ਰਾਂ ਜਦ ਮਿਲਾਵਣ, कजले पापा डोरे पावन, सदके वारी हो फूलते, भमरे बन बन फेरे लावन। और ख़ास तौर पर इनके जो गीत हैं वो तो इस मौसीक़ियत से भरपूर हैं। शायर ने अल्फाज को मुसव्वरी का मीडियम इस कदर वाज़ेह और जानदार तरीके से बनाया है कि मुतल्लिक़ा मनाज़िर नज़रों के सामने आ जाते हैं इनके शायरी पढ़ते हुए। ऐसी लतीफ़ फ़नकारी बहुत कम शुरा के हिस्से में आती है। वड के मिर्ज़ा मार मुकाया, कटिया वड्या टोटे कीता, टोटे करके टोया खटिया, रत विच डुब्बा मिर्ज़ा सुटिया। सईद अहमद वट्टू साहब की शायरी में अबलाग की सादगी एक ऐसी खूबी है जिसको नज़रअंदाज नहीं किया जा सकता। उनके शेरों को पढ़ते हुए कारी बग़ैर किसी लफ्ज़ी उलझन में फंसे खुद ब खुद बात की तह तक पहुंच जाता है। इसे किसी तदरीजी इजहार बयान या फ़िक्रों की दक़ीक़ साख्त का सामना नहीं करना पड़ता। अलबत्ता कहीं कहीं ठेठ पंजाबी के अल्फाज और लहजे का इस्तेमाल भी मिलता है जो आजकल की आम पंजाबी बोलचाल में कम देखने और सुनने को आया। डॉक्टर सईद वट्टू के अंदाज़ बयान में अबहाम का उनसर कहीं नज़र नहीं आता। मौसूफ़ ने ज़िंदगी के पेचीदा हक़ाइक़ आसान ज़ुबान में इतनी खूबसूरती से अदा कर दिए हैं कि कारी अशश कर उठता है। अशार बजा तौर पर तलमीहात की शक्ल इख्तियार कर लेते हैं। जब हम पढ़ते हैं तो साफ ज़ाहिर होता है कि ये मिसाल के तौर पर किसी भी वाक़े के लिए मुहावरतन इस्तेमाल हो सकते हैं। डंगे बिन और रहंदा नहीं है, सप जे लइए कारिच पाल। इसी तरह एक और जगह कहते हैं कि चोरां नूं सन लावण सौखा, रल जावण जे पेती कर दे। हकीकी ज़िंदगी ਜਿਹੜਾ घर भी वसन जोगा नहीं ਰਹਿੰਦਾ, ਉੱਥੇ जी नहीं लगता, जाला लगता। ਅੱਡੀਆਂ ਚੁੱਕਿਆਂ ਕੁਝ ਨਾ ਹੋਵੇ, ਬੋਨੇ ਰਹਿੰਦੇ ਬੋਨੇ, ਜ਼ਰਫੇ ਕਰਦਾ ਨਿਤ ਨਖੇੜੇ, छोटे ਵੱਡੇ कदम। डॉक्टर सईद अहमद साहब की किताब बावंदी बुक्कल का जायज़ा लेते हुए किन किन खवास का ज़िक्र किया जाए। यहाँ तो फ़न के महासन का अंबार लगा है। जिस तरह एक जौहरी हीरा तराशते हुए उसके मुख्तलिफ़ पहलू इस तरह तैयार करता है कि हर पहलू से रोशनी फूटती नज़र आती है।
यही कैफियत इस शेरी मजमूए की है जिसमें जिस भी नुक्ता नज़र से इसका जायज़ा लिया जाए वहाँ एक मुकम्मल फ़नकाराना तख्लीक की झलक दिखाई देती है। दुआ है कि अल्लाह ताला इनके ज़ौक़ फ़न में मज़ीद इजाफ़ा करे, आमीन। ਇਸ ਤੋਂ ਪਹਿਲੇ ਕਿ ਮੈਂ ਦੋ ਸ਼ੇਅਰ ਚਲਾਉਣਾ ਚਾਹ ਰਿਹਾ ਸੀ, ਲੇਕਿਨ ਪੀਰ ਫਕੀਰ ਸਿਪਾਹੀ ਸਾਹਿਬ ਦੀ ਮੇਰਾ ਖਿਆਲ ਤਬੀਅਤ ਮੈਨੂੰ ਕੋਈ ਬਿਹਤਰ ਨਹੀਂ ਨਜ਼ਰ ਆ ਰਹੀ, ਅਤੇ ਮੈਂ ਚਾਹੁੰਦਾ ਵਾਂ ਕਿ ਅਸੀਂ ਇਹਨਾਂ ਨੂੰ ਵੀ ਬੁਲਾ ਲੈਂਦੇ ਹਾਂ ਤਾਂ ਕਿ ਜਿਹੜਾ ਨਾ ਜੀ ਗੱਲ ਨੂੰ ਜਿਹੜਾ ਇੱਥੇ, ਕਿਉਂਕਿ ਰੰਗ ਬਦਲ ਦੇਣਗੇ ਪੀਰ ਸਾਹਿਬ ਜਿਹੜੇ ਨਾ ਜੀ, ਜਿੱਥੇ ਜਾਂਦੇ ਨੇ ਉਹ ਆਪਣੇ ਵਰਗਾ ਰੰਗ ਬਣਾ ਲੈਂਦੇ ਨੇ। ਅਤੇ ਬਹੁਤ ਸਾਰੀਆਂ ਤਾਲੀਆਂ 'ਚ ਪੀਰ ਫਕੀਰ ਵੀਰ ਸਿਪਾਹੀ ਸਾਹਿਬ ਤਸ਼ਰੀਫ ਲਿਆਓ ਜੀ। ਬਹੁਤ ਮਿਹਰਬਾਨੀ ਕਿਬਲਾ ਡਾਕਟਰ ਸਈਦ ਅਹਿਮਦ ਬੱਟੂ ਸਾਹਿਬ ਦਾ ਪਿਆਰ ਖਿੱਚ ਕੇ ਲਿਆਇਆ। ਉਹਨਾਂ ਦੀ ਕਿਤਾਬ ਦਾ ਪਹਿਲਾਂ ਵੀ ਇਕੱਠ ਕੀਤਾ ਬੜਾ ਸੋਹਣਾ, ਫਿਰ ਮੈਂ ਕਿਹਾ ਚਲੋ ਜ਼ਿਆਰਤ ਹੋ ਜਾਏਗੀ, ਸਪੈਸ਼ਲੀ ਹਾਜ਼ਰ ਹੋਇਆ। ਕਿਤਾਬ ਪੜ੍ਹੀ ਹੈ ਮੈਂ, ਅਤੇ ਉਹਦੇ 'ਤੇ ਉਦੋਂ ਹੀ ਸ਼ਾਇਰਾਨਾ ਤਬਸਰਾ ਕੀਤਾ ਸੀ ਮੈਂ। ਕੁਝ ਅੱਖਰ ਨੇ ਸ਼ਾਇਰਾਨਾ ਤਬਸਰਾ ਕਹਿ ਲਓ, ਲੰਗਰ 'ਚ ਹਿੱਸਾ ਕਹਿ ਲਓ। ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਜਨਾਬ। ਅਤੇ ਅਰਜ਼ ਕੀਤਾ ਕਿ ਮੌਜ਼ੂ ਬਾਵਾਂ ਦੀ ਬੁੱਕਲ ਕਿਤਾਬ ਹੈ ਸੀ, ਜੋਹਰ ਟਾਊਨ 'ਚੋਂ ਜੋਹਰ ਟਟੋਲਿਆ ਸੀ, ਬੜਾ ਭਰਵਾਂ ਇਕੱਠ ਸੀ ਸ਼ਾਇਰਾਂ ਦਾ, ਉੱਥੇ ਵੀਰ ਫਕੀਰ ਵੀ ਬੋਲਿਆ ਸੀ। ਸਾਰੇ ਵਿੱਚ ਪੰਜਾਬ ਦੇ ਹੋਈ ਮਹਿਮਾ, ਰਸ ਕੰਨਾਂ 'ਚ ਸੁਹਨ ਦਾ ਘੋਲਿਆ ਸੀ, ਸਿਰ ਕਢਵੇਂ ਲੇਖਕ ਅਦੀਬ ਆਏ, ਅਦਬ ਪਰਖਿਆ ਜਿਨ੍ਹਾਂ ਪੜਚੋਲਿਆ ਸੀ। ਸਿਰ ਕਢਵੇਂ ਲੇਖਕ ਅਦੀਬ ਆਏ, ਅਦਬ ਪਰਖਿਆ ਜਿਨ੍ਹਾਂ ਪੜਚੋਲਿਆ ਸੀ। ਦਾਨਸ਼ਵਰਾ ਸੀ, ਦਾਨਸ਼ ਦੀ ਲੋੜ ਸੀ, ਬੂਹਾ ਬੰਦ ਦਿਮਾਗ ਦਾ ਖੋਲ੍ਹਿਆ ਸੀ। ਕਈ ਮੰਜ਼ਲਾਂ ਜ਼ਿਮੀ ਤੋਂ ਗਏ ਉੱਤੇ, ਚੜ੍ਹ ਪੌੜੀਆਂ ਜਿੰਦ ਨੂੰ ਰੋਲਿਆ ਸੀ। ਬੜਾ ਸ਼ੌਕ ਸੀ ਅਦਬ 'ਤੇ ਗੱਲ ਕਰੀਏ। 100 ਪੀੜਾਂ ਨੇ ਰਾਹੀਂ ਮਧੋਲਿਆ ਸੀ, ਅਤੇ ਸਵਾਲ ਲੀਰਾਂ ਦੇ ਕੁਝ ਵੀ ਨਿਕਲਿਆ ਨਾ, ਵਿੱਚੋਂ ਖਿੱਦੂ ਨੂੰ ਜਦੋਂ ਫਰੋਲਿਆ ਸੀ। ਸਵਾਲ ਲੀਰਾਂ ਦੇ ਕੁਝ ਵੀ ਨਿਕਲਿਆ ਨਾ, ਵਿੱਚੋਂ ਖਿੱਦੂ ਨੂੰ ਜਦੋਂ ਫਰੋਲਿਆ ਸੀ। ਬੜੇ ਭਾਰ ਦੇ ਨਾਲ ਪੈ ਗੱਲ ਕਰਦੇ, ਹਰਫ ਨੂੰ ਜਿਨ੍ਹਾਂ ਨੇ ਤੋਲਿਆ ਸੀ। ਸਈਦ ਵੱਟੂ ਨੇ ਇਸ਼ਕ ਦੇ ਭੇਤ ਖੋਲ੍ਹੇ, ਸੁਣ ਕੇ ਕਾਲਜਾ ਡੋਲਿਆ ਸੀ। ਅਤੇ ਦੂਜੀ ਵਾਰ ਫਕੀਰਾ ਤੂੰ ਫੇਰ ਆਉਣਾ। ਸਈਦ ਵੱਟੂ ਦਾ ਇਹ ਫਰਮਾਵਣਾ ਸੀ, ਵਾਰਸ਼ਾਹ ਦੀ ਜੂਹ ਨੂੰ ਛੱਡ ਕੇ ਤੇ ਸਿੱਧਾ ਵੀਰ ਲਾਹੌਰ ਨੂੰ ਆਉਣਾ ਸੀ। ਅਤੇ ਇੱਕ ਤਵੀਲ ਨਜ਼ਮ ਹੈ, ਮੈਂ ਇਹਨਾਂ ਦੀ ਖਿਦਮਤ 'ਚ ਪੇਸ਼ ਕਰ ਦਿਆਂਗਾ। ਅਤੇ ਮੈਂ ਇਹਦੇ ਆਖਰੀ ਅੰਕ ਜਿਹੜੇ ਉਹ ਪੜ੍ਹ ਦੇਣਾ ਕਿ ਮਾਂ ਬੋਲੀ ਵਿੱਚ ਸੁਖਨ ਗਿਆਨ ਹੋਣਾ, ਸਗਵਾਂ ਤਲੀ ਤੇ ਸਰੋਂ ਜਮਾਵਣਾ ਹੈ। ਡਾਕਟਰ ਸਾਹਿਬ, ਮਾਂ ਬੋਲੀ 'ਚ ਸੁਖਨ ਗਿਆਨ ਹੋਣਾ, ਸਗਵਾਂ ਤਲੀ ਤੇ ਸਰੋਂ ਜਮਾਵਣਾ ਹੈ। ਪੰਜਾਬੀ ਦੇ ਖੇਤਰ 'ਚ ਸ਼ੇਰ ਕਹਿਣੇ, ਵਿੱਚ ਅੱਗ ਦੇ ਫੁੱਲ ਖਿੜਾਉਣਾ ਹੈ। ਅਤੇ ਨਜ਼ਮ ਗਜ਼ਲ ਨੂੰ ਨਵਾਂ ਅਸਲੂਬ ਦੇਣਾ, ਔਖਾ ਨਵੀਂ ਤਰਕੀਬ ਲਿਆਵਣਾ ਹੈ। ਔਖੀ ਕਾਰ ਕਮਾਵਣੀ ਕਲਮ ਵਾਲੀ, ਅਤੇ ਮੁਸ਼ਕਿਲ ਹੁਨਰ ਤੇ ਰੂਪ ਚੜਾਵਣਾ ਹੈ। ਅਤੇ ਲਹੂ ਜਿਗਰ ਦਾ ਹਰ ਸ਼ਾਹਕਾਰ ਮੰਗਦਾ, ਉਹ ਕਿੰਨੇ ਹਰਫਾਂ ਨੂੰ ਲਹੂ ਪਿਆਵਣਾ ਹੈ। ਵਾਰਸ ਬੁੱਲੇ ਤੇ ਬਾਹੂ ਦੇ ਲੱਗ ਪਿੱਛੇ, ਸੁੱਤਾ ਹੋਇਆ ਪੰਜਾਬ ਜਗਾਉਣਾ। ਅਤੇ ਘੜਨੇ ਗੀਤ ਪੰਜਾਬੀ ਦੇ ਵਿੱਚ ਸੋਹਣੇ, ਮਸਤ ਪ੍ਰੇਮ ਦਾ ਰਾਗ ਸੁਣਾਵਣਾ ਹੈ। ਗੱਲ ਵੱਖਰੀ ਜ਼ਰਾ ਅਚਰਜ ਕਰਨੀ, ਰਹਿਤਲ ਨਾਲ ਵਸੇਬ ਲਸ਼ਕਾਵਣਾ ਹੈ। ਉਹਦੇ ਹੁਸਨ ਦੀ ਨਿਤ ਤਾਰੀਫ ਕਰਨੀ, ਅਤੇ ਜ਼ਿਕਰ ਸੋਹਣੇ ਦਾ ਸਦਾ ਅਲਾਵਣਾ ਹੈ। ਬੂਟਾ ਲਾਵਣਾ ਇਸ਼ਕ ਮੁਹੱਬਤਾਂ ਦਾ, ਯਾਨੀ ਮਰਨ ਤੋਂ ਪਹਿਲਾਂ ਮਰ ਜਾਵਣਾ ਹੈ। ਚੱਜ ਸਿੱਖਿਆ ਡਾਕਟਰ ਸਈਦ ਵੱਟੂ, ਗਹਿਣੇ ਅੱਖਰਾਂ ਦੇ ਕੜਾਵਣੇ ਦਾ, ਕੌਣ ਕਿਹੜਾ ਏ
ਕਿੱਥੋਂ ਦਾ ਕਿਵੇਂ ਦਾ ਏ ਸਮਾਂ ਆਇਆ ਏ ਪਛਾਣ ਕਰਾਵਣੇ। ਅਰਜ਼ ਕੀਤਾ ਕਿ ਬਾਹਾਂ ਦੀ ਬੁੱਕਲੇ ਜੋ ਯਾਰ ਨੂੰ ਲੁਕਾਇਆ ਹੋਇਆ, ਲੂੰ ਲੂੰ ਇਸ਼ਕੋ ਦਾ ਹੱਡਾਂ 'ਚ ਰਚਾਇਆ ਹੋਇਆ, ਇੱਕ ਇੱਕ ਮਿਸਰਾ ਜੋ ਗਜ਼ਲਾਂ ਸੁਹਾਗਣਾਂ ਦੇ ਮੱਥੇ ਟੀਕਾ ਲਾਇਆ ਹੋਇਆ, ਨਜ਼ਮਾਂ ਦਾ ਮੁਖੜਾ ਵੀ ਕਲਮਾਂ ਦਾ ਨੂਰ ਲੈ ਕੇ ਖੂਬ ਲਿਸ਼ਕਾਇਆ ਹੋਇਆ, ਹਰਫ ਚਮਕਾਇਆ ਹੋਇਆ, ਤੋਰੀਏ ਦਾ ਫੁੱਲ ਜਿਵੇਂ ਨਿੰਮੀ ਨਿੰਮੀ ਧੁੱਪ ਵਿੱਚ ਜੋ ਬਣੇ ਤੇ ਆਇਆ ਹੋਇਆ, ਰੱਬ ਦਾ ਬਣਾਇਆ ਹੋਇਆ, ਪੀਲਾ ਰੰਗ ਛਾਇਆ ਹੋਇਆ ਤੇ ਸੋਚਾਂ ਵਾਲੀ ਪੈਲੀ ਵਿੱਚ ਅੱਖਰਾਂ ਦਾ ਬੀਜ ਸੱਟੇ, ਪੱਤਾ ਪੱਤਾ ਬੂਟਾ ਬੂਟਾ ਮਸਤ ਲਹਿਰਾਇਆ ਹੋਇਆ, ਇੰਜ ਪਿਆ ਲੱਗਦਾ ਹਯਾਤੀ ਕਿਸੇ ਹਾਰ ਕੇ ਤੇ ਸੁਖ ਨੇ ਕਮਾਇਆ ਹੋਇਆ, ਗੰਜ ਲੁਟਾਇਆ ਹੋਇਆ, ਰੱਬ ਵੱਲੋਂ ਦਾਨ ਹੁੰਦਾ ਤਖਲੀਕੀ ਜ਼ੇਨ ਤੋਹਫਾ, ਚੰਡਿਆ ਚੰਡਾਇਆ ਹੋਇਆ, ਸਿੱਖਿਆ ਸਿਖਾਇਆ ਹੋਇਆ, ਪੜ੍ਹਿਆ ਪੜ੍ਹਾਇਆ ਹੋਇਆ, ਸਈਦ ਵੱਟੂ ਸ਼ੇਰਾਂ ਪਿੱਛੇ ਦਰਦ ਲੁਕਾਇਆ ਹੋਇਆ, ਅੱਖਰਾਂ ਦਾ ਜੋਗ ਲੈ ਕੇ ਨਵਾਂ ਜੋਗੀ ਆਇਆ ਹੋਇਆ। ਨਸਰ 'ਚ ਗੱਲ ਕਰਨਾ ਔਰ ਨਜ਼ਮ 'ਚ ਗੱਲ ਕਰਨਾ ਬੜਾ ਫਰਕ ਹੈ। ਇਹ ਜਿੰਨੀ ਜ਼ਿਆਦਾ ਮੁਹੱਬਤ ਹੁੰਦੀ ਹੈ ਇਹ ਉਨੀ ਜ਼ਿਆਦਾ ਜਿਹੜਾ ਨਜ਼ਮ ਲਿਖੀ ਜਾਂਦੀ ਹੈ। ਅਤੇ ਇਹਨਾਂ ਦੇ ਨਜ਼ਮਾਂ ਦੇ ਵਿੱਚੋਂ ਮਹਿਸੂਸ ਮੈਨੂੰ ਇਹ ਹੋਇਆ ਕਿ ਵੱਟੂ ਸਾਹਿਬ ਦਾ ਜਿਹੜਾ ਨਾ ਜਾਦੂ ਉਹ ਪੀਰ ਸਾਹਿਬ 'ਤੇ ਵੀ ਚੱਲ ਗਿਆ। ਅੱਛਾ ਦੋਸਤੋ, ਅਸੀਂ ਦੱਸਦੇ ਜਾਈਏ ਕਿ ਸਾਡੇ ਪ੍ਰੋਗਰਾਮ ਦੇ ਦੌਰਾਨ ਰਾਓ ਪਰਵੇਜ਼ ਅਖਤਰ ਐਡੀਸ਼ਨਲ ਡਾਇਰੈਕਟਰ ਜਨਰਲ ਪੰਜਾਬ ਫੂਡ ਅਥਾਰਟੀ ਸਾਡੇ ਦਰਮਿਆਨ ਮੌਜੂਦ ਨੇ। ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਔਰ ਉਹਦੇ ਨਾਲ ਨਾਲ ਸਾਡੇ ਪ੍ਰੋਫੈਸਰ ਡਾਕਟਰ ਆਬਾਦ ਨਬੀਲ ਸ਼ਾਹ ਸਾਹਿਬ ਗੌਰਮੈਂਟ ਕਾਲਜ ਰੇਲਵੇ ਰੋਡ ਲਾਹੌਰ ਦੇ, ਉਹ ਵੀ ਤਸ਼ਰੀਫ ਲਿਆਏ ਨੇ। ਪੰਜਾਬੀ ਅਦਬੀ ਸੰਗਤ ਦੇ ਸਾਡੇ ਮਾਣਯੋਗ ਦੋਸਤ ਨੇ ਅਤੇ ਇਹਨਾਂ ਦੀ ਵਜ੍ਹਾ ਤੋਂ ਹੀ ਮੈਂ ਅੱਜ ਜਿਹੜੇ 4 ਅੱਖਰ ਜਿਹੜੇ ਬੋਲ ਰਹੇ ਇਹਨਾਂ ਦੋਸਤਾਂ ਦੀ ਵਜ੍ਹਾ ਤੋਂ ਹੀ ਹੈ ਕਿ ਅਸੀਂ ਉਹ ਵੀ ਸਾਡੇ ਪ੍ਰੋਗਰਾਮ 'ਚ ਦਰਮਿਆਨ ਮੌਜੂਦ ਨੇ। ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਨੂੰ ਅਗਾਂਹ ਟੋਰਨੇ ਆ ਅਤੇ ਸੋਹਣੀਆਂ ਸੋਹਣੇ ਨਜ਼ਰਾਂ ਜਦ ਮਿਲਾਵਨ, ਕਜਲੇ ਪਾਪਾ ਡੋਰੇ ਪਾਵਨ, ਸਦਕੇ ਵਾਰੀ ਹੋ ਫੁਲਤੇ, ਪੰਵਰੇ ਬਨ ਬਨ ਫੇਰੇ ਲਾਵਨ। ਇਹ ਜਨਾਬ ਡਾਕਟਰ ਸਈਦ ਅਹਿਮਦ ਵੱਟੂ ਸਾਹਿਬ ਦੇ ਸ਼ੇਰ ਨੇ ਅਤੇ ਬਹੁਤ ਸਾਰੇ ਸ਼ੇਰ ਨੇ। ਵੈਸੇ ਤਾਂ ਅਗਰ ਅਸੀਂ ਵੇਖੀਏ ਅਤੇ ਇਹਨਾਂ ਦੀ ਕਿਤਾਬ ਜਿਹੜੀ ਨੇ ਜੀ ਬੜੀ ਖੂਬਸੂਰਤ ਹੈ। ਔਰ ਇੱਕ ਜਿਹੜੀ ਨਵੀਂ ਇਸ ਗੱਲ ਕਿਤਾਬ ਦੇ ਵਿੱਚ ਉਹ ਇਹ ਕਿ ਇਹਨਾਂ ਨੇ 2 ਅੱਖਰਾਂ ਦੇ ਵਿੱਚ ਨਾ 2 ਲਿਪੀਆਂ ਦੇ ਵਿੱਚ ਕਿਤਾਬ ਨੂੰ ਲਿਖਿਆ। ਇਹ ਇਕੱਲੀ ਇਹ ਨਹੀਂ ਕਿ ਸਾਡੀ ਸ਼ਾਹਮੁਖੀ ਦੇ ਵਿੱਚ ਹੋਵੇ, ਇਹਨਾਂ ਨੇ ਗੁਰਮੁਖੀ ਦੇ ਵਿੱਚ ਵੀ ਕਿਤਾਬ ਨੂੰ ਜਿਹੜਾ ਨਾ ਉਹ ਛਪਵਾਇਆ। ਇਹਦਾ ਮਤਲਬ ਇਹ ਕਿ 2 ਕਿਤਾਬਾਂ ਦਾ ਮੈਟਰ ਜਿਹੜਾ ਨਾ ਇਹਨਾਂ ਨੇ ਇੱਕ ਕਿਤਾਬ 'ਤੇ ਲਿਆਂਦਾ। ਇਹਦੀ 2 ਕਿਤਾਬਾਂ ਬਣ ਸਕਦੀਆਂ ਸੀ ਅਗਰ ਇਹਨਾਂ ਨੇ ਗੁਰਮੁਖੀ ਦਾ ਇਹਨਾਂ ਕੋਲ ਨਾ ਇਸਤੇਮਾਲ ਕਰਦੇ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਤਾਂ ਗੁਰਮੁਖੀ ਨਾ ਪੜ੍ਹਨ ਦੇ ਔਰ ਨਾ ਸਮਝਣ ਦੇ ਬਰਾਬਰ ਹੈ। ਕਿਉਂ ਲੇਕਿਨ ਇਹਨਾਂ ਨੇ ਕੋਸ਼ਿਸ਼ ਇਹ ਕੀਤੀ ਕਿ ਜਿਹੜੀ ਸਾਡੀ ਜ਼ੁਬਾਨ ਦੇ ਜਿਹੜੇ ਮੈਂ ਜਿਹੜੇ ਲਫ਼ਜ਼ ਲਿਖੇ ਨੇ ਜਾਂ ਜਿਹੜੇ ਮੇਰੀ ਸ਼ੇਰੀਅਤ ਹੈ ਉਹ ਕਮ ਕਮ ਇਹ ਹੈ ਕਿ ਉਹ ਪਾਕਿਸਤਾਨ ਦੇ ਚੰਦ ਸ਼ਹਿਰਾਂ ਤੱਕ ਜਾਂ ਚੰਦ ਲੋਕਾਂ ਤੱਕ ਨਾ ਰਵੇ, ਉਹ ਜਨਾਬ ਸਰਹੱਦਾਂ ਪਾਰ ਕਰਦੀ ਹੋਈ ਦੂਸਰੇ ਮੁਲਕਾਂ ਤੱਕ ਵੀ ਮੇਰੀ ਆਵਾਜ਼ ਜਾਵੇ। ਔਰ ਇਹਨਾਂ ਨੇ ਯਾਰ ਕੀਤਾ ਔਰ ਇਹ ਬਹੁਤ ਸੋਹਣਾ ਆ ਰਿਹਾ ਅਤੇ ਅਸੀਂ ਇਹਨਾਂ ਨੂੰ ਇੱਕ ਦਫਾ ਫਿਰ ਵੱਟੂ ਸਾਹਿਬ ਨੂੰ ਜਿਹੜਾ ਜੀ ਮੁਬਾਰਕਬਾਦ ਦਿੰਦੇ ਹਾਂ। ਤਕਰੀਬ ਦੀ ਅਸੀਂ ਗੱਲ ਅਗਾਂਹ ਕਰ ਰਹੇ ਹਾਂ ਅਤੇ ਮੇਰੇ ਨਾਲ ਹੁਣ ਅਗਲੇ ਸਪੀਕਰ ਨੇ ਅਗਲੀ ਗੱਲਬਾਤ ਕਰਨਗੇ ਪ੍ਰੋਫੈਸਰ ਸ਼ਾਹਦ ਇਕਬਾਲ ਸਾਹਿਬ। ਮੈਂ ਦੋਸਤਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਭਰਪੂਰ ਸ਼ਾਹਦ ਇਕਬਾਲ ਸ਼ਾਹ ਸਾਹਿਬ, ਮੈਂ ਜਨਾਬ ਇਹਨਾਂ ਨੂੰ ਭरपूर तालियां से जनाब इकबाल शाह साहब। वो फारसी का एक शेर है कि दीदार मी नुमाई हो परहेज़ मी कुनी, बाज़ार खीशो आतिश मा तेज़ मी कुनी, कि तुम अपना दीदार भी करवाते हो और परहेज़ भी करते हो, हमारे शौक़ को ज़्यादा करते हो और अपने बाज़ार को और अपनी गर्म बाज़ारी को ज़्यादा कर लेते हो। मैं वो ना आज तो मैं ये चाहता हूँ कि मैं कुछ भी ना कहूँ और ये चाहूँ कि मेरी बात खुशबू की तरह उड़ के तेरे दिल में उतर जाए, क्योंकि मेरे पास किताब नहीं थी। और वो जो मैं पहला शेर पढ़ा है इसीलिए पढ़ा है, मुझे पिछले दफ़ा मैंने जब बात की तो मेरे पास किताब मौजूद थी, अब नहीं है, तो अब हाथ खाली हैं, तो दानाई का इजहार न कर, ऐसी बातों का बड़े लोग बुरा मानते हैं। तो शेर कहना सर एक बड़ी मुश्किल बात है और आसान बात भी है। मुश्किल बात यह है कि जब आप सोचते हैं कि मैंने शेर कहना है तो काफ़िए अंदिशम वाली बात हो जाती है, और जो काफ़िए के लोग पीछे चले जाते हैं और तशबीहों के पीछे चले जाते हैं, फिर वो उनसे अनका हो जाती हैं। तो ये है कि जब मैं आखिर उसने एक दिन मुझसे कह ही डाला, मुझ पर भी एक नज़्म कहो तुम, ऐसी नज़्म के
जिसमें मेरा नाम ना आए मैं खुद आऊँ। तो जो शेर इल्हाम की सूरत में आते हैं फिर उन्हें मौलाना रूम के बकौल काफ़ी अंदिशों मो दिलदार मन, कि मैं काफ़ी सोचता हूँ और मेरा दिलदार मुझे कहता है गुया मंदिश जुज दीदार मन, कि मेरे दीदार के अलावा कुछ मत सोचो। और शेर मी गुयम बे अस्कन दो नबात मन नदानम फ़ाइलातुन फ़ाइलात, कि मैं शेर कह सकता हूँ जो कंध से भी मीठे हैं, मैं तो फ़ाइलातुन फ़ाइलात नहीं जानता। तो शेर कहना जो है इस लिहाज से आसान भी है और मुश्किल भी है। और किसी शायर ने, पंजाबी शायर ने कहा जी कि हर शेर ते खून दा पा लगदा मता समझियो गल आसान है। ते ਅੱਜ ਦੀ ਤਕਰੀਬ ਦੇ ਹਵਾਲੇ ਨਾਲ ਜਨਾਬ ਦੋ ਵੱਡੇ ਉਸਤਾਦ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਸਾਡੇ ਉਸਤਾਦ ਰਹੇ ਨੇ, ਜਨਾਬ ਅਹਿਸਾਨ ਮਲਿਕ ਸਾਹਿਬ ਤੇ ਜਨਾਬ ਪ੍ਰੋਫੈਸਰ ਇਸਮਤੁੱਲਾ ਜ਼ਾਹਿਦ ਸਾਹਿਬ, ਤਨਕੀਦੀ ਗੁਫ਼ਤਗੂ ਤੇ ਉਹ ਕਰਨਗੇ। ਨਕਦ ਜਿਹੜੀ ਹੈ, ਨਕਦ ਅਦਬ ਵੀ ਬੜੀ ਮੁਸ਼ਕਿਲ ਗੱਲ ਹੈ। ਇਸ ਨੂੰ ਮਤਲਬ ਹੈ ਜਿਤਨਾ ਸਮੇਟਿਆ ਜਾਏ ਸਿਮਟ ਵੀ ਜਾਂਦੀ, ਤੇ ਜਿਤਨਾ ਵਧਾਇਆ ਜਾਏ ਵਧਾਈ ਵੀ ਜਾ ਸਕਦੀ ਹੈ। ਤੇ मेरी एक शायरी के बारे अपनी एक मिथ है कि शायरी आसान लफ्ज़ों तो शुरू हुई सी। असी फारसी अगर देखिए तो बड़े आसान कसीदे पहले दरूदकी ने लिखे ने, आम लैंडस्केप दियां गल्लां कीतियां ने। जूं शायरी उत्ते जांदी ते ओहदे च इबहाम और ख्याल बाफी आती जाती और फिर लौटती अपनी तरफ। जनाब अहसान मलिक साहब बैठे ने, इन्होंने अपने इलाके के एक शायर दे चंद शेर मैं अगर उन्होंने इजाजत नाल सुनाना, जिहड़े हुसन की ते जिहड़ी सादगी की भी ते पुरकारी की भी मिसाल ने। एक शायर ने साडे उस इलाके दे मलिक साहब ने कि तेरे हुसन तो लक किन आन तसद्दक करा मिसर निछावर सोए, तेरे हुसन तो लक किन आन तसद्दक करा मिसर निछावर सोए, तेरे हसदियां दोरे दंदान दा जलवा करे पैदा आलम नौए, और तेरे हसदियां दोरे दंदान दा जलवा करे आलम पैदा नौए, और तेरे रुखसारां दी चमक दमक माताब को बख्शे जोए, वध अबर से आ तू रासाई आखे तेरे गेसुआं दा परतोए। ते ਇਹਦੇ ਜਿਹੜੇ ਜਦੋਂ ਕੋਈ ਸ਼ਾਇਰ ਸ਼ੇਰ ਕਹਿ ਰਿਹਾ ਹੁੰਦਾ ਤੇ ਉਹਦੇ ਸਭ ਤੋਂ ਵਾਸਤੇ ਸਭ ਤੋਂ ਵੱਡੀ ਗੱਲ ਉਹਦਾ ਖਿਆਲ ਹੁੰਦਾ ਹੈ। ਤੇ ਵੱਟੂ ਸਾਹਿਬ ਕਿਉਂਕਿ ਇੱਕ ਸੋਸ਼ੀਓਲੋਜਿਸਟ ਨੇ, ਇਹਨਾਂ ਨੇ ਜ਼ਮਾਨੇ ਨੂੰ ਜਿਹੜਾ ਇੱਕ ਸੋਸ਼ਲ ਪਹਿਲੂ ਦੇ ਨਾਲ ਦੇਖਿਆ ਹੈ। ਤੇ ਉਹ ਜਿਹੜੀਆਂ ਸਾਰੀਆਂ ਸੋਸ਼ਲ ਜਿਹੜੀਆਂ ਅੱਜ ਕੱਲ੍ਹ ਸਾਡੇ ਨਾ ਹਮਵਾਰੀਆਂ ਨੇ ਆਪਣੇ ਉਸ ਕਲਾਮ ਦੇ ਵਿੱਚ ਲੈ ਕੇ ਆਏ ਨੇ। ਤੇ ਸੱਚੀ ਗੱਲ ਹੈ कि मैं ज़्यादा मुफसल गल नहीं करता, लेकिन नीस्त पैगंबर वली दारद किताब मंच गुयम वसफ़े आन अली जनाब, नीस्त पैगंबर वली दारद किताब। और डॉक्टर साहब ने गल की कि सादगी का मजमूआ है लेकिन पुरकारी का भी मजमूआ है। हाँ जी, इस सादगी पे कौन मर ना जाए ए असद। तो मैं जनाब इस किताब से उन्होंने मुबारकबाद पेश करदा इस शेर दे नाल कि जे पाए ताब सरश हर कुजा के मी निगरम, करिश्मा दामन दिल मी कशद के जाई जा, कि मैं सर तो पैरों तक उसनू जिस जगह तो ही देखता है मेरे दिल का जोड़ा करिश्मा जोड़ा है मौजज़ा मेरा दामन दिल खिंचदा कि वेखण की जगह तो यह है। तो मैं पिछली दफ़ा जो ये किताब वेखी सी तो जोड़ा मैं सफ़ा खोलता सा मेरा करिश्मा जो है दामन दिल खींचता सी कि वेखण और पढ़ने वाली जगह तो यही है। बहुत मेहरबानी, दोबारा मुबारकबाद। बहुत शुक्रिया प्रोफैसर साहब, बड़ी खूबसूरत ते बड़ी प्यारी गुफ्तगू की ते दिल चाहता सी कि तुसी गल करते रहो तो असीं गल सुनते रहिए। तो बहुत शुक्रिया एक दफ़ा फिर तुहानूं। ते इस दौरान साडे दरमियान तशरीफ लाइयां ने प्रोफैसर डॉक्टर आपदा बतूल साहबा, शोभा उर्दू FC कॉलेज यूनिवर्सिटी दियां ने। तो मैं बस अगर उन्होंने साह लै लिया हो तो मैं चाहवागा कि तुसी स्टेज पर आ जाओ, तशरीफ लियाओ। प्रोफैसर डॉक्टर आपदा बतूल। अस्सलाम वालेकुम जी, मैं बेहद माजरत खां तखीर दी क्योंकि एक बड़ी ज़रूरी मीटिंग सी ते वो ख़त्म करदियां वेला जड़ा बहुता लंघ गया। किताब क्योंकि पंजाबी दी है तो गल भी मेरे ख्याल पंजाबी च होनी चाहिए है।
ਕੁਝ ਦਿਨ ਪਹਿਲਾਂ ਬਾਵਾਂ ਦੀ ਬੁੱਕਲ ਦੀ ਤਕਰੀਬ ਇੱਕ ਕਰਾਈ ਗਈ। ਉੱਥੇ ਵੀ ਸਾਰੇ ਲੋਕਾਂ ਨੇ ਬੜੀ ਭਰਪੂਰ ਗੱਲ ਕੀਤੀ। ਸ਼ਾਇਰੀ ਦੇ ਇਲਾਵਾ ਜਿਹੜੀ ਚੀਜ਼ ਮੈਨੂੰ ਸਭ ਤੋਂ ਜ਼ਿਆਦਾ, ਇੱਕ ਤਾਂ ਸ਼ਾਇਰੀ ਤਾਂ ਬੜੀ ਸੋਹਣੀ ਹੈ ਪੰਜਾਬੀ ਦੀ, ਅਤੇ ਜਿਹੜੀ ਰਵਾਇਤੀ ਸ਼ਾਇਰੀ ਨਾਲ ਜੁੜੀ ਹੋਈ ਹੈ। ਔਰ ਜ਼ਾਹਿਰ ਹੈ ਕਿ ਜਿਹੜਾ ਖਿਆਲ ਹੈ ਉਹ ਕੋਈ ਵੀ ਲਿਖ ਸਕਦਾ ਹੈ। ਸਾਡੇ ਹਾਂ ਜਿਹੜੇ ਸ਼ਾਇਰ ਨੇ ਉਹ ਇਸ ਗੱਲ 'ਤੇ ਝਗੜਾ ਕਰਦੇ ਨੇ ਕਿ ਜੀ ਫਲਾਣੇ ਨੇ ਗੱਲ ਕੀਤੀ ਹੈ ਅਤੇ ਦੂਜੇ ਨੇ ਗੱਲ ਕਰ ਦਿੱਤੀ ਹੈ ਅਤੇ ਕੋਈ ਜੁਰਮ ਕਰ ਲਿਆ। ਉਹਨੇ ਆਪਣੇ ਅੰਦਾਜ਼ ਨਾਲ ਕੀਤੀ ਹੁੰਦੀ, ਦੂਜੇ ਨੇ ਆਪਣੇ ਅੰਦਾਜ਼ ਨਾਲ ਕੀਤੀ ਹੁੰਦੀ। ਲੇਕਿਨ ਸਈਦ ਅਹਿਮਦ ਵੱਟੂ ਸਾਹਿਬ ਦੀ ਕਿਤਾਬ ਬਾਵਾਂ ਦੀ ਬੁੱਕਲ, ਇੱਕ ਤਾਂ ਨਾਂ ਬੜਾ ਸੋਹਣਾ ਹੈ, ਉਹਨੂੰ ਪੜ੍ਹ ਕੇ ਸੁਣ ਕੇ ਅਤੇ ਇੱਕ ਬਹੁਤ ਖੂਬਸੂਰਤ ਇੱਕ ਤਹਫੁਜ਼ ਦਾ ਅਹਿਸਾਸ ਹੁੰਦਾ ਹੈ। ਜਿਸ ਤਰ੍ਹਾਂ ਕੋਈ ਮਾਂ ਆਪਣੀ ਬਾਵਾਂ ਦੇ ਵਿੱਚ ਬੱਚੇ ਨੂੰ ਲੈਂਦੀ ਹੈ, ਕੋਈ ਮਹਿਬੂਬਾ ਆਪਣੇ ਆਸ਼ਿਕ ਦੇ ਨਾਲ ਇੱਕ ਮੁਹੱਬਤ ਦਾ ਇਜ਼ਹਾਰ ਕਰਦੀ ਹੈ, ਅਤੇ ਜਿਹੜਾ ਸਕੂਨ ਮਿਲਦਾ ਹੈ ਉਹ ਵੀ ਇਸ ਤੋਂ ਮੁਰਾਦ ਲਿਆ ਜਾ ਸਕਦਾ ਹੈ। ਅਤੇ ਜਿਹੜੀ ਤੀਸਰੀ ਸਭ ਤੋਂ ਵੱਡੀ ਗੱਲ ਹੈ ਉਹ ਹੈ ਵੇ ਕਿ ਇਹਨਾਂ ਨੇ ਲਫ਼ਜ਼ਾਂ ਨੂੰ ਅਤੇ ਜ਼ਬਾਨ ਔਰ ਲਿਸਾਨ ਦੇ ਹਵਾਲੇ ਨਾਲ ਜਿਹੜੇ ਆਪਣੇ ਤਹਿਜ਼ੀਬ ਦੇ ਮਿਟਦੇ ਹੋਏ ਲਫ਼ਜ਼ ਨੂੰ ਜ਼ਿੰਦਾ ਕੀਤਾ ਹੈ, ਉਹਨੂੰ ਜ਼ਿੰਦਗੀ ਦਿੱਤੀ ਹੈ ਅਤੇ ਉਹਨੂੰ ਆਪਣੀ ਕਿਤਾਬ ਦਾ ਹਿੱਸਾ ਬਣਾਇਆ ਹੈ। ਉਹ ਹਮੇਸ਼ਾ ਪੜ੍ਹਨ ਵਾਲਿਆਂ ਤੱਕ ਪਹੁੰਚਦਾ ਰਹੇਗਾ। ਔਰ ਇਹ ਵੀ ਇੱਕ ਬੜੀ ਖੈਰ ਹੈ, ਜ਼ਬਾਨ ਦੀ ਬੜੀ ਖਿਦਮਤ ਹੈ ਜਿਹੜੀ ਇਹਨਾਂ ਨੇ ਕੀਤੀ ਹੈ। ਕਿਉਂਕਿ ਸਾਡੀ ਜਿਸ ਤਰ੍ਹਾਂ ਉਰਦੂ ਜ਼ੁਬਾਨ ਵਿੱਚ ਇੱਕ ਲਫ਼ਜ਼ ਇਸਤੇਮਾਲ ਹੁੰਦਾ ਸੀ ਸਹੇਲੀ, ਉਹ ਡਿਕਸ਼ਨਰੀਆਂ 'ਚ ਵੀ ਖਤਮ ਹੁੰਦਾ ਜਾ ਰਿਹਾ ਹੈ, ਨਹੀਂ ਲੱਭਦਾ। ਅਤੇ ਅਗਰ ਉਹ ਕਿਸੇ ਨੇ ਆਪਣੀ ਤਹਿਰੀਰ ਵਿੱਚ ਲਿਖਿਆ ਹੁੰਦਾ ਹੈ ਅਤੇ ਉਹ ਇੰਨਾ ਕੁ ਜਿਨ੍ਹਾਂ ਨੇ ਉਹ ਸਹੇਲੀ ਦਾ ਇੱਕ ਤਾਲੁਕ ਨਿਭਾਇਆ ਹੁੰਦਾ ਹੈ ਜਾਂ ਜਿਨ੍ਹਾਂ ਨੇ ਸਹੇਲੀਆਂ ਬਣਾਈਆਂ ਹੁੰਦੀਆਂ ਨੇ, ਉਹ ਜਦੋਂ ਪੜ੍ਹੇਗਾ ਤਾਂ ਉਹਨੂੰ ਹੋਰ ਵੱਖਰਾ ਸਵਾਦ ਆਏਗਾ। ਜਿਹੜੇ ਫਰੈਂਡ ਔਰ ਪਤਨੀ ਉਹ ਕੀ ਜਿਹੜੇ ਨੇ ਉਹ ਸਿਬਲਿੰਗਸ ਔਰ ਪਤਾ ਕੀ ਲਫ਼ਜ਼ ਆਏ ਹੋਏ ਨੇ, ਉਹਨਾਂ ਨੂੰ ਕੀ ਪਤਾ ਕਿ ਸਹੇਲੀ ਦੇ ਲਫ਼ਜ਼ ਦਾ ਮਜ਼ਾ ਕੀ ਹੈ, ਸਵਾਦ ਕੀ ਹੈ। ਇਸ ਤਰ੍ਹਾਂ ਸਈਦ ਅਹਿਮਦ ਵੱਟੂ ਸਾਹਿਬ ਦੀ ਜਿਹੜੀ ਡਾਕਟਰ ਸਾਹਿਬ ਦੀ ਕਿਤਾਬ ਵਿੱਚ ਅਲਫਾਜ਼ ਨੇ ਜ਼ੁਬਾਨ ਦੇ, ਉਹ ਇਤਨੇ ਕੁ ਜ਼ਿਆਦਾ ਨੇ। ਜਿਹੜੀ ਵੀ ਕੋਈ ਨਜ਼ਮ ਚੁੱਕ ਕੇ ਵੇਖ ਲਓ, ਕੋਈ ਗਜ਼ਲ ਚੁੱਕ ਕੇ ਵੇਖ ਲਓ, ਤਾਂ ਇੱਕ ਨਵਾਂ ਲਫ਼ਜ਼ ਸਿੱਖਣ ਨੂੰ ਮੈਂ ਬਹੁਤ ਸਿੱਖਿਆ। ਹਾਲਾਂਕਿ ਮੇਰੀ ਮਾਦਰੀ ਜ਼ੁਬਾਨ ਪੰਜਾਬੀ ਹੈ, ਲੇਕਿਨ ਫਿਰ ਵੀ ਬਹੁਤ ਸਾਰੇ ਐਸੇ ਅਲਫਾਜ਼ ਜਿਹੜੇ ਮੈਂ ਭੁੱਲ ਗਈ ਸਾਂ ਜਾਂ ਮਤਲਬ ਉਸ ਤਰ੍ਹਾਂ ਇਸਤੇਮਾਲ ਨਹੀਂ ਸਨ ਹੁੰਦੇ। ਅਤੇ ਕਿਤਾਬ ਪੜ੍ਹਨ ਲੱਗਿਆਂ ਮੈਨੂੰ ਜ਼ਿਆਦਾ ਸਵਾਦ ਇਸ ਵਜ੍ਹਾ ਤੋਂ ਆਉਂਦਾ ਸੀ ਕਿ ਮੇਰੀ ਮਾਂ ਬੋਲਦੀ ਹੁੰਦੀ ਸੀ। ਉਹ ਲਫ਼ਜ਼ ਦੁਬਾਰਾ ਜਿਹੜੇ ਨੇ ਉਹ ਪੜ੍ਹ ਕੇ ਅਤੇ ਮੈਨੂੰ ਸ਼ਾਇਰੀ 'ਚ ਇਹਨਾਂ ਨੇ ਕੀ ਕਿਹਾ ਹੈ, ਉਸ ਤੋਂ ਜ਼ਿਆਦਾ ਮੈਂ ਉਸ ਮਾਜ਼ੀ 'ਚ ਚਲੀ ਜਾਂਦੀ ਸਾਂ ਅਤੇ ਜ਼ਬਾਨ ਦਾ ਇਤਨਾ ਲੁਤਫ ਮੈਂ ਲਿਆ ਹੈ ਕਿ ਸ਼ਾਇਦ ਮੈਂ ਸ਼ਾਇਰੀ ਪੜ੍ਹ ਕੇ ਅਤੇ ਉਸ ਤਰ੍ਹਾਂ ਦੇ ਖਿਆਲ ਤਾਂ ਸਾਰੇ ਲੋਕ ਜਿਹੜੇ ਨੇ ਉਹ ਇਜ਼ਹਾਰ ਕਰਦੇ ਨੇ, ਲੇਕਿਨ ਜੋ ਇੱਕ ਇਹਦਾ ਲਿਸਾਨੀ ਹਵਾਲੇ ਨਾਲ ਹੈ, ਇੱਕ ਭਰਪੂਰ ਜਿਹੜਾ ਇਹਦਾ ਅਗਰ ਜਾਇਜ਼ਾ ਲਿਆ ਜਾਏ ਅਤੇ ਪਿਛਲੇ ਜਿਹੜੀ ਸਾਡੀ ਕਲਚਰ, ਸਾਡੀ ਮਰਦੀ ਹੋਈ ਤਹਿਜ਼ੀਬ ਨੂੰ ਦੀ ਜਿਹੜੀ ਇਹਨਾਂ ਨੇ ਆਬਿਆਰੀ ਕੀਤੀ ਹੈ, ਉਹਨੂੰ ਜਿਹੜਾ ਇਹਨਾਂ ਨੇ ਪਾਣੀ ਦਿੱਤਾ ਹੈ, ਇੱਕ ਜਿਹੜੀ ਨਵੀਂ ਕੋਪਲ ਫੁੱਟੀ ਹੈ, ਜਿਹੜੀ ਰੋਜ਼ ਸੁੱਕ ਗਈ ਸੀ ਲੱਕੜੀ, ਜਿਸ ਦੀਆਂ ਜੜ੍ਹਾਂ ਬਿਲਕੁਲ ਮਰਨ ਦੇ ਕਰੀਬ ਸਨ, ਉਹਨਾਂ ਨੂੰ ਇਹਨਾਂ ਨੇ ਹਯਾਤ ਨੌ ਬਖਸ਼ੀ ਹੈ। ਅਤੇ ਉਸ ਵਾਸਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕਰਾਂਗੀ ਅਤੇ ਇਜਾਜ਼ਤ ਚਾਹਾਂਗੀ ਜੀ। ਬਹੁਤ ਸ਼ੁਕਰੀਆ। ਬਹੁਤ ਚੰਗਾ ਲੱਗਿਆ ਕਿਉਂਕਿ ਪੰਜਾਬੀ ਜਿਹੜੀ ਨਾ ਜੀ, ਉਹ ਅਗਰ ਇੱਕ ਮਾਂ ਬੱਚਾ ਪੈਦਾ ਕਰਦੀ ਹੈ ਅਤੇ ਇੱਕ ਧਰਤੀ ਉਹਨੂੰ ਪਾਲਦੀ ਵੀ ਹੈ, ਉਹ ਵੀ ਮਾਂ ਹੈ। ਅਤੇ ਦੋ ਮਾਵਾਂ ਅਗਰ ਰਲ ਕੇ ਅਸੀਂ ਇਸ ਧਰਤੀ 'ਤੇ ਔਰ ਇਸ ਜ਼ੁਬਾਨ ਦੀ ਅਸੀਂ ਕਰਾਂਗੇ ਤਾਂ ਮੇਰਾ ਖਿਆਲ ਹੈ ਕਿ ਸਾਨੂੰ ਕੋਈ ਜ਼ਰੂਰਤ ਪੇਸ਼ ਨਹੀਂ ਆਵੇਗੀ ਕਿ ਸਾਨੂੰ ਕਿਸੇ ਓਪਰੀ ਜ਼ੁਬਾਨ ਵੱਲ ਜਾਂ ਕਿਸੇ ਓਪਰੀ ਜਗ੍ਹਾ ਵੱਲ ਵੇਖਣ ਦੀ ਸਾਨੂੰ ਲੋੜ ਪਵੇ। ਬਾਵਾਂ ਦੀ ਬੁੱਕਲ ਇੱਕ ਖੂਬਸੂਰਤ ਕਿਤਾਬ ਹੈ ਅਤੇ ਲਿਹਾਜ਼ਾ ਮੈਂ ਅਗਲੇ ਮੇਰੇ ਦੋਸਤ ਜਿਹੜੇ ਨੇ, ਮੈਂ ਸਮਝਣਾ ਵਾ ਕਿ ਉਹ ਬਹੁਤ ਜ਼ਿਆਦਾ ਮਹਾਨ ਆਦਮੀ ਨੇ, ਬਹੁਤ ਖੂਬਸੂਰਤ ਇਨਸਾਨ ਨੇ। ਉਹਨਾਂ ਨੇ ਆਪਣੇ ਕਿਰਦਾਰ ਦੇ ਨਾਲ, ਆਪਣੇ ਵਰਤਾਰੇ ਦੇ ਨਾਲ ਔਰ ਆਪਣੀ ਜ਼ੁਬਾਨ ਦੇ ਨਾਲ ਮੁਹੱਬਤ ਦਾ ਇਜ਼ਹਾਰ ਜਿਹੜਾ ਨਾ ਜੀ, ਉਹ ਸਾਨੂੰ ਉਹਨਾਂ ਨਾਲ ਮੇਰੀ ਸੰਗਤ ਉਹਨਾਂ ਦੀ ਮੇਰਾ ਖਿਆਲ ਹੈ ਕੋਈ 1980 ਤੋਂ ਪਹਿਲੇ ਦੀ ਵੀ ਸ਼ਾਇਦ ਹੋ ਗਈ ਹੈ, ਲੇਕਿਨ ਮੈਂ ਉਹਨਾਂ ਨੂੰ ਵੇਖਿਆ ਕਿ ਹੁਣ ਤੱਕ ਉਹਨਾਂ ਨੇ ਆਪਣਾ ਪੱਲਾ ਨਹੀਂ ਛੱਡਿਆ ਆਪਣੀ ਜ਼ੁਬਾਨ ਦੇ ਨਾਲ ਅਤੇ ਉਹ ਆਪਣੇ ਜੁੜਤ ਦੇ ਨਾਲ। ਮੈਂ ਗੁਜ਼ਾਰਿਸ਼ ਕਰਾਂਗਾ ਪ੍ਰੋਫੈਸਰ ਡਾਕਟਰ ਆਬਾਦ ਨਬੀਲ ਸ਼ਾਹ ਸਾਹਿਬ ਨੂੰ, ਜਿਹੜੇ ਕਿ ਪ੍ਰਿੰਸੀਪਲ ਨੇ ਰੇਲਵੇ ਰੋਡ ਕਾਲਜ ਲਾਹੌਰ ਦੇ, ਤਸ਼ਰੀਫ ਲਿਆਓ। ਅਤੇ ਜਿਹੜੇ ਲੋਕ ਆਪਣੀ ਮਾਦਰੀ ਜ਼ੁਬਾਨ ਦੇ ਵਿੱਚ ਲਿਖਦੇ ਨੇ ਉਹ ਹੋਰ ਵੀ ਵੱਡੇ ਨੇ। ਸਾਲਾਂ ਤੋਂ ਅਸੀਂ ਪੰਜਾਬੀ ਜ਼ੁਬਾਨ ਦੇ ਹੱਕ ਦੀਆਂ ਗੱਲਾਂ ਕਰ ਰਹੇ ਹਾਂ, ਔਰ ਉਹ ਹੱਕ ਜਿਹੜਾ ਅਰਸੇ ਤੋਂ ਖੁੱਸਿਆ ਹੋਇਆ ਹੈ, ਉਹਦੀ ਗੱਲ ਜਦੋਂ ਕਰਨੇ ਆ ਅਤੇ ਫਿਰ ਉਸ ਜ਼ੁਬਾਨ ਦੇ ਵਿੱਚ ਲਿਖਣ ਵਾਲੇ ਲਿਖਾਰੀ ਜਿਹੜੇ ਨੇ ਉਹ ਬੜੇ ਅਹਿਮ ਹੋ ਜਾਂਦੇ ਨੇ। ਅਤੇ ਡਾਕਟਰ ਸਈਦ ਵੱਟੂ ਸਾਹਿਬ ਵੀ ਉਹਨਾਂ ਲਿਖਣ ਵਾਲਿਆਂ ਦੇ ਵਿੱਚੋਂ ਨੇ ਜਿਹੜੇ ਉਰਦੂ ਲਿਖਦੇ ਪੰਜਾਬੀ ਵੱਲ ਆਏ
ਔਰ ਵਸੀਮ ਗੁਰਦੇਜ਼ੀ ਹੋਰਾਂ ਦੀ ਸੰਗਤ 'ਚ ਰਹਿ ਕੇ ਇਹਨਾਂ ਨੇ ਪੰਜਾਬੀ ਸ਼ਾਇਰੀ ਵੱਲ ਧਿਆਨ ਕੀਤਾ ਔਰ ਪੰਜਾਬੀ ਦੇ ਵਿੱਚ ਸ਼ੇਰ ਉਲੀਕੇ। ਮੈਨੂੰ ਯਾਦ ਹੈ ਕਿ ਗੁਰਦੇਜ਼ੀ ਸਾਹਿਬ ਮੇਰੇ ਚੌਂਕੇ ਕਲਾਸ ਫੈਲੋ ਨੇ, ਇਹਨਾਂ ਨੇ ਫੋਨ ਕੀਤਾ ਕਿ ਜੀ ਸਈਦ ਵੱਟੂ ਸਾਹਿਬ ਕੋਈ ਤੁਹਾਡੇ ਕੋਲ ਆਉਣਗੇ ਅਤੇ ਜ਼ਰਾ ਉਹਨਾਂ ਦੀ ਸ਼ਾਇਰੀ ਵੀ ਵੇਖਣਾ ਅਤੇ ਉਹਨਾਂ ਨੂੰ ਜੋੜਨਾ ਵੀ। ਬਹਰਹਾਲ ਅਸੀਂ ਇਹਨਾਂ ਨੂੰ ਪੰਜਾਬੀ ਅਦਬੀ ਸੰਗਤ ਦੇ ਨਾਲ ਜੋੜਿਆ, ਪੰਜਾਬੀ ਦੇ ਨਾਲ ਜੋੜਿਆ, ਸ਼ੇਰ ਵੀ ਇਹਨਾਂ ਦੇ ਜਿਸ ਹੱਦ ਤੱਕ ਵੇਖ ਸਕਨੇ ਸਾਂ ਰਲ ਕੇ ਵੇਖੇ। ਅਤੇ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਇਹਨਾਂ ਦੀ ਕਿਤਾਬ ਜਿਹੜੀ ਹੈ ਬਾਵਾਂ ਦੀ ਬੁੱਕਲ ਉਹ ਛਪ ਕੇ ਨਾਮਣਾ ਖੱਟ ਰਹੀ ਹੈ। ਔਰ ਇਹਦੇ ਨਾਲ ਅੱਛਾ ਮੈਂ ਅੱਗੇ ਵੀ ਗੱਲ ਕਰਨਾ ਕਿ ਕਿਤਾਬ ਆਉਣ ਦੇ ਨਾਲ ਕੋਈ ਸ਼ਾਇਰ ਨਹੀਂ ਬਣ ਜਾਂਦਾ, ਅਤੇ ਕਿਤਾਬ ਨਾ ਆਉਣ ਦੇ ਨਾਲ ਇੱਕ ਚੰਗਾ ਸ਼ਾਇਰ ਜਿਹੜਾ ਉਹ ਸ਼ਾਇਰੀ ਤੋਂ ਹਟ ਨਹੀਂ ਜਾਂਦਾ। ਕਿਤਾਬ ਕੋਈ ਮਿਆਰ ਨਹੀਂ ਹੈਗਾ ਤੁਹਾਡੇ ਚੰਗੀ ਸ਼ਾਇਰੀ ਦਾ ਜਾਂ ਸ਼ਾਇਰ ਹੋਣ ਦਾ, ਲੇਕਿਨ ਇੱਕ ਹੌਸਲਾ ਮਿਲਦਾ ਔਰ ਇੱਕ ਨਵੀਂ ਪ੍ਰੇਰਨਾ ਜਿਹੜੀ ਹੈ ਉਹ ਸ਼ਾਇਰ ਨੂੰ ਮਿਲਦੀ ਹੈ ਜਦੋਂ ਉਹਦੀ ਕਿਤਾਬ ਪੜ੍ਹ ਕੇ ਲੋਕ ਉਹਦੇ 'ਤੇ ਗੱਲ ਕਰਦੇ ਨੇ, ਉਹਨਾਂ ਦੇ ਸ਼ੇਰਾਂ 'ਤੇ ਗੱਲ ਕਰਦੇ ਨੇ, ਅਤੇ ਸ਼ਾਇਰ ਨੂੰ ਲਿਖਣ ਦਾ ਹੋਰ ਹੌਸਲਾ ਮਿਲਦਾ ਔਰ ਉਹ ਪਹਿਲੇ ਤੋਂ ਹੋਰ ਵੱਧ ਕੇ ਚੰਗਾ ਲਿਖਣ ਦੀ ਕੋਸ਼ਿਸ਼ ਕਰਦਾ। ਸਈਦ ਵੱਟੂ ਹੋਰਾਂ ਦੀ ਸ਼ਾਇਰੀ ਜਿਹੜੀ ਹੈ ਉਹ ਕਲਚਰ ਅਤੇ ਵਸੇਬ ਨਾਲ ਜੁੜੀ ਹੋਈ ਸ਼ਾਇਰੀ ਹੈ ਔਰ ਇਹਨਾਂ ਦਾ ਜਿਹੜਾ ਪਿਛਲਾ ਪੇਂਡੂ ਇੱਕ ਬੈਕਗਰਾਊਂਡ ਹੈ, ਪਿਛੋਕੜ ਹੈ, ਉਹਦੀ ਉਹ ਲਫ਼ਜ਼ਾਲਵੀ, ਉਹ ਰਸਮਾਂ ਰਿਵਾਜ, ਉਹ ਚੀਜ਼ਾਂ ਜਿਹੜੀਆਂ ਅਸੀਂ ਭੁੱਲ ਗਏ ਹੋਏ ਹਾਂ ਸ਼ਹਿਰ ਦੇ ਵਿੱਚ ਆ ਕੇ, ਇਹਨਾਂ ਦੀ ਸ਼ਾਇਰੀ ਉਹਨਾਂ ਨੂੰ ਜ਼ਿੰਦਾ ਕਰਦੀ ਹੈ। ਠੀਕ ਹੈ ਕਿ ਵਕਤ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਉਹ ਬਦਲਦੀਆਂ ਰਹਿੰਦੀਆਂ ਨੇ, ਹਾਲਾਤ ਬਦਲਦੇ ਰਹਿੰਦੇ ਨੇ, ਲੇਕਿਨ ਉਹਨਾਂ ਹੀ ਰਹਿਤਲ ਦੀਆਂ ਚੀਜ਼ਾਂ ਨੂੰ ਜਦੋਂ ਇੱਕ ਸ਼ਾਇਰ ਅਲਾਮਤਾਂ ਬਣਾ ਕੇ ਅਤੇ ਨਵੇਂ ਮਾਣੀ ਤਰਾਸ਼ਦਾ, ਨਵੇਂ ਮਾਣੀ ਕੱਢਦਾ, ਅਤੇ ਫਿਰ ਉਹਨਾਂ ਚੀਜ਼ਾਂ ਦੀ ਅਹਿਮੀਅਤ ਜਿਹੜੀ ਹੈ ਉਹ ਸਾਡੇ ਅੰਦਰ ਹੋਰ ਵੱਧ ਜਾਂਦੀ ਹੈ। ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬੀ ਇੱਕ ਬੜਾ ਵੱਡਾ ਰਿਚ ਕਲਚਰ ਹੈ। ਅਗਰ ਬਰੇ ਸਗੀਰ ਦੇ ਦੋ ਵੱਡੇ ਕਲਚਰ ਜਿਹੜੇ ਨੇ ਉਹਨਾਂ ਦਾ ਜ਼ਿਕਰ ਕੀਤਾ ਜਾਵੇ ਅਤੇ ਉਹਦੇ 'ਚ ਪੰਜਾਬੀ ਔਰ ਰਾਜਸਥਾਨੀ ਉਹਨੇ ਹਮੇਸ਼ਾ ਸਦੀਆਂ ਤੋਂ ਇੱਥੇ ਜਿਹੜਾ ਹੈ ਉਹ ਗਾਲਬ ਰਿਹਾ, ਫਿਰ ਬੰਗਾਲੀ ਆਉਂਦਾ ਜਾਂ ਬਾਕੀ। ਲੇਕਿਨ ਕਿਉਂਕਿ ਅਸੀਂ ਅੱਜ ਤੱਕ ਆਪਣੇ ਨਾ ਕਲਚਰ ਨੂੰ ਮੰਨਿਆ ਔਰ ਨਾ ਆਪਣੀ ਜ਼ੁਬਾਨ ਨੂੰ ਮੰਨਿਆ ਔਰ ਨਾ ਆਪਣੀ ਜ਼ੁਬਾਨ ਦੇ ਨਾਲ ਜੁੜੇ ਹੋਏ ਹਾਂ। ਅਗਰ ਸਾਰਿਆਂ ਸੂਬਿਆਂ ਦੇ ਵਿੱਚ ਮਾਦਰੀ ਜ਼ੁਬਾਨ 'ਚ ਤਾਲੀਮ ਦਿੱਤੀ ਜਾ ਰਹੀ ਹੈ ਅਤੇ ਪੰਜਾਬ 'ਚ ਕਿਉਂ ਨਹੀਂ? ਜਾਂ ਉਹ ਬੇਵਕੂਫ ਨੇ ਜਾਂ ਸਾਰੀ ਦੁਨੀਆ ਦੇ ਲੋਕ ਪੜ੍ਹੇ ਲਿਖੇ ਜਿਹੜੇ ਲਿਸਾਨੀਆਤ ਦੇ ਮਾਹਿਰ ਨੇ, ਸਾਈਕੋਲੋਜਿਸਟ ਨੇ, ਉਹ ਬੇਵਕੂਫ ਨੇ, ਅਤੇ ਜਾਂ ਅਸੀਂ ਹਾਂ। ਅਤੇ ਮੇਰਾ ਖਿਆਲ ਹੈ ਅਸੀਂ ਹੈਗੇ ਹਾਂ ਕਿ ਅਸੀਂ ਆਪਣੇ ਏਡੇ ਵੱਡੇ ਸਰਮਾਏ ਨੂੰ ਛੱਡੀ ਬੈਠੇ ਹਾਂ ਜਿਹਦਾ ਦੁਨੀਆ ਦੇ ਵਿੱਚ ਮੁਕਾਬਲਾ ਕੋਈ ਨਹੀਂ। ਸੂਫੀਆ ਤੋਂ ਲੱਗ ਕੇ ਸਾਡੀ ਲੋਕ ਸ਼ਾਇਰੀ, ਲੋਕ ਬਾਤਾਂ, ਔਰ ਮੈਂ ਅੱਗੇ ਵੀ ਗੱਲ ਕਰਨਾ ਵਾਂ ਕਿ ਜਦੋਂ ਬਾਬਾ ਫਰੀਦ ਦੀ ਸ਼ਾਇਰੀ ਦਾ ਤੂਤੀ ਬੋਲਦਾ ਸੀ ਪੰਜਾਬ ਦੇ ਵਿੱਚ, ਅਤੇ ਉਦੋਂ ਤਾਂ ਸ਼ੈਕਸਪੀਅਰ ਦਾ ਦਾਦਾ ਵੀ ਨਹੀਂ ਸੀ ਦੁਨੀਆ 'ਤੇ ਅਜੇ ਆਇਆ। ਅਤੇ ਸਾਨੂੰ ਜਦੋਂ ਇਹ ਫਖਰ ਕਰਨਾ ਆ ਜਾਏਗਾ ਆਪਣੀ ਜ਼ੁਬਾਨ 'ਤੇ ਫਿਰ ਅਸੀਂ ਇਸ ਜ਼ੁਬਾਨ 'ਚ ਲਿਖਣ ਵਾਲੇ ਸ਼ਾਇਰਾਂ ਦੀ ਵੀ ਕਦਰ ਉਸੇ ਤਰ੍ਹਾਂ ਹੀ ਕਰਾਂਗੇ ਜਿਸ ਤਰ੍ਹਾਂ ਕਿ ਅੱਜ ਅਸੀਂ ਸਈਦ ਵੱਟੂ ਹੋਰਾਂ ਦੀ ਕਰ ਰਹੇ ਹਾਂ। ਬਹਰਹਾਲ ਇਹਨਾਂ ਦੀ ਸ਼ਾਇਰੀ ਜਿਹੜੀ ਹੈ ਉਹ ਸਮਾਜੀ ਹਵਾਲੇ ਨਾਲ ਬਹੁਤ ਅਹਿਮ ਹੈ। ਜਿੰਨੇ ਸਮਾਜ ਦੇ ਵਿੱਚ ਮਸਲੇ ਮੌਜੂਦ ਨੇ ਉਹਦਾ ਵੀ ਅਹਾਤਾ ਕਰਦੀ ਹੈ, ਕਿਧਰੇ ਕਿਧਰੇ ਰੋਮਾਨਵੀ ਜਜ਼ਬੇ ਵੀ ਨੇ, ਔਰ ਉਹਦੇ ਨਾਲ ਨਾਲ ਕਲਚਰਲ ਔਰ ਜਿਹੜੀ ਲਫ਼ਜ਼ਾਲਵੀ ਮੈਡਮ ਵੀ ਗੱਲ ਕਰ ਰਹੇ ਸਨ ਇਹਨਾਂ ਨੇ ਵਰਤੀ ਹੈ ਔਰ ਸਾਂਭੀ ਹੈ, ਉਹ ਬਹੁਤ ਅਹਿਮ ਹੈ। ਔਰ ਇਹ ਜ਼ਰੂਰ ਹੋਣਾ ਚਾਹੀਦਾ ਹੈ। ਠੀਕ ਹੈ, ਜ਼ੁਬਾਨ 'ਚੋਂ ਲਫ਼ਜ਼ ਆਉਂਦੇ ਨੇ, ਨਿਕਲ ਜਾਂਦੇ ਨੇ, ਨਵੇਂ ਆ ਜਾਂਦੇ ਨੇ। ਜ਼ੁਬਾਨ ਹਮੇਸ਼ਾ ਉਹ ਹੀ ਜ਼ਿੰਦਾ ਰਹਿੰਦੀ ਹੈ ਜਿਹਦੇ ਵਿੱਚ ਲਚਕ ਹੁੰਦੀ ਹੈ, ਲੇਕਿਨ ਸ਼ਾਇਰ ਔਰ ਅਦੀਬ ਜਿਹੜਾ ਹੈ ਉਹ ਆਪਣੇ ਜ਼ੁਬਾਨ ਦੇ ਉਹਨਾਂ ਲਫ਼ਜ਼ਾਂ ਨੂੰ ਵੀ ਇਸ ਤਰ੍ਹਾਂ ਜਾਂ ਇੰਨੇ ਚੰਗੇ ਢੰਗ ਨਾਲ ਵਰਤਦਾ ਹੈ ਕਿ ਉਹ ਓਪਰੇ ਨਹੀਂ ਲੱਗਦੇ, ਔਰ ਨਵੇਂ ਪੜ੍ਹਨ ਵਾਲਿਆਂ ਨੂੰ ਖੁਦ ਬਖੁਦ ਜਿਹੜਾ ਉਹਦੇ ਮਾਣੀ ਸਮਝ ਆ ਜਾਂਦੇ ਨੇ,
ਔਰ ਇਹ ਕੰਮ ਜਿਹੜਾ ਹੈ ਉਹ ਸਈਦ ਵੱਟੂ ਹੋਰਾਂ ਨੇ ਬਾਵਾਂ ਦੀ ਬੁੱਕਲ ਦੇ ਵਿੱਚ ਕੀਤਾ ਹੈ। ਮੈਂ ਦੂਸਰੀ ਵਾਰ ਇਹਨਾਂ ਨੂੰ ਫਿਰ ਮੁਬਾਰਕ ਦਿਆਂਗਾ, ਇੱਕ ਅੱਛੀ ਤਕਰੀਬ ਤੇ ਔਰ ਇੱਕ ਵਧੀਆ ਕਿਤਾਬ ਤੇ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਪ੍ਰੋਫੈਸਰ ਡਾਕਟਰ ਆਬਾਦ ਨਬੀਲ ਸ਼ਾਹ ਸਾਹਿਬ। ਅੱਛਾ ਜੀ, ਸਾਡੇ ਇਸੇ ਦਰਮਿਆਨ ਜਿਹੜੇ ਨਾ ਜੀ ਸਾਡੇ ਦੋਸਤ ਸਦਰ ਸ਼ੁਬਾ ਪੰਜਾਬੀ ਜ਼ਿਮੀਦਾਰ ਪੋਸਟ ਗ੍ਰੈਜੂਏਟ ਕਾਲਜ ਗੁਜਰਾਤ ਤੋਂ ਵਸੀਮ ਗਰਦੇਜੀ ਸਾਹਿਬ। ਵਸੀਮ ਗਰਦੇਜੀ ਸਾਹਿਬ ਵੀ ਪੰਜਾਬੀ ਖੇਤਰ ਵਿੱਚ ਜੀ ਇਹਨਾਂ ਦਾ ਬਹੁਤ ਬੜਾ ਨਾਮ ਹੈ ਅਤੇ ਇਹਨਾਂ ਦੀ ਇਸ ਕਿਤਾਬ ਦੇ ਉੱਤੇ ਫੰਕਸ਼ਨ 'ਤੇ ਆਉਣਾ ਅਤੇ ਵਰਕਿੰਗ ਡੇ 'ਚ ਆਉਣਾ ਇਹ ਬਹੁਤ ਜ਼ਿਆਦਾ ਜਿਹੜਾ ਨਾ ਜੀ ਅਹਿਮ ਹੈਗਾ ਵੇ। ਬਾਕੀ ਤਮਾਮ ਦੋਸਤਾਂ ਦਾ ਵੀ ਬਹੁਤ ਸ਼ੁਕਰੀਆ ਕਿ ਜਿਹੜੇ ਇਤਨੇ ਖੂਬਸੂਰਤ ਕਿਤਾਬ ਦੀ ਰੂਨਮਾਈ ਦੇ ਵਿੱਚ ਆਏ। ਔਰ ਮੈਂ ਇੱਕ ਦਫਾ ਫਿਰ ਕਾਸਿਮ ਅਲੀ ਸ਼ਾਹ ਫਾਊਂਡੇਸ਼ਨ ਨੂੰ ਵੀ, ਮੇਰਾ ਪਹਿਲੀ ਦਫਾ ਇੱਥੇ ਆਉਣਾ ਹੋਇਆ ਔਰ ਇਹਨਾਂ ਦਾ ਮਾਹੌਲ ਵੇਖ ਕੇ ਮੇਰਾ ਦਿਲ ਬਹੁਤ ਖੁਸ਼ ਹੋਇਆ। ਇਹਨਾਂ ਦਾ ਇੰਤਜ਼ਾਮ ਬਹੁਤ ਅੱਛਾ ਵੇ ਅਤੇ ਪੰਜਾਬ ਕਮ ਸੇ ਕਮ ਇਹ ਹੋਇਆ ਕਿ ਲਾਹੌਰ ਦੇ ਵਿੱਚ ਇੱਕ ਅੱਛਾ ਫੋਰਮ ਮਿਲ ਗਿਆ ਸਾਨੂੰ, ਜਿੱਥੇ ਕੋਈ ਅੱਛੀ ਜਗ੍ਹਾ 'ਤੇ ਇੱਕ ਤਕਰੀਬ ਹੋ ਸਕਦੀ ਹੈ। ਮੈਂ ਅਦਾਰਿਆਂ ਨੂੰ ਇੱਕ ਦਫਾ ਫਿਰ ਮੁਬਾਰਕਬਾਦ ਦਿੰਦਾ। ਪਿਆਰ ਕਰਨ ਨੂੰ ਜੀਅ ਕਰਦਾ ਏ, ਫਿਰ ਮਰਨ ਨੂੰ ਜੀਅ ਕਰਦਾ ਏ, ਜਿੱਥੇ ਹੱਥਾਂ ਦੇ ਵਿੱਚ ਹੱਥ ਜੇ ਹੋਵਣ ਅਤੇ ਨਾਲ ਟੁਰਨ ਨੂੰ ਜੀਅ ਕਰਦਾ ਹੈ। ਬਹੁਤ ਖੂਬਸੂਰਤ ਸ਼ੇਅਰ ਜਨਾਬ ਡਾਕਟਰ ਸਈਦ ਅਹਿਮਦ ਵੱਟੂ ਸਾਹਿਬ। ਲਓ ਜੀ, ਸਾਡੇ ਸਟੇਜ ਦੇ ਉੱਤੇ ਮੈਂ ਆਉਣਾ। ਸਟੇਜ 'ਤੇ ਸਾਡੇ ਦਰਮਿਆਨ ਪਹਿਲੇ ਨੇ ਪ੍ਰੋਫੈਸਰ ਡਾਕਟਰ ਮੁਹੰਮਦ ਅਹਿਸਾਨ ਮਲਕ, ਐਡਮਿਨਿਸਟ੍ਰੇਸ਼ਨ ਲਾਹੌਰ, ਲੀਡਜ਼ ਯੂਨੀਵਰਸਿਟੀ ਲਾਹੌਰ ਤੋਂ। ਬਹੁਤ ਸਾਰੀਆਂ ਤਾਲੀਆਂ 'ਚ ਪ੍ਰੋਫੈਸਰ ਡਾਕਟਰ ਅਹਿਮਦ ਅਹਿਸਾਨ ਮਲਕ। ਸਭ ਤੋਂ ਪਹਿਲਾਂ ਤਾਂ ਮੈਂ ਬੜਾ ਹੀ ਸ਼ੁਕਰਗੁਜ਼ਾਰ ਹਾਂ, ਇੱਕ ਤਾਂ ਦੀਦਾਰ ਹੋਇਆ ਅਤੇ ਸਾਡੇ ਫੋਨ ਕਰਨ ਨਾਲ ਉਹ ਤਸ਼ਰੀਫ ਲਾਇਆ ਹੈ ਪ੍ਰੋਫੈਸਰ ਡਾਕਟਰ ਇਸਮਤੁੱਲਾ ਜ਼ੈਦ ਸਾਹਿਬ। ਬੜਾ ਵਕਤ ਗੁਜ਼ਾਰਿਆ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ, ਅਤੇ ਜਦੋਂ ਅਸੀਂ ਪੰਜਾਬੀ ਭੁੱਲ ਜਾਂਦੇ ਸਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਾਲੇ, ਅਤੇ ਫਿਰ ਓਰੀਐਂਟਲ ਕਾਲਜ ਵਿੱਚ ਹਰ ਸਾਲ ਇੱਕ ਤਕਰੀਬ ਹੁੰਦੀ ਸੀ ਜਿੱਥੇ ਸਾਨੂੰ ਸਾਗ ਖਵਾ ਜਾਂਦਾ ਸੀ, ਗੰਦਲਾਂ ਦਾ ਸਾਗ ਅਤੇ ਮੱਖਣ ਮਕਈ। ਔਰ ਬੜੇ 2 ਦਿਨ ਉੱਥੇ ਕਾਨਫਰੰਸ ਰਹਿੰਦੀ ਸੀ ਅਤੇ ਬੜਿਆਂ ਲੋਕਾਂ ਨਾਲ ਮੁਲਾਕਾਤ ਹੁੰਦੀ ਸੀ। ਅਕਰੋਸ ਦੀ ਬਾਰਡਰ ਵੀ ਲੋਕ ਆਉਂਦੇ ਸਨ। ਮੈਂ ਜਦੋਂ ਵੀ ਦੋਸਤ ਅਬਾਬ ਵਿੱਚ ਆਉਣਾ ਵਾਂ, ਦਰਅਸਲ ਗੋ ਮੇਰਾ ਸਾਰਾ ਫੀਲਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ ਹੈ ਮੈਟ੍ਰਿਕ ਤੋਂ ਬਾਅਦ। ਮੈਂ ICOM ਕੀਤਾ, BCom, MCom। ਮੈਂ ਤੁਹਾਡੇ ਮੁਲਕ ਦਾ ਪਹਿਲਾ PhD ਹਾਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ। ਇਸ ਤੋਂ ਪਹਿਲੇ PhD ਕੋਈ ਨਹੀਂ ਸੀ। ਅਸਲ ਜਿਹੜੀ ਚੀਜ਼ ਹੈ ਨਾ ਕਿ ਅਸੀਂ ਸਾਰੇ ਕਹਿ ਰਹੇ ਹਾਂ, ਹੁੰਦੀ ਕਿਉਂ ਨਹੀਂ ਪਈ। ਮਸਲਨ ਮੈਂ ਬੜੀ ਦਫਾ ਪੰਜਾਬ ਸੂਬਾ ਸਰਹੱਦ ਦੀਆਂ KPK ਦੀਆਂ ਯੂਨੀਵਰਸਿਟੀਆਂ 'ਚ ਗਿਆ ਵਾਂ, ਬੋਰਡ ਆਫ ਸਟੱਡੀ ਦੇ ਵਿੱਚ ਮੀਟਿੰਗ ਹੋ ਰਹੀ ਹੁੰਦੀ ਹੈ। ਉਹ ਸਾਰੀ ਮੀਟਿੰਗ ਪ੍ਰੋਸੀਡਿੰਗ ਵਿੱਚ ਇੰਗਲਿਸ਼ ਵਿੱਚ ਹੈ, ਕਦੀ ਉਰਦੂ ਯਾਨੀ ਕਿ ਬੋਲ ਲੈਂਦੇ ਹਾਂ, ਲੇਕਿਨ ਉਹ ਜਦੋਂ ਵੀ ਆਪਸ ਵਿੱਚ ਗੱਲ ਕਰਦੇ ਸਨ ਨਾ, ਹਾਲਾਂਕਿ ਉਹ ਮੀਟਿੰਗ ਬੜੀ ਫਾਰਮਲ ਹੈ, ਉਹ ਪਸ਼ਤੋ 'ਚ। ਮੈਂ ਫਿਰ ਸਿੰਧ ਯੂਨੀਵਰਸਿਟੀ 'ਚ ਗਿਆ, ਉੱਥੇ ਫਿਰ ਮੈਂ ਕਿਉਂਕਿ ਮੇਰੇ ਯਾਰ ਵੀ ਨੇ, ਦੋਸਤ ਵੀ ਸਨ, ਮੈਂ ਆਖਿਆ ਗੱਲ ਸੁਣੋ, मैं फिर पंजाबी बोला था। हमारी एक फॉर्मल मीटिंग है जिस पे हमें ये है तो यही पई होंगी, कहता माड़ा बस पहले जनाब गल ये कि साढ़े नाल धराव ये होया है कि एचईसन कॉलेज लाहौर बनाया गया है सूबे के किसी होर मतलब पाकिस्तान के किसी होर शहर जिस सूबे च नहीं बनाया गया। इंग्लिश मीडियम सब तो ज़्यादा स्कूल तुहाडे इत्थे ने। मैं कंट्रोल एग्जामिनेशन बनया 2000 ਦੇ ਵਿੱਚ ਤੇ ਸਾਰੀਆਂ ਡਿਗਰੀਆਂ ਦੇ ਵਿੱਚ ਇੱਕ ਪਾਸੇ ਉਰਦੂ ਇੱਕ ਪਾਸੇ ਅੰਗਰੇਜ਼ੀ ਹੈ। ਉਹ ਜਿਹੜੀ ਸਾਡੀਆਂ ਪੁਰਾਣੀਆਂ ਡਿਗਰੀਆਂ ਨੇ ਉਹਨਾਂ ਦਾ ਕੋਈ ਸਟੈਂਡਰਡ ਕੋਈ ਨਹੀਂ ਸੀ। ਜੇ ਅਸੀਂ ਇੱਕ ਉਹਦਾ ਪੋਰਸ਼ਨ ਇੰਗਲਿਸ਼ ਵਾਲਾ ਫੋਟੋ ਸਟੇਟ ਕਰਵਾਉਂਦੇ ਸਾਂ ਤੇ ਉਰਦੂ ਵਾਲਾ ਰਹਿ ਜਾਂਦਾ ਸੀ। ਮੈਂ ਕੰਟਰੋਲਰ ਬਣਿਆ, ਮੈਂ ਉਹ ਸਾਰੀਆਂ ਸਟੱਡੀਜ਼ ਜਿਹੜੀਆਂ ਹੈ ਸਨ ਉਹਦੇ 'ਚੋਂ ਸਟੈਚੂਟਰੀ ਬਾਡੀ 'ਚ ਉਹਨੂੰ ਕਰਾ ਕੇ मैं आख्या फिर उर्दू का पोर्शन कट दो, सिर्फ अंग्रेजी रहन दो। वो जो होया तो अकैडमिक कौंसल हुई तो ओरिएंटल कॉलेज वाले सारे जोड़े सन उन्हों का हक से जो उन्होंने मेरे नाल करना सी उन्होंने वो पार्टिसिपेट किया। मेरा एको सवाल होया उन्होंने, मैं आख्या जी मैनू ये दसो कि तुहाडे विचों किहड़ा पंजाबी का प्रोफैसर है, उर्दू का प्रोफैसर है, फारसी का प्रोफैसर है, अरबी का प्रोफैसर है, तुसीं सारे बैठे हो तो ਤੁਹਾਡੇ 'ਚੋਂ ਕਿਹੜਾ ਜਿਹਦਾ ਬੱਚਾ ਇੰਗਲਿਸ਼ ਮੀਡੀਅਮ ਸਕੂਲ 'ਚ ਨਹੀਂ ਜਾ ਰਿਹਾ। और मैं आपको बताऊं कि मेरी अल्हम्दुलिल्लाह ये अल्लाह के फजल से ज़ैद साहब जानते हैं, बाकी दोस्त बैठे हैं, मैं फाइनेंशियली भी बाकी प्रोफेसरों से स्ट्रांग था।
لیکن آپ بڑے خوش ہوں گے کہ میرے چاروں بچے پنجاب یونیورسٹی میں ہی پیدا ہوئے, میں وہیں رہا. میں نے کسی ایک بچے کو انگلش میڈیم اسکول میں نہیں بھیجا. جدوں بھی میٹنگ ہوئی پروفیسراں دی, وہ تو کتنے بھیج رہا ہے, وہ میں پھر ذرا ہس کے ٹال دینا سی. میں آخیا انہاں دے دادے نے مینوں نہیں بھیجا, میں انہوں نے نہیں بھیجنا. الحمدللہ میرے وہ چاروں بچے, جتنے میرے دوستوں کے بچے ہیں انگلش میڈیم میں پڑھے ہیں, وہ اس مقام میں نہیں پہنچے جہاں میرے بچے پہنچے. مثلا صرف انگریزی بولن میں نالج کیا دیتا, کیوں بھائی؟ دوسری گل یہ کہ قرآن دی آیت ہے کہ یا ایھا الذین آمنوا لما تقولون ما لا تفعلون. اب قرآن جب ٹرم دو استعمال کرتا ہے, ایک یا ایھا الناس, ایک یا ایھا الذین آمنوا, آپ سب کو پتہ ہے ان دونوں کا ترجمہ. وین قرآن سیز یا ایھا الذین آمنوا, آپ اور میں غلام محمد, اور جب یا ایھا الناس کا ذکر کرتا ہے پھر وہ پوری دنیا کے لیے میسج دیتا ہے. اور یہ حکم صرف ہمارے لیے ہے کہ یا ایھا الذین آمنوا لما تقولون ما لا. عربی اتنی آسان ہے, اتنی آسان ہے. مثلا تے نو ہٹا دو, تقولون تے قول بن گیا. اسی لفظ استعمال کرنا تو قولاں دا ہی جھوٹا ہے. ما لا تفعلون تے ہٹا دو تو فعل بن گیا. اصل مسئلہ ہے کہ اے ایمان والو, وہ بات کیوں کہتے ہو جو کرتے نہیں ہیں. ہمیں دراصل انگریز جتنا خوش ہویا ہے اتنے رول کر کے ساڈے حصے نوں, یہ کسی جگہ تے خوش نہیں ہوا. تو پھر اس بولی تے جتنے 200 سال لگ جان انہوں میں تبدیل کراں یا انہوں تے بڑا مشکل ہو جاتا ہے. لیکن بہرحال یہ تے گل آ گئی, کیونکہ میں جتنے تسی سارے دانشور سو تھوڑی میں گلاں سن رہا سا, اسی کدوں بولیے, اسی کدوں فخر کریے, اسی کدوں کس تک جائیے. نہیں, اس طرح نہیں ہونا. جدوں میں سب کچھ ہوندے ہاں پنجابی بولاں نا تو پھر دنیا تبدیل ہوئی تھی. میرے یہ سارے دوست جتنے بھی اہل زبان یا جتنے بھی یہ لوگ ہیں سارے لینگویجز دے, اے آفرین ہے اور میرا سلوٹ ہے انہوں کہ سب کچھ حالات دے باوجود وہ اپنی اسے لے تے نے, وہ اتھی کھڑے نے اور انہوں نے کہا نہیں اسی یہ کام کرنا ہے. ساڑھے دے بندے تھا اس طرح لوگوں نے سکھاندے ہی ہیں جا کہ زندگی پیسہ جا یار, ہاؤ ٹو میک منی. یہ جو لفظ ہے نا یہ بزنس نہیں ہے, یہ لفظ ہے بیزینس. یہ غلط تو ہم بولتے ہیں انگلش میں کہ بزنس ایڈمنسٹریشن, نو نو نو. اچھا اور ذرا دیکھنا, بیزینس یہ ترجمہ ہو گیا مصروفیت. تو اگر اس یہ ترجمہ اردو چ کریے, لیکن میرا خیال یہ فارسی ہے, اقبال شاہ صاحب چلے گئے نے, کار و بار, کاروبار, رائٹ. اب مصروفیت دے وچ یہ کہ کار کرو تے بار بار کرو. اسی تے اس مثلا معاملات دے وچ ایسا 2004 دے وچ سانو پرویز الہی صاحب لے کے گئے مشرقی پنجاب. اسی سارے چوں دو سا جڑے اتنے بولنا سی کہ ایکسپورٹ اینڈ امپورٹ بٹوین مشرقی پنجاب اینڈ پیاز آندا ہے تے کی آندا ہے, وہ میں انگریزی چ لکھ کے لے گیا. تے پٹیالہ دے وچ انہوں نے پوری یونیورسٹی بنائی ہے, وہ دا نام ہے پنجاب بی یونیورسٹی, پنجاب بی. تے جیڑی پنجاب یونیورسٹی وہ نال ہی چندی گڑھ چ ہے. یہ 1935 دے وچ تہاڈی پنجاب یونیورسٹی دا کیمپس ہی ہوتے. اوکے اچھا خیر ٹائم بھی بڑا شارٹ ہے اور اسی بندے کدھر ٹر پے ہاں. اتھے میں جدوں آیا تے وہ سارے سکھ تے سکھنیاں جتنے انٹرنیشنل آئے سن, کینیڈا تو انگلینڈ تو, وہ بیٹھے ہوئے. میں جناب اتنے گیا تے وہ سکھ نے آخیا جناب یہ 3 دن تو تہاڈی اسی خدمت کر رہے ہیں تے کانفرنس دا نام ہی پنجابی ہے تے یونیورسٹی دا نام ہی پنجابی ہے تے تسی بھی پنجاب تو آئے ہو. خیر وہ اسی پنجابی بول ہی گئے, وہ جو بھی سلسلہ ایسی ہوتا. اصل یہ ہے کہ دیکھیں سکھ اس وقت تیسری لینگویج کینیڈا دے وچ جڑی ہے اور ریکگنائز کرائی ہے پنجابی زبان. مثلا میرج کوئی گر باقی بھی تھے ہون نا, لوگ لکھ کہہ لے اسی جھوٹ بولنے ہیں کہ سانو دولت پسند نہیں. او بھائی دولت کے علاوہ گزارا بھی کوئی نہیں. فرق صرف یہ ہے کہ کمائی ہے یا بنائی ہے.
ਬਸ ਕਮਾਉਣ ਵਾਲੀ ਜਿਹੜੀ ਦੌਲਤ ਹੁੰਦੀ ਹੈ ਉਹ ਕੌਮਾਂ ਨੂੰ ਸੰਵਾਰ ਜਾਂਦੀ ਹੈ ਤੇ ਬਣਾਈ ਹੋਈ ਜਿਹੜੀ ਦੌਲਤ ਹੈ ਉਹ ਕੌਮ ਨੂੰ ਉਜਾੜ ਦਿੰਦੀ ਹੈ, ਚੰਦ ਇੱਕ ਲੋਕਾਂ ਨੂੰ ਬਣਾ ਜਾਂਦੀ ਹੈ। ਬਹਰਹਾਲ ਸਈਦ ਭੱਟੋ ਸਾਹਿਬ ਅੰਦਾਜ਼ਾ ਲਾਓ ਕਿ ਅੰਗਰੇਜ਼ੀ 'ਚ ਇਹਨੇ MSc ਕੀਤਾ, ਅੰਗਰੇਜ਼ੀ 'ਚ ਇਹਨੇ PhD ਕੀਤਾ, ਅੰਗਰੇਜ਼ੀ 'ਚ ਇਹਨੇ ਥੀਸਿਸ ਲਿਖਿਆ ਤੇ ਇਹ ਫਿਰ ਵੀ ਨਹੀਂ ਭੁੱਲਿਆ ਕਿ ਮੈਂ ਵੱਟੂ ਹਾਂ ਔਰ ਮੈਂ ਪੰਜਾਬ ਤੋਂ ਹਾਂ। ਉਹ ਮੈਂ ਪਿਛਲੀ ਦਫਾ ਵੀ ਕਿਹਾ ਸੀ, ਹੁਣ ਵੀ ਕਹਿ ਰਿਹਾ ਕਿ ਸ਼ੇਕਸਪੀਅਰ ਨੇ ਕਿਹਾ ਸੀ ਕਿ ਪੋਇਟਰੀ ਇਜ਼ ਨਾਟ ਰਿਟਨ ਬਾਈ ਰੀਜ਼ਨ, ਇਟ ਇਜ਼ ਅ ਗਿਫਟ ਆਫ ਗॉड। ਬਤੂਲ ਸਾਹਿਬਾ ਕਹਿ ਰਹੀਆਂ ਸਨ ਕਿ ਲੋਕ ਇਹਨੇ ਇਸ ਵਾਸਤੇ ਸ਼ਾਇਰੀ ਕੀਤੀ ਨਹੀਂ ਕਿ ਲੋਕ ਮੈਨੂੰ ਕੀ ਕਹਿਣ ਦੇ, ਇਹਨੇ ਆਖਿਆ ਮੈਂ ਸ਼ਾਇਰੀ ਕਰ ਲਈ, ਮੈਂ ਕਿਤਾਬ ਹੀ ਨਹੀਂ ਕਿਸੇ ਨੂੰ ਵਿਖਾਣੀ, ਮੈਂ ਲਿਖ ਦਿੱਤੀ ਹੈ, ਤੁਸੀਂ ਪੜ੍ਹੋ ਨਾ ਪੜ੍ਹੋ, ਲਿਖੀ ਮੈਂ ਪੰਜਾਬੀ ਵਿੱਚ। ਮਤਲਬ ਜਦੋਂ ਹੁਣ ਉਹਨਾਂ ਨੇ ਨਾਂ ਲਿਆ ਉਹਦੇ ਸ਼ੇਰ ਦੇ ਵਿੱਚ ਸੰਨ ਲਾਣੀ, ਹੁਣ ਮੈਂ ਕਿਹਨੂੰ ਦੱਸਾਂ ਸੰਨ ਲਾਣੀ। ਚੋਰ ਆਉਂਦੇ ਸਨ ਸਾਡੇ ਘਰਾਂ ਨੂੰ, ਜਦੋਂ ਸੰਨ ਲਾਉਂਦੇ ਸਨ, ਇਹ ਲਫ਼ਜ਼ ਕਿतना ज़बरदस्त है। अच्छा पेंडू लफ्ज़, लेकिन आप सारे खुश होंगे, मेरी जितने अरसा भी मेरा गुजरा है पंजाब यूनिवर्सिटी में, टोटल 45 साल गुजरा है। मैं 18 साल की उम्र में आया था और 60 साल की उम्र में रिटायर हुआ था। मैं 3 दफ़ा एक्टिंग वाइस चांसलर रहा, मैं डीनशिप कोई ऐसी नहीं कि जिथे VC ने ਜਿਹੜਾ ਆਉਂਦਾ ਸੀ ਉਹ ਕਹਿੰਦਾ ਸੀ ਇਹਨੂੰ ਲਾ ਦਿਓ, ਔਰ ਮੈਂ ਇਹਨਾਂ ਦਾ ਵੀ ਡੀਨ ਰਿਹਾ, ਓਰੀਐਂਟਲ ਕਾਲਜ ਦਾ ਵੀ। ਲੇਕਿਨ ਮੈਂ ਜਿਹੜੇ ਚੰਦ ਦਿਨ ਡੀਨ ਰਹਿੰਦਾ ਸੀ ਨਾ, ਮੈਂ ਆਸ਼ਿਕ ਹੀ ਬਣਾਏ ਨੇ, ਕਿਉਂਕਿ ਮੈਨੂੰ ਇਸ਼ਕ ਕਰਨਾ ਨਹੀਂ ਆਉਂਦਾ, ਮੈਨੂੰ ਮਾਸ਼ੂਕੀਅਤ 'ਚ ਖੁਸ਼ੀ ਹੁੰਦੀ ਹੈ ਔਰ ਉਹ ਨਹੀਂ ਮਿਲ ਸਕਦੀ ਜਦ ਤੱਕ ਤੁਸੀਂ ਲੋਕਾਂ ਨੂੰ ਆਸਾਨੀਆਂ ਨਹੀਂ ਤਕਸੀਮ ਕਰਦੇ। ਗॉड ਬਲੈਸ ਯੂ ਐਂਡ ਥੈਂਕ ਯੂ ਵੈਰੀ ਮਚ। ਜ਼ਰਾ ਮਹਿਮਾਨ ਖਸੂਸੀ ਨੇ ਸਾਡੇ ਰਾਓ ਪਰਵੇਜ਼ ਅਖਤਰ ਸਾਹਿਬ, ਐਡੀਸ਼ਨਲ ਡਾਇਰੈਕਟਰ ਜਨਰਲ ਪੰਜਾਬ ਫੂਡ ਅਥਾਰਟੀ, ਤਸ਼ਰੀਫ ਲਿਆਓ ਸਰ। ਵੱਟੂ ਸਾਹਿਬ ਨਾਲ ਮੇਰਾ ਤਾਲੁਕ 12 ਵਰ੍ਹੇ ਹੋ ਗਏ ਨੇ ਅਤੇ ਇਹਨੂੰ ਮੈਂ ਇਹਦੀ ਜਿਹੜੀ ਪਰਤਫੋਲੀ ਹੈ ਉਹ ਪਹਿਲੀ ਨਾਲੋਂ ਜ਼ਿਆਦਾ ਖੂਬਸੂਰਤ ਨਿਕਲੀ ਹੈ। ਇਹ ਮੇਰੇ ਉਸਤਾਦ ਵੀ ਨੇ, ਮੇਰੇ ਸੱਜਣ ਵੀ ਨੇ, ਮੇਰੇ ਮਿੱਤਰ ਵੀ ਨੇ ਅਤੇ ਇਹਨਾਂ ਨੇ ਸਭ ਤੋਂ ਵਧੀਆ ਜਿਹੜਾ ਕੰਮ ਕੀਤਾ ਕਿ ਪੰਜਾਬੀ ਦੇ ਵਿੱਚ ਸ਼ਾਇਰੀ ਕਰਨਾ। ਕਿਸੇ ਦੋਸਤ ਨੇ ਹੁਣੇ ਗੱਲ ਕੀਤੀ ਸੀ ਕਿ ਨਬ ਸ਼ੁਰੂ ਆਸਾਨ ਤੋਂ ਹੁੰਦਾ ਹੈ ਅਤੇ ਬੰਦਾ ਮੁਸ਼ਕਿਲ ਵੱਲ ਜਾਂਦਾ ਹੈ, ਲੇਕਿਨ ਅਸੀਂ ਗਾਲਿਬ ਨੂੰ ਜਦੋਂ ਸਟੱਡੀ ਕਰਨੇ ਆ, ਗਾਲਿਬ ਦੀ ਜਿਹੜੀ ਇਬਤਦਾਈ ਸ਼ਾਇਰੀ ਹੈ ਉਹ ਇੰਤਹਾਈ ਮੁਸ਼ਕਿਲ ਹੈ। ਉਹ ਖੁਦ ਕਹਿੰਦਾ ਹੈ ਕਿ ਨਬ ਗਾਲਿਬ ਕੋ ਖੁਦ ਸਮਝੇ ਜਾਂ ਖੁਦਾ ਸਮਝੇ। ਆਸਾਨ ਅਲਫਾਜ਼ ਸਲਾਸਤ ਦੇ ਨਾਲ ਅਤੇ ਜਾਮੀਅਤ ਦੇ ਨਾਲ ਭਰਪੂਰ ਸ਼ਾਇਰੀ ਕਰਨਾ ਬਹੁਤ ਵੱਡੇ ਉਸਤਾਦਾਂ ਦਾ ਕੰਮ ਹੁੰਦਾ ਹੈ। ਇਹ ਆਸਾਨ ਕੰਮ ਨਹੀਂ ਹੁੰਦਾ ਅਤੇ ਮਾਂ ਬੋਲੀ ਤੋਂ ਵੱਡੀ ਬੋਲੀ ਕੋਈ ਹੋ ਹੀ ਨਹੀਂ ਸਕਦੀ। ਇਸ ਤੋਂ ਅੱਛੇ ਤਰੀਕੇ ਨਾਲ ਤੁਸੀਂ ਆਪਣਾ ਪੈਗਾਮ ਕਿਸੇ ਨੂੰ ਦੇ ਹੀ ਨਹੀਂ ਸਕਦੇ, ਆਪਣੀ ਮਾਂ ਬੋਲੀ 'ਚ ਪੈਗਾਮ ਦੇਣਾ। ਤੁਸੀਂ ਚਾਈਨਾ ਨੂੰ ਵੇਖ ਲਓ, ਤੁਸੀਂ ਕਿਸੇ ਵੀ ਡਿਵੈਲਪ ਨੇਸ਼ਨ ਨੂੰ ਵੇਖ ਲਓ ਕਿ ਉਹਨਾਂ ਨੇ ਆਪਣੀ ਮਾਂ ਬੋਲੀ ਦੇ ਵਿੱਚ ਆਪਣੇ ਬੱਚਿਆਂ ਨੂੰ ਤਾਲੀਮ ਦਿੱਤੀ ਅਤੇ ਵੱਡੇ ਬੰਦੇ ਪੈਦਾ ਹੋਏ। ਕਿਸੇ ਗੈਰ ਦੀ ਬੋਲੀ ਸਿੱਖਿਆ ਵੱਡਾ ਬੰਦਾ ਪੈਦਾ ਨਹੀਂ ਹੁੰਦਾ। ਉਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਉਹਨੂੰ ਸੋਚਣ ਦਾ ਤਰੀਕਾ ਦੱਸੋ। ਜਦੋਂ ਅਸੀਂ ਮਾਂ ਬੋਲੀ ਦੇ ਵਿੱਚ ਆਪਣੇ ਬੱਚੇ ਨੂੰ ਸੋਚਣ ਦਾ ਤਰੀਕਾ ਦੱਸਾਂਗੇ ਤਾਂ ਉਹਨੇ ਵੱਡਾ ਬੰਦਾ ਬਣਨਾ ਹੈ। ਮੀਡੀਅਮ ਆਫ ਕਮਿਊਨੀਕੇਸ਼ਨ ਨਾਲ ਕੁਝ ਫਰਕ ਨਹੀਂ ਪੈਣਾ, ਲੇਕਿਨ ਅਨਫਾਰਚੂਨੇਟਲੀ ਜਿਸ ਧਰਤੀ ਦੇ ਅਸੀਂ ਹੈਗੇ ਆ, ਮਕਰੂਜ਼ ਹੈਗੇ ਆ, ਇਸ ਧਰਤੀ ਦੇ ਲਈ ਅਸੀਂ ਕੱਖ ਨਹੀਂ ਕੀਤਾ। ਖ਼ਾਸ ਤੌਰ 'ਤੇ ਸਾਡੇ ਜਿਤਨੇ ਵੀ ਪਾਲਿਸੀ ਫਾਰਮੂਲੇਟਰਸ ਨੇ, ਉਹ ਭਾਵੇਂ ਕਿਸੇ ਵੀ ਲੈਵਲ 'ਤੇ ਨੇ, ਉਹਨਾਂ ਨੇ ਕਿਸੇ ਨੇ ਵੀ ਕਦੀ ਨਹੀਂ ਸੋਚਿਆ ਕਿ ਯਾਰ ਸਾਡੀਆਂ ਆਉਣ ਵਾਲੀ ਨਸਲਾਂ ਵਾਸਤੇ ਕੀ ਬਿਹਤਰ ਹੈ। ਅਸੀਂ ਹਮੇਸ਼ਾ ਅੱਜ ਦਾ ਸੋਚਿਆ, ਕੱਲ੍ਹ ਦੀ ਕੱਲ੍ਹ ਵੇਖਾਂਗੇ, ਅਤੇ ਉਹ ਕੱਲ੍ਹ ਕਦੇ ਨਹੀਂ ਆਈ। 1849 ਦੇ ਵਿੱਚ ਅੰਗਰੇਜ਼ ਨੇ ਅਨੈਕਸੇਸ਼ਨ ਕੀਤੀ ਪੰਜਾਬ ਦੀ, ਅਤੇ 1857 ਦੇ ਵਿੱਚ ਹਜੇ ਉਹ ਲੜਦਾ ਪਿਆ ਸੀ ਉਸ ਇਲਾਕੇ ਨਾਲ ਜਿੱਥੋਂ ਦਾ ਮੈਂ ਰਹਿਣ ਵਾਲਾ। ਮੇਰੀ ਮਾਂ ਬੋਲੀ ਨਹੀਂ ਹੈਗੀ, ਠੀਕ, ਮੈਨੂੰ ਦੁੱਖ ਹੈਗਾ ਕਿ ਮੇਰੇ ਵੱਡੇ ਉੱਥੇ ਲੜਦੇ ਪਏ ਸਨ ਅੰਗਰੇਜ਼ ਨਾਲ, ਅਤੇ ਤੁਹਾਡੇ ਵੱਡੇ ਉੱਥੇ ਅੰਗਰੇਜ਼ ਦਾ ਸਾਥ ਦੇ ਰਹੇ ਸਨ। ਲੇਕਿਨ ਸੋਚਣ ਵਾਲੀ ਗੱਲ ਕੀ ਹੈਗੀ ਹੈ ਕਿ ਅਸੀਂ ਅੱਜ ਸਰਵਾਈਵ ਕਰ ਗਏ ਹਾਂ ਇੱਥੇ, ਕੱਲ੍ਹ ਅਸੀਂ ਸਰਵਾਈਵ ਨਹੀਂ ਕਰ ਪਾਵਾਂਗੇ। ਅਸੀਂ ਆਪਣੀ ਆਉਣ ਵਾਲੀ ਨਸਲਾਂ ਵਾਸਤੇ ਕੁਝ ਕਰੀਏ, ਆਪਣੀ ਮਾਂ ਬੋਲੀ ਨੂੰ ਫਰੋਗ ਦੇਈਏ। ਅਤੇ ਸਈਦ ਵੱਟੂ ਸਾਹਿਬ ਦੀ
ਇਹ ਜਿਹੜੀ ਇਹਨਾਂ ਜ਼ੁਬਾਨ ਵਰਤੀ ਹੈ ਬਹੁਤ ਸਾਦਾ, ਬਹੁਤ ਮੌਸੀਕੀਤ ਵੀ ਹੈ, ਅਤੇ ਇਸ ਤੋਂ ਅੱਛੇ ਅੰਦਾਜ਼ ਦੇ ਵਿੱਚ ਕੋਈ ਛੋਟੀ ਬਹਿਰ ਦੇ ਵਿੱਚ ਖਾਸ ਤੌਰ 'ਤੇ ਜਿਹੜੀਆਂ ਗਜ਼ਲਾਂ ਲਿਖੀਆਂ ਨੇ ਇਹਨਾਂ ਨੇ ਉਹ ਬਹੁਤ ਕਾਬਲੇ ਤਹਿਸੀਨ ਨੇ, ਕਾਬਲੇ ਸਤਾਇਸ਼ ਨੇ। ਮੈਂ ਤਾਂ ਸਿਰਫ ਸ਼ਾਇਰਾਂ ਨੂੰ ਮੰਨਣ ਵਾਲਾ ਸ਼ਾਇਰ ਨਹੀਂ ਹੈਗਾ, ਠੀਕ। ਅਤੇ ਮੈਂ ਇਸ ਵਾਸਤੇ ਮੈਂ ਇਸ 'ਤੇ ਕੋਈ ਜ਼ਿਆਦਾ ਤਨਕੀਦ ਤੇ ਨਹੀਂ ਕਰ ਸਕਦਾ, ਲੇਕਿਨ ਇਹ ਦੀ ਜ਼ਰੂਰਤ ਨੂੰ ਮਹਿਸੂਸ ਕਰਨਾ ਕਿ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਖਾਸ ਤੌਰ ਜਿਹੜੇ ਇਹਨਾਂ ਮਤਰੂਕ ਅਲਫਾਜ਼ ਨੂੰ ਦੁਬਾਰਾ ਜ਼ਿੰਦਗੀ ਦਿੱਤੀ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਸੀ। ਮੈਂ ਸਈਦ ਵੱਟੂ ਸਾਹਿਬ ਨੂੰ ਮੁਬਾਰਕਬਾਦ ਪੇਸ਼ ਕਰਨਾ, ਅਤੇ ਮੈਂ ਤਾਂ ਕਹਾਂਗਾ ਕਿ ਤੁਹਾਡੀ ਧਰਤੀ ਨੂੰ ਮੁਬਾਰਕਬਾਦ ਪੇਸ਼ ਕਰਨਾ ਕਿ ਉਹਦੇ 'ਚ ਅੱਜ ਦੀ ਵੀ ਇਹੋ ਜਿਹੀ ਖੂਬਸੂਰਤ ਸ਼ਾਇਰੀ ਹੋਣ ਰਹੀ ਹੈ, ਅਤੇ ਇਸ ਜ਼ੁਬਾਨ ਨੂੰ ਕਦੇ ਵੀ ਮੌਤ ਨਹੀਂ ਆ ਸਕਦੀ। ਥੈਂਕ ਯੂ। ਲਓ ਜੀ, ਮੈਂ ਹੁਣ ਇਸ ਤੋਂ ਪਹਿਲੇ ਰਾਓ ਪਰਵੇਜ਼ ਅਖਤਰ ਸਾਹਿਬ ਆਪਣੀ ਗੁਫ਼ਤਗੂ ਕਰ ਰਹੇ ਸਨ, ਬੜੀ ਪਿਆਰੀ ਜੱਚੇ ਤੁਲੇ ਲਫ਼ਜ਼ਾਂ ਦੇ ਵਿੱਚ। ਮੈਂ ਪੰਜਾਬ ਦੇ ਰਹਿਣ ਵਾਲਾ, ਸਦਾ ਖੈਰ ਪੰਜਾਬ ਦੀ ਮੰਗਦਾ ਹਾਂ, ਟੋਟਾ ਕਿਸੇ ਸੁਹਾਗਣ ਦੀ ਨੱਥ ਤਾਂ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ, ਟੋਟਾ ਕਿਸੇ ਪੰਜਾਬਣ ਦੀ ਵੰਗਦਾ ਹਾਂ। ਤੇ ਲਓ ਜੀ, ਬਹੁਤ ਸਾਰੀ ਤਾਲੀਆਂ 'ਚ ਜਨਾਬ ਵਸੀਮ ਗਰਦੇਜੀ ਸਾਹਿਬ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਤਸ਼ਰੀਫ ਲਿਆਓ। ਉਸਤਾਦ मोहतरम जनाब डॉक्टर सुमतुल्लाह ज़ाहिद साहब, जनाब परवेज़ साहब, जनाब वट्टू साहब और सारे आदरयोग साढ़े परौने, अस्सलाम वालेकुम। दो पंजाबी के लफज ने, एक कहते ने खट्टी, एक कहते ने चट्टी। तो पंजाब ते पंजाबी जिहड़े ना चट्टी ते मुद्दत तो भरते आ रहे हैं, लेकिन खट्टी जिहड़ी है वो बहुत घट है। तो जिहड़ी खट्टी है ਉਹਦੀ सब तो खूबसूरत मिसाल और सब तो सोहनी मिसाल है सईद वट्टू साहब तुहाडे सामने बैठे हैं। यह पंजाबी की असल खट्टी है कि पंजाबी माँ बोली जिहड़ी है इस हवाले नाल जिहड़ी है ना बड़ी दुखी है कि ਉਹਦੇ ਪੁੱਤਰ ਜਿਹੜੇ ਨੇ ਨਾ ਉਹ ਦੁਨੀਆਦਾਰੀ ਦੇ ਰੌਲਿਆਂ ਦੇ ਵਿੱਚ, ਪੇਟ ਦੇ ਰੌਲਿਆਂ ਦੇ ਵਿੱਚ, ਕਮਾਈ ਦੇ ਰੌਲਿਆਂ ਦੇ ਵਿੱਚ ਉਹਨਾਂ ਨੂੰ ਆਪਣੇ ਪੈਰ ਜਿਹੜੇ ਨਾ ਇੱਕ ਵਾਰੀ ਉਤੋਂ ਪੱਟਣੇ ਪੈਂਦੇ ਨੇ ਅਤੇ ਫਿਰ ਸ਼ਾਇਦ ਹੀ ਕਿਸੇ ਦੇ ਪੈਰ ਲੱਗਦੇ ਨੇ। ਸੋ ਮੈਂ ਸਮਝਦਾ ਵਾਂ ਕਿ ਸਈਦ ਵੱਟੂ ਹੋਰਾਂ ਦਾ ਜਿਹੜਾ ਬਾਹਾਂ ਦੀ ਬੁੱਕਲ ਲੈ ਕੇ ਪੰਜਾਬੀ ਦੇ ਪਿੜ ਵਿੱਚ ਆਉਣਾ, ਇਹ ਬਿਲਾ ਸ਼ੁਬਾ ਪੰਜਾਬੀ ਦੀ ਝੋਲੀ ਦੇ ਵਿੱਚ ਉਹਦੇ ਪੁੱਤਰਾਂ ਦੀ ਵਾਪਸੀ ਹੈ। ਔਰ ਫਿਰ ਇੱਕ ਤਾਂ ਹੁੰਦਾ ਨਾ ਕਿ ਕੋਈ ਬੰਦਾ ਵੈਸੇ ਹੀ ਜਿਹੜਾ ਉਹ ਪੰਜਾਬੀ ਦੇ ਸ਼ੌਕ ਦੇ ਵਿੱਚ ਪੰਜਾਬੀ ਲਿਖਦਾ। ਸਈਦ ਵੱਟੂ ਹੋਰੀ ਸਾਡੇ ਉਹਨਾਂ ਦੋਸਤਾਂ ਦੇ ਵਿੱਚੋਂ ਨੇ ਕਿ ਜਿਨ੍ਹਾਂ ਪੂਰੀ ਦੁਨੀਆ ਦੇ ਲਿਟਰੇਚਰ ਨੂੰ ਬੜੇ ਗੌਰ ਨਾਲ ਪੜ੍ਹਿਆ, ਔਰ ਫਿਰ ਜਿਸ ਵੇਲੇ ਲਿਖਣ ਦੀ ਵਾਰੀ ਆਈ ਹੈ ਅਤੇ ਫਿਰ ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਹੀ ਚੁਣਿਆ, ਕਿਉਂਕਿ ਉਹਨਾਂ ਨੇ ਵੇਖਿਆ ਕਿ ਜਿਹੜਾ ਇਜ਼ਹਾਰ ਹੈ ਨਾ ਆਪਣੇ ਦਿਲ ਦਾ, ਦਿਲ ਦੀਆਂ ਗੱਲਾਂ ਜਿਹੜੀ ਜ਼ੁਬਾਨ ਦੇ ਵਿੱਚ ਹੋ ਸਕਦੀਆਂ ਨੇ ਉਹ ਆਪਣੀ ਮਾਂ ਬੋਲੀ ਦੇ ਵਿੱਚ ਹੀ ਹੋ ਸਕਦੀਆਂ ਨੇ। ਅਤੇ ਇਹ ਉਹਨਾਂ ਨੇ ਜਿਹੜਾ ਪੰਜਾਬੀਆਂ ਦੇ ਜ਼ਿੰਮੇ ਇੱਕ ਬਹੁਤ ਵੱਡਾ ਕੰਮ ਹੈ ਆਪਣੀ ਮਾਂ ਬੋਲੀ ਦੀ ਹਿਫਾਜ਼ਤ ਕਰਨਾ, ਆਪਣੀ ਮਾਂ ਬੋਲੀ ਨਾਲ ਜੁੜਤ ਰੱਖਣਾ ਔਰ ਉਹਨੂੰ ਮਰਨ ਤੋਂ ਬਚਾਉਣਾ। ਇਹ ਸਈਦ ਵੱਟੂ ਹੋਰਾਂ ਨੇ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਇੱਕ ਕੰਮ ਕੀਤਾ। ਅਤੇ ਪਹਿਲਾਂ ਪੰਜਾਬੀ ਆਪਣਾ ਸ਼ਾਇਰੀ ਉਰਦੂ ਦੇ ਵਿੱਚ ਕਰਦੇ ਸਨ, ਅਤੇ ਉਹਦੇ ਵਿੱਚ ਉਹਨਾਂ ਦੀ ਕਿਤਾਬ ਨੇ ਖਾਸੀ ਮਕਬੂਲੀਅਤ ਵੀ ਹਾਸਲ ਕੀਤੀ, ਬੜਾ ਪਸੰਦ ਕੀਤਾ ਗਿਆ ਉਹਨਾਂ ਦੀਆਂ ਨਜ਼ਮਾਂ ਨੂੰ। ਲੇਕਿਨ ਕੋਈ ਬੰਦਾ ਜੇ ਉਹ ਇੰਨੀ ਮਕਬੂਲੀਅਤ ਦੇ ਬਾਵਜੂਦ ਵੀ ਅਗਰ ਆਪਣੀ ਪੰਜਾਬੀ ਵੱਲ, ਆਪਣੀ ਮਾਂ ਬੋਲੀ ਪੰਜਾਬੀ ਵੱਲ ਆਉਂਦਾ ਅਤੇ ਇਹ ਫਿਰ ਬੜੇ ਕਮਾਲ ਦੀ ਗੱਲ ਹੈ ਔਰ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਸਾਰੇ ਪੰਜਾਬੀਆਂ ਦੇ ਵਾਸਤੇ। ਔਰ ਇੰਝ ਦੇ ਪੁੱਤਰ ਜਿਹੜੇ ਨੇ ਉਹ ਮਾਂ ਬੋਲੀ ਵੱਲ ਜਿਸ ਵੇਲੇ ਮੁੜਦੇ ਰਹਿਣਗੇ ਅਤੇ ਫਿਰ ਸਾਡੀ ਮਾਂ ਬੋਲੀ ਜਿਹੜੀ ਹੈ ਉਹਦੇ ਵਿੱਚ ਰੁਕਾਵਟ ਨਹੀਂ ਆ ਸਕਦੀ, ਖਿਲਾਰ ਨਹੀਂ ਆ ਸਕਦੀ, ਬਲਕਿ ਉਹ ਅੱਗੇ ਵੱਧਦੀ ਰਹੇਗੀ ਔਰ ਬੜੇ ਬੜੇ ਮਾਣ ਨਾਲ ਔਰ ਬੜੇ ਸੋਹਣੇ ਢੰਗ ਦੇ ਨਾਲ ਵੱਧਦੀ ਰਹੇਗੀ। ਜਿੱਥੋਂ ਤੱਕ ਸ਼ਾਇਰੀ ਦੀਆਂ ਗੱਲਾਂ ਕਾਫੀ ਸਾਰੀਆਂ ਨੇ, ਬੇਸ਼ੁਮਾਰ ਕਰਨ ਵਾਲੀਆਂ ਨੇ, ਲੇਕਿਨ ਟਾਈਮ ਹੈ, ਸਰ ਵੀ ਬੈਠੇ ਨੇ, ਉਹਨਾਂ ਨੇ ਗੱਲ ਕਰਨੀ ਹੈ, ਅਤੇ ਇਸ ਲਈ ਮੈਂ ਚਾਹੁੰਦਾ ਕਿ ਮੈਂ ਬਹੁਤ ਜ਼ਿਆਦਾ ਵਕਤ ਨਾ ਲਵਾਂ। ਇਹਦੇ ਵਿੱਚ ਦੋ ਸਿਨਫਾਂ ਦੇ ਵਿੱਚ ਤਬਾਹ ਅਜ਼ਮਾਈ ਕੀਤੀ ਹੈ ਵੱਟੂ ਸਾਹਿਬ ਨੇ, ਗਜ਼ਲ ਲਿਖੀ ਹੈ ਔਰ ਨਜ਼ਮ ਲਿਖੀ ਹੈ।
ਗਜ਼ਲ ਦੇ ਵਿੱਚ ਜਿਹੜਾ ਆਬਾਦ ਨਬੀਲ ਸ਼ਾਦ ਮੇਰੇ ਦੋਸਤ ਬੈਠੇ ਨੇ, ਇਹਨਾਂ ਨੂੰ ਪਤਾ, ਬੜੇ ਅੱਛੇ ਸ਼ਾਇਰ ਨੇ, ਕਿ ਗਜ਼ਲ ਲਿਖਣਾ ਔਰ ਫਿਰ ਛੋਟੀ ਬਹਿਰ ਦੇ ਵਿੱਚ ਲਿਖਣਾ ਜਿਹੜਾ ਉਹ ਕਿਸ ਤਰ੍ਹਾਂ ਹੁੰਦਾ ਹੈ, ਔਰ ਇੱਕ ਐਸਾ ਤਜਰਬਾ ਹੈ। ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੁਸ਼ਕਲ ਆਉਂਦੇ ਨੇ ਛੋਟੀ ਬਹਿਰ ਦੇ ਵਿੱਚ ਲਿਖਣ 'ਚ ਹੁੰਦੀ। ਲੇਕਿਨ ਵੱਟੂ ਸਾਹਿਬ ਨੇ ਜਿਹੜਾ ਉਹ ਪਸੰਦ ਹੀ ਛੋਟੀ ਬਹਿਰ ਕੀਤੀ, ਔਰ ਸਾਰੀਆਂ ਗਜ਼ਲਾਂ ਹੀ ਤਕਰੀਬਨ ਜਿਹੜੀਆਂ ਨੇ ਉਹ ਛੋਟੀ ਬਹਿਰ ਦੇ ਵਿੱਚ ਲਿਖੀਆਂ, ਔਰ ਬੜੀਆਂ ਖੂਬਸੂਰਤ ਅੰਦਾਜ਼ ਦੇ ਵਿੱਚ, ਬੜੀਆਂ ਫਿਲਬਦੀ ਲਫ਼ਜ਼ਾਂ ਦਾ ਬੜਾ ਸੋਹਣਾ ਜੋੜ ਮੇਲ। ਔਰ ਫਿਰ ਇਹਨਾਂ ਗਜ਼ਲਾਂ ਦੀ ਜਿਹੜੀ ਇੱਕ ਹੋਰ ਖੂਬਸੂਰਤੀ ਹੈ ਕਿ ਉਹਨਾਂ ਨੇ ਜਿਹੜੀਆਂ ਰਦੀਫਾਂ ਔਰ ਕਾਫੀਏ ਵਰਤੇ ਨੇ, ਉਹਦੇ ਵਿੱਚ ਪੰਜਾਬ ਦੇ ਢੇਰ ਸਾਰੇ ਐਸੇ ਲਫ਼ਜ਼ ਸਾਨੂੰ ਸੁਣਨ ਨੂੰ ਮਿਲਦੇ ਨੇ ਜਿਹੜੇ ਕਿ ਹੁਣ ਮਤਰੂਕ ਹੁੰਦੇ ਜਾ ਰਹੇ ਨੇ। ਅਤੇ ਮੈਂ ਸਮਝਦਾ ਕਿ ਵੱਟੂ ਸਾਹਿਬ ਨੇ ਇਹ ਗਜ਼ਲਾਂ ਲਿਖ ਕੇ ਅਤੇ ਉਹਨਾਂ ਲਫ਼ਜ਼ਾਂ ਨੂੰ ਜਿਹੜੇ ਕਿ ਮਤਰੂਕ ਹੁੰਦੇ ਜਾ ਰਹੇ ਸਨ, ਉਹਨਾਂ ਨੂੰ ਇੱਕ ਵਾਰੀ ਫਿਰ ਨਵਾਂ ਕਰ ਦਿੱਤਾ, ਔਰ ਉਹ ਲਫ਼ਜ਼ ਜਿਹੜੇ ਨੇ ਸਾਡੀ ਬੋਲੀ ਦੇ ਵਿੱਚ ਜਿਹੜੇ ਨਾ ਫਿਰ ਆਉਣ ਵਾਲੇ ਨੇ। ਦੂਸਰਾ ਜਿਹੜਾ ਕਿਤਾਬ ਦਾ ਅਹਿਮ ਹਿੱਸਾ ਹੈ ਉਹ ਨਜ਼ਮ ਵਾਲਾ ਹਿੱਸਾ ਹੈ, ਅਤੇ ਨਜ਼ਮਾਂ ਵੀ ਵੱਟੂ ਸਾਹਿਬ ਨੇ ਬਹੁਤ ਸ਼ਾਨਦਾਰ ਔਰ ਬੜੀਆਂ ਖੂਬਸੂਰਤ ਲਿਖੀਆਂ ਨੇ। ਔਰ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈ ਨਾ, ਇਹਨਾਂ ਨੇ ਕਾਰਨਾਮਾ ਇਹਨਾਂ ਦਾ ਕਿ ਸਾਡੀਆਂ ਲੋਕ ਦਾਸਤਾਨਾਂ ਜਿਹੜੀਆਂ ਨੇ, ਉਹਨਾਂ ਲੋਕ ਦਾਸਤਾਨਾਂ ਦੇ ਪਰਛਾਵੇਂ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਜਿਹੜੇ ਨੇ ਉਹ ਥੋੜ੍ਹੇ ਜਿਹੇ ਮੁਖਤਲਿਫ ਹੋ ਗਏ ਨੇ। ਮਸਲਨ ਜਿਹੜੀ ਸਾਡੀ ਸਭ ਤੋਂ ਵੱਡੀ ਲੋਕ ਦਾਸਤਾਨ ਹੈ ਹੀਰ ਰਾਂਝਾ, ਉਹਦੇ ਵਿੱਚ ਲੋਕ ਦੋ ਧੜਿਆਂ ਦੇ ਵਿੱਚ ਵੰਡੇ ਗਏ ਨੇ। ਇੱਕ ਉਹ ਨੇ ਕਿ ਜਿਨ੍ਹਾਂ ਨੇ ਹੀਰ ਰਾਂਝਾ ਜਿਹੜੀ ਹੈ ਦਾਸਤਾਨ ਵਾਰਿਸ ਸ਼ਾਹ ਹੋਰਾਂ ਦੀ ਲਿਖੀ ਹੋਈ ਖੁਦ ਪੜ੍ਹੀ ਹੈ ਅਤੇ ਫਿਰ ਉਹਦੇ ਬਾਰੇ ਆਪਣੀ ਕੋਈ ਰਾਏ ਉਹਨਾਂ ਦੀ ਬਣੀ ਹੈ। ਇੱਕ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬੀਆਂ ਨੇ ਸਿਰਫ ਔਰ ਸਿਰਫ ਹੀਰ ਰਾਂਝਾ ਫਿਲਮ ਵੇਖੀ ਹੈ, ਅਤੇ ਉਹਨਾਂ ਦੇ ਜ਼ਿਹਨਾਂ ਦੇ ਵਿੱਚ ਜਿਹੜਾ ਸਾਡੇ ਮਤਲਬ ਵਾਰਿਸ ਸ਼ਾਹ ਹੋਰਾਂ ਦੇ ਕਿਰਦਾਰ ਨੇ, ਉਹਨਾਂ ਦਾ ਨਕਸ਼ਾ ਕੁਝ ਹੋਰ ਹੈ। ਅਤੇ ਜਿਹੜੇ ਵਾਰਿਸ ਸ਼ਾਹ ਹੋਰਾਂ ਦੇ ਪੜ੍ਹਨ ਵਾਲੇ ਨੇ, ਜਿਨ੍ਹਾਂ ਨੇ ਡਾਇਰੈਕਟ ਕਿਤਾਬ ਪੜ੍ਹੀ ਹੈ, ਉਹਨਾਂ ਦੇ ਜ਼ਿਹਨ ਦੇ ਵਿੱਚ ਵਾਰਿਸ ਸ਼ਾਹ ਦਾ ਔਰ ਵਾਰਿਸ ਸ਼ਾਹ ਦੇ ਕਰੈਕਟਰ ਦਾ ਨਕਸ਼ਾ ਹੋਰ ਹੈ। ਔਰ ਉਹਦਾ ਸਭ ਤੋਂ ਲਾਜ਼ਵਾਲ ਜਿਹੜਾ ਵਾਰਿਸ ਸ਼ਾਹ ਦਾ ਕਿਰਦਾਰ ਹੈ ਕੈਦੋ, ਉਹਨੂੰ ਜਿਹੜੇ ਫਿਲਮ ਬੀਨ ਨੇ ਨਾ ਉਹ ਸਮਝਦੇ ਨੇ ਕਿ ਕੈਦੋ ਜਿਹੜਾ ਉਹ ਪੰਜਾਬ ਦਾ ਜਾਂ ਵਾਰਿਸ ਸ਼ਾਹ ਦਾ ਹੀਰੋ ਹੈ, ਜਦ ਕਿ ਅਸਲ ਦੇ ਵਿੱਚ ਜਿਸ ਵੇਲੇ ਅਸੀਂ ਹੁਣ ਵਾਰਿਸ ਸ਼ਾਹ ਦੀ ਜ਼ੁਬਾਨ ਖੁਦ ਪੜ੍ਹਦੇ ਹਾਂ, ਹੀਰ ਨੂੰ ਖੁਦ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਕਿ ਵਾਰਿਸ ਸ਼ਾਹ ਦਾ ਹੀਰੋ ਜਿਹੜਾ ਉਹ ਰਾਂਝਾ ਹੈ, ਉਹ ਕੈਦੋ ਨਹੀਂ ਹੈ। ਵੱਟੂ ਸਾਹਿਬ ਨੇ ਇਹਦੇ ਵਿੱਚ ਦੋ ਨਜ਼ਮਾਂ ਲਿਖੀਆਂ ਨੇ ਆਪਣਾ ਵਾਰਿਸ ਸ਼ਾਹ ਹੋਰਾਂ ਦੇ ਦੋ ਕਿਰਦਾਰਾਂ ਦੇ ਉੱਤੇ, ਹੀਰ ਦੇ ਉੱਤੇ ਔਰ ਰਾਂਝੇ ਦੇ ਉੱਤੇ। ਔਰ ਉਹਨਾਂ ਨੇ ਆਪਣੇ ਜਿਹੜੀਆਂ ਸਾਡੀਆਂ ਦਾਸਤਾਨੀ ਅਦਬ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਪਰਖਣ ਦਾ, ਉਹਨਾਂ ਨੂੰ ਵੇਖਣ ਦਾ, ਔਰ ਉਹਨਾਂ ਦੀ ਅਸਲ ਜੋ ਉਹਨਾਂ ਦਾ ਇੱਕ ਪਰਛਾਵਾਂ ਬਣਦਾ ਉਹਦਾ ਹੱਕ ਅਦਾ ਕਰ ਦਿੱਤਾ। ਔਰ ਉਹਨਾਂ ਨੇ ਇਹ ਜਿਹੜਾ ਟਪਲਾ ਸੀ ਪੰਜਾਬੀਆਂ ਦੇ ਜ਼ਿਹਨ ਦੇ ਵਿੱਚ, ਉਹਨੂੰ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਜਿਹੜਾ ਨਾ ਉਹ ਹੱਲ ਕਰ ਦਿੱਤਾ, ਔਰ ਸਾਨੂੰ ਪਤਾ ਲੱਗ ਜਾਂਦਾ ਕਿ ਕੀ। ਇਹੋ ਹੀ ਹਾਲ ਜਿਹੜੀ ਸਾਡੀ ਬੜੀ ਮਸ਼ਹੂਰ ਦਾਸਤਾਨ ਹੈ ਮਿਰਜ਼ਾ ਸਾਹਿਬਾਂ, ਉਹਦੇ ਵਿੱਚ ਵੀ ਉਹਨਾਂ ਨੇ ਕੀਤਾ। ਅਤੇ ਬਾਕੀ ਤੁਸੀਂ ਖੁਦ ਵੀ ਪੜ੍ਹੋਗੇ ਇਸ ਕਿਤਾਬ ਨੂੰ ਤਾਂ ਤੁਹਾਨੂੰ ਅੰਦਾਜ਼ਾ ਹੋਏਗਾ ਕਿ ਕਿਤਨੀ ਖੂਬਸੂਰਤ ਕਿਤਾਬ ਹੈ। ਔਰ ਜਿਹੜਾ ਇਹਦਾ ਨਾਂ ਹੈ ਇਸ ਕਿਤਾਬ ਦਾ, ਬਾਹਾਂ ਦੀ ਬੁੱਕਲ, ਉਹ ਤੁਸੀਂ ਸਾਰੇ ਜਾਣਦੇ ਹੋ, ਅਸੀਂ ਸਾਰੇ ਜਾਣਦੇ ਹਾਂ ਕਿ ਬੁੱਕਲ ਜਿਹੜੀ ਹੈ ਉਹ ਮਾਂ ਦੀ ਬੁੱਕਲ ਜਿਹੜੀ ਹੈ ਉਹਦਾ ਹੀ ਨਿੱਘ ਹੁੰਦਾ ਅਤੇ ਉਹਦਾ ਹੀ ਜਿਹੜੀ ਨਾ ਠੰਡ ਹੁੰਦੀ ਹੈ। ਅਤੇ ਸਈਦ ਵੱਟੂ ਸਾਹਿਬ ਨੇ ਜਿਹੜਾ ਇਸ ਕਿਤਾਬ ਦਾ ਨਾਂ ਰੱਖਿਆ ਬਾਹਾਂ ਦੀ ਬੁੱਕਲ, ਉਹ ਆਪਣੀ ਮਾਂ ਬੋਲੀ ਦੇ ਵਿੱਚ ਆ ਕੇ ਤਾਂ ਉਹਨਾਂ ਨੂੰ ਪਤਾ ਹੈ ਕਿ ਇਹੋ ਹੀ ਬੁੱਕਲ ਜਿਹੜੀ ਹੈ ਉਹ ਤਪਦੀਆਂ ਦੁਪਹਿਰਾਂ ਦੇ ਵਿੱਚ ਜਿਹੜੀ ਹੈ ਉਹ ਸੀਨਾ ਠੰਡਾ ਕਰ ਦਿੰਦੀ ਹੈ ਅਤੇ ਬਹੁਤ ਸਾਰੀ ਸੀਤ ਦੇ ਵਿੱਚ ਨਿੱਘ ਪਹੁੰਚਾਉਂਦੀ ਹੈ। ਅਤੇ ਮੈਂ ਇਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ। ਮੈਨੂੰ ਬੜੀ ਖੁਸ਼ੀ ਹੈ ਕਿ ਵੱਟੂ ਸਾਹਿਬ ਨੇ ਇਤਨੀ ਖੂਬਸੂਰਤ ਸ਼ਾਇਰੀ ਦੀ ਕਿਤਾਬ ਦਿੱਤੀ ਹੈ ਸਾਨੂੰ। ਜਿਉਂਦੇ ਰਹਿਣ, ਲਿਖਦੇ ਰਹਿਣ। ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਸ਼ੁਕਰੀਆ ਵਸੀਮ ਗਰਦੇਜ ਸਾਹਿਬ, ਤੁਸੀਂ ਤਸ਼ਰੀਫ ਲਿਆਏ ਔਰ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਵੀ ਅਤੇ ਬਾਹਾਂ ਦੀ ਬੁੱਕਲ ਦੇ ਹਵਾਲੇ ਨਾਲ ਬੜੀ ਭਰਵੀਂ ਅਤੇ ਬੜੀ ਖੂਬਸੂਰਤ ਗੱਲ ਕੀਤੀ। ਦੋਸਤੋ, ਇਸ ਤੋਂ ਪਹਿਲੇ ਕਿ ਮੈਂ ਅੱਜ ਦੀ ਸ਼ਾਮ ਜਿਸ ਦੋਸਤ ਦੀ ਹੈ ਉਹਨੂੰ ਬੁਲਾਵਾਂ, ਮੇਰੇ ਇਸ ਪ੍ਰੋਗਰਾਮ ਦੇ ਦਰਮਿਆਨ ਜਿਹੜੇ ਕੁਝ ਦੋਸਤ ਆਏ ਨੇ, ਮੈਨੂੰ ਉਹਨਾਂ ਦਾ ਬਹੁਤਾ ਤਾਂ ਨਹੀਂ ਪਤਾ। ਮੇਰੇ ਮੁਨੀਰ ਜਵੇਦ ਸਾਬਰੀ ਸਾਹਿਬ ਤਸ਼ਰੀਫ ਲਿਆਏ ਨੇ, ਗੁਲਾਮ ਅਬਾਸ ਵਲੀ ਨਿਜ਼ਾਮੀ ਸਾਹਿਬ, ਪਕੀਜ਼ਾ ਅਬਾਸ, ਅੰਬਰੀਨ ਫਾਤਮਾ ਅਤੇ ਸਰਬਤ ਬਤੂਲ ਇਹ ਪ੍ਰੋਗਰਾਮ ਦੇ ਹਿੱਸਾ ਬਣੇ ਨੇ, ਅਤੇ ਹੋਰ ਬਹੁਤ ਸਾਰੇ ਨਵੇਂ ਦੋਸਤ ਨੇ, ਮੈਨੂੰ ਉਹਨਾਂ ਦਾ ਨਹੀਂ ਨਾਮਾਂ ਦਾ ਪਤਾ। ਫਰਦਨ ਮੈਂ ਤਮਾਮ ਦੋਸਤਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਉਹ ਅੱਜ ਦੀ ਇਸ ਪ੍ਰੋਗਰਾਮ ਦੀ ਇਸ ਭਰਿਆਂ ਦਾ ਜਿਹੜਾ ਹਿੱਸਾ ਬਣੇ। ਅਤੇ ਮਰਮਰ ਇੱਕ ਬਣਾਵਨ ਸ਼ੀਸ਼ਾ, ਮਾਰ ਵਟਾ ਇੱਕ ਭਾਂਡੇ, ਦੁਨੀਆ ਉੱਤੇ ਥੋੜ੍ਹੇ ਰਹਿ ਗਏ ਕਦਰ ਸ਼ਨਾਸ ਸੁਖੰਦੇ। ਅੱਜ ਦੀ ਲਾੜੇ, ਅੱਜ ਦੇ ਜਿਹੜੇ ਜਿਨ੍ਹਾਂ ਦੀ ਕਿਤਾਬ ਸਜਾਈ ਗਈ ਹੈ ਬਾਹਾਂ ਦੀ ਬੁੱਕਲ, ਡਾਕਟਰ ਸਈਦ ਅਹਿਮਦ ਵੱਟੂ ਸਾਹਿਬ, ਤਸ਼ਰੀਫ ਲਿਆਓ। ਤਾਰੀ ਭਰਪੂਰ ਤਾਲੀਆਂ। ਬਿਸਮਿल्लाहिर्रहमानिर्रहीम। मैं बहुत ही शुक्रगुजार ਅੱਜ ਦੀ ਇਸ
ਮਹਿਫਿਲ ਦੇ ਪ੍ਰਧਾਨ ਪ੍ਰੋਫੈਸਰ ਇਸਮਤੁੱਲਾ ਜ਼ਾਹਿਦ ਸਾਹਿਬ ਹੋਰਾਂ ਦਾ, ਜਿਹੜੇ ਉਸਤਾਦਾਂ ਦੇ ਵੀ ਉਸਤਾਦ ਨੇ ਔਰ ਮੇਰੇ ਉਸਤਾਦਾਂ ਦੇ ਵੀ ਉਸਤਾਦ ਨੇ। ਇਹ ਮੇਰੇ ਲਈ ਬੜੇ ਇਜ਼ਾਜ਼ ਦੀ ਗੱਲ ਹੈ, ਉਹ ਤਸ਼ਰੀਫ ਲਿਆਏ। ਮੈਂ ਪ੍ਰੋਫੈਸਰ ਡਾਕਟਰ ਇਹਸਾਨ ਮਲਿਕ ਸਾਹਿਬ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਹਮੇਸ਼ਾ ਦਿਲਜੋਈ ਵੀ ਕਰਦੇ ਨੇ, ਸਰਪ੍ਰਸਤੀ ਵੀ ਫਰਮਾਉਂਦੇ ਨੇ, ਹੌਸਲਾ ਅਫਜ਼ਾਈ ਵੀ ਕਰਦੇ ਨੇ। ਅਤੇ ਲਾਹੌਰ ਲੀਡਜ਼ ਯੂਨੀਵਰਸਿਟੀ ਦੀ ਵਿੱਚ ਉਹਨਾਂ ਦੇ ਛੱਤਰ ਛਾਵੇਂ ਕਹਿ ਲਓ ਕਿ ਮੈਂ ਆਪਣੀ ਛੋਟਾ ਜਿਹਾ ਯਾਰ ਕੀਤਾ ਅਤੇ ਉਹਨਾਂ ਨੇ ਅਪਰੀਸ਼ੀਏਟ ਕੀਤਾ ਅਤੇ ਮੇਰਾ ਮਾਣ ਵਧਿਆ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਰੌ ਸਾਹਿਬ ਦਾ ਵੀ, ਪਰਵੇਜ਼ ਅਖਤਰ ਸਾਹਿਬ ਦਾ, ਕਿ ਉਹਨਾਂ ਨੇ ਬਹੁਤ ਸੋਮਵਾਰ ਦਾ ਦਿਨ ਬੜਾ ਵਰਕਿੰਗ ਡੇ ਹੁੰਦਾ ਹੈ ਔਰ ਪਹਿਲਾ ਦਿਨ ਹੁੰਦਾ ਹੈ, ਆਪਣੇ ਅਫੀਸ਼ੀਅਲ ਅਸਾਈਨਮੈਂਟਸ ਦੇ ਵਿੱਚੋਂ ਵਕਤ ਕੱਢ ਕੇ ਤਸ਼ਰੀਫ ਲਿਆਏ। ਸਾਡੇ ਮਹਿਮਾਨ ਖਸੂਸੀ ਸਨ। ਮੇਰੇ ਬਹੁਤ ਹੀ ਮਿਹਰਬਾਨ ਸ਼ਾਇਰ, ਅਦੀਬ, ਪ੍ਰੋਫੈਸਰ, ਸਾਰੇ ਪੜ੍ਹੇ ਲਿਖੇ। ਮੈਂ ਸੱਚੀ ਗੱਲ ਹੈ ਇਲਮ, ਅਦਬ ਔਰ ਸ਼ਾਇਰੀ ਦੇ ਇਸ ਫਨ ਦੇ ਹਵਾਲੇ ਨਾਲ ਬਲਦ ਰਿਹਾ। ਅੱਜ ਉਹ ਅਲਫਾਜ਼ ਜਿਹੜੇ ਸੁਣੇ ਨੇ, ਇਹ ਮੇਰੇ ਵਹਿਮ و ਗੁਮਾਨ ਦੇ ਵਿੱਚ ਵੀ ਨਹੀਂ ਸੀ ਕਿ ਜਦੋਂ ਮੈਂ ਲਿਖ ਰਿਹਾ ਸੀ ਕਿ ਸ਼ਾਇਦ ਇਹਦੇ ਵਿੱਚ ਇਹ ਚੀਜ਼ਾਂ ਸਾਰੀਆਂ ਹੋਣਗੀਆਂ। ਅਤੇ ਮੇਰਾ ਬਹੁਤ ਹੌਸਲਾ ਵਧਿਆ। ਸ਼ਾਇਦ ਮੈਂ ਇਸੇ ਹੌਸਲੇ ਨਾਲ ਅੱਗੇ ਵੱਧ ਸਕਾਂ। ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਆਪਣੇ ਪਿਆਰੇ ਸੱਜਣ ਵਸੀਮ ਗਰਦੇਜ਼ੀ ਹੋਰਾਂ ਦਾ, ਜਿਨ੍ਹਾਂ ਨੇ ਗੁਜਰਾਤ ਤੋਂ ਆਪਣੀ ਮਸਰੂਫੀਅਤ ਵਿੱਚੋਂ ਵਕਤ ਵੀ ਕੱਢਿਆ। ਪੂਰਾ ਦਿਨ ਹੀ ਲੱਗ ਗਿਆ, ਉਹ ਸੁਬਾਹ ਤੋਂ ਹੀ ਸਫ਼ਰ ਦੇ ਵਿੱਚ ਨੇ ਅਤੇ ਇਤਨੀ ਦੂਰ ਆਏ ਔਰ ਸਾਨੂੰ ਇੱਜ਼ਤ ਬਖਸ਼ੀ। ਉਹਨਾਂ ਦੇ ਅਲਫਾਜ਼ ਉਦੋਂ ਵੀ ਮੇਰੇ ਵਾਸਤੇ ਉਸੇ ਤਰ੍ਹਾਂ ਦਾ ਅੰਮ੍ਰਿਤ ਧਾਰਾ ਸਨ ਜਿਹਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਇਸ ਸ਼ਾਇਰੀ ਦੇ, ਪੰਜਾਬੀ ਸ਼ਾਇਰੀ ਵੱਲ ਆਉਣ ਲਈ। ਅਤੇ ਅੱਜ ਵੀ ਮੈਂ ਉਹਨਾਂ ਦਾ ਬੜਾ ਮਸ਼ਕੂਰ ਅਤੇ ਮਮਨੂਨ ਹਾਂ। ਪ੍ਰੋਫੈਸਰ ਆਬਾਦ ਨਬੀਲ ਸ਼ਾਦ ਸਾਹਿਬ ਹੋਰੀ, ਉਹਨਾਂ ਨੇ ਇਸ ਕਿਤਾਬ ਨੂੰ ਨਿਖਾਰਿਆ, ਇਸ ਦੇ ਵਿੱਚ ਜਿਹੜੇ ਡਿੰਗ ਵੜਾਵੇਂ ਸਨ ਉਹਨਾਂ ਨੂੰ ਸਿੱਧਿਆਂ ਕੀਤਾ। ਅਤੇ ਅੱਜ ਮੈਂ ਬੜੇ ਫਖਰ ਦੇ ਨਾਲ ਇਹ ਚੀਜ਼ ਆਪਣੇ ਦੋਸਤਾਂ ਔਰ ਆਪਣੇ ਕਾਰੀਨ ਤੱਕ ਪੇਸ਼ ਕਰਨ ਦੇ ਵਿੱਚ ਇੱਜ਼ਤ ਮਹਿਸੂਸ ਕਰਨਾ। ਅਤੇ ਹਸਬੇ ਰਿਵਾਇਤ ਇਜਾਜ਼ਤ ਹੋਏ ਅਤੇ ਉਸ ਤੋਂ ਪਹਿਲੇ ਮੈਂ ਆਪਣੇ ਬਹੁਤ ਹੀ ਪਿਆਰੇ, ਮੇਰੇ ਦਿਲ ਦੇ ਬਹੁਤ ਕਰੀਬ ਨੇ, ਮੇਰੇ ਦਿਲ 'ਚ ਵੀ ਘਰ ਕਰ ਗਏ ਨੇ, ਮੇਰੇ ਉਹ ਜਿਹੇ ਫਕੀਰ ਅਤੇ ਦਰਵੇਸ਼ ਜਿਹੜੇ ਨੇ ਉਹ ਹਮੇਸ਼ਾ ਹੀ ਮੇਰੇ ਦਿਲ ਦੇ ਕਰੀਬ ਰਹੇ ਨੇ ਔਰ ਮੈਂ ਉਹਨਾਂ ਦੀ ਮਹਿਫਿਲ 'ਚ ਉਹਨਾਂ ਦੇ ਕੋਲ ਬੈਠਣਾ ਆਪਣੇ ਲਈ ਸਾਦਤ ਸਮਝਣਾ। ਪੀਰ ਫਕੀਰ ਵੀਰ ਸਿਪਾਹੀ ਹੋਰਾਂ ਦਾ ਵੀ ਮੈਂ ਬਹੁਤ ਮਮਨੂਨ ਹਾਂ ਕਿ ਉਹ ਆਪਣੀ ਨਾਸਾਜ਼ੀਏ ਤਬਾਹ ਦੇ ਬਾਵਜੂਦ ਸ਼ੇਖੂਪੁਰਾ ਤੋਂ ਸਪੈਸ਼ਲੀ ਮੇਰੀ ਰਿਕੁਐਸਟ 'ਤੇ ਮੇਰੇ ਦਰਖਾਸਤ 'ਤੇ ਉਹ ਤਸ਼ਰੀਫ ਲਿਆਏ ਔਰ ਉਹਨਾਂ ਨੇ ਇਤਨੇ ਸੋਹਣੇ ਲਫ਼ਜ਼ ਮੇਰੇ ਲਈ ਇਸਤੇਮਾਲ ਕੀਤੇ ਕਿ ਮੈਂ ਸ਼ਾਇਦ ਆਪਣੇ ਆਪ ਨੂੰ ਉਸ ਦੇ ਕਾਬਿਲ ਵੀ ਨਹੀਂ ਸਮਝਦਾ। ਮੈਂ ਮੁਖਤਸਰ ਜੀ ਗੱਲ ਕਰਾਂਗਾ ਕਿ ਦੋਸਤਾਂ ਨੇ ਇਸ ਦੇ ਵਿੱਚ ਦੱਸਿਆ ਹੈ ਕਿ ਮੈਂ ਕੋਈ ਪੰਜਾਬੀ ਦੇ ਉਹ ਲਫ਼ਜ਼ ਇਸਤੇਮਾਲ ਕੀਤੇ ਨੇ ਸ਼ਾਇਰੀ ਦੇ ਵਿੱਚ ਜਿਹੜੇ ਕਿ ਮਿਟਦੇ ਜਾ ਰਹੇ ਨੇ ਜਾਂ ਆਮ ਇਸਤੇਮਾਲ 'ਚ ਨਹੀਂ ਰਹੇ। ਮੈਂ ਸੱਚੀ ਗੱਲ ਹੈ ਕਿ ਦਾਨਿਸਤਾ ਹੀ ਅਲਫਾਜ਼ ਇਸਤੇਮਾਲ ਨਹੀਂ ਕੀਤੇ। ਇਹ ਖਿਆਲ ਦੀ ਸ਼ਾਇਦ ਜ਼ਰੂਰਤ ਸੀ ਅਤੇ ਉਹ ਲਫ਼ਜ਼ ਉਸ ਖਿਆਲ ਦੇ ਇਲਾਵਾ, ਇਹਨਾਂ ਲਫ਼ਜ਼ਾਂ ਦੇ ਇਲਾਵਾ ਉਹ ਖਿਆਲ ਬਿਆਨ ਨਹੀਂ ਸੀ ਹੋ ਸਕਦੇ। ਦੂਸਰੀ ਚੀਜ਼ ਇਹ ਕਿ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਜ਼ਿਆਦਾ ਵਕਤ ਗੁਜ਼ਾਰਿਆ। ਮੈਂ ਖੁਸ਼ਕਿਸਮਤ ਸੀ ਉਸ ਜਨਰੇਸ਼ਨ ਦਾ ਜਿਨ੍ਹਾਂ ਨੇ ਮਾਈਗਰੇਟ ਕੀਤਾ, ਜਿਹਦੇ 'ਚ ਮੇਰੇ ਦਾਦੀ, ਦਾਦੀ, ਨਾਨੀ, ਦਾਦੇ, ਵੱਡੇ ਬਜ਼ੁਰਗ, ਉਹਨਾਂ ਦੇ ਕੋਲ ਬੈਠਣਾ ਹੁੰਦਾ ਸੀ ਅਤੇ ਉਹਨਾਂ ਕੋਲੋਂ ਜਿਹੜੇ ਮੈਂ ਅੱਖਰ ਸੁਣਦਾ ਸੀ ਉਹ ਮੇਰੇ ਸ਼ਊਰ ਔਰ ਲਾਸ਼ਊਰ ਦਾ ਹਿੱਸਾ ਬਣ ਗਏ ਔਰ ਉਸੇ ਤਰੀਕੇ ਨਾਲ ਉਹ ਚੀਜ਼ਾਂ ਮਹਿਫੂਜ਼ ਰਹੀਆਂ। ਅਤੇ ਮੈਂ ਜ਼ਿਆਦਾਤਰ ਪਹਿਲ ਪਲੇਠੀ ਦਾ ਪੁੱਤਰ ਹੋਣ ਦੀ ਵਜ੍ਹਾ ਨਾਲ ਦਾਦੀ ਦਾ ਜਿਹੜਾ ਹੈ ਨਾ ਮੈਂ ਬਹੁਤ ਲਾਡਲਾ ਸੀ ਅਤੇ ਦਾਦੀ ਮੈਨੂੰ ਜਿਹੜੀ ਹੈ ਨਾ ਕੋਈ ਗੱਲਾਂ ਹਿੰਦੁਸਤਾਨ ਦੀਆਂ ਬੜੀਆਂ ਸੁਣਾਉਂਦੀ ਸੀ ਅਤੇ ਮੇਰਾ ਜੀਅ ਕਰਦਾ ਹੈ ਕਿ ਅੱਜ ਮੈਂ ਉਹਨਾਂ ਦੀ ਜ਼ੁਬਾਨੀ ਦੱਸੀਆਂ ਹੋਈਆਂ ਜਿਹੜੀਆਂ ਗੱਲਾਂ ਨੇ, ਬਿਲਕੁਲ ਉਹ ਕਹਾਣੀ ਮੈਂ ਤੁਹਾਡੇ ਨਾਲ ਆਪਣੇ ਅਲਫਾਜ਼ ਦੇ ਵਿੱਚ ਉਹਨਾਂ ਦੀ ਜ਼ੁਬਾਨੀ ਮੈਂ ਪੇਸ਼ ਕਰਾਂ। ਸੰਨ 47 ਇੱਕ ਨਜ਼ਮ ਔਰ ਇਹ ਬਿਲਕੁਲ ਸੱਚਾ ਵਾਕਿਆ ਹੈ ਜਿਹੜਾ ਮੈਂ ਅਕਸਰ ਲੋਰੀ ਦੀ ਸ਼ਕਲ 'ਚ ਉਹਨਾਂ ਕੋਲੋਂ ਸੁਣਦਾ ਹੁੰਦਾ ਸੀ ਔਰ ਇਹ ਜੇ ਅੱਖਰ ਵੀ ਜਿਹੜੇ ਨੇ ਨਾ ਮੈਂ ਉਹਨਾਂ ਕੋਲੋਂ ਹੀ ਸਿੱਖੇ ਹੋਏ ਨੇ ਜਿਹੜੇ ਮੈਂ ਹੁਣ ਇਸਤੇਮਾਲ ਕੀਤੇ ਨੇ ਜਾਂ ਵਰਤਣ ਦੇ ਵਿੱਚ ਆਏ ਨੇ। ਸੰਨ 47 ਨਹੀਂ ਭੁੱਲ ਸਕਦੇ, ਫਟ ਸੀਨੇ ਦੇ ਨਹੀਂ ਭੁੱਲ ਸਕਦੇ, ਦਾਦੀ ਅੰਮਾ ਨੇ ਇਹ ਕਹਿਣਾ, ਲੋਰੀ ਦੇਵਣ ਲਈ ਜਦ ਬਹਿਣਾ, ਕਿਸੇ ਹਿੰਦੁਸਤਾਨ ਸੁਣਾਉਂਦੀ,
ਮੰਜ਼ਰ ਗੱਲਾਂ ਨਾਲ ਬਣਾਉਂਦੀ। ਪੁੱਛਣਾ ਅੰਮਾ ਦੱਸ ਤੂੰ ਸਾਨੂੰ, ਕੌਣ ਅਸੀਂ ਤੇ ਕਿੱਥੋਂ ਆਏ। ਆਖੇ ਵੱਟੂ ਜ਼ਾਤ ਤੁਹਾਡੀ, ਮਾਲਿਕ ਪੈਲੀ ਮਿਲਖ ਮੁਰੱਬੇ। ਸੰਨ 47 ਵੰਡ ਤੋਂ ਪਹਿਲਾਂ, ਦੱਸੇ ਬੀਗੜ ਪਿੰਡ ਸੀ ਸਾਡਾ। ਫਤਿਆਬਾਦ ਤਹਿਸੀਲ ਸੀ ਲੱਗਦੀ, ਵਿੱਚ ਜ਼ਿਲ੍ਹਾ ਹਿਸਾਰ ਸੀ ਜਿਹੜੀ। ਠਾਣਾ ਸਰਸਾ ਟੇਸ਼ਨ ਭੱਠੂ, ਅਤਾ ਪਤਾ ਉਹ ਪੂਰਾ ਦੱਸਦੀ। ਨਾਲੇ ਅਥਰੂ ਪੂੰਝ ਕੇ ਕਹਿੰਦੀ, ਪੁਰਖਾਂ ਤੋਂ ਸੀ ਦੇਸ ਤੁਹਾਡਾ। ਉੱਥੇ ਨਹੀਂ ਹੁਣ ਕੁਝ ਵੀ ਸਾਡਾ, ਹੁਣ ਲਕੀਰਾਂ ਖਿੱਚੀਆਂ ਗਈਆਂ। ਪਿਛਾਂ ਦੇ ਮਾਣ ਨਾ ਆਸਾਂ ਰਹੀਆਂ, ਸੌਖੇ ਪਾਕਿਸਤਾਨ ਨਹੀਂ ਆਏ। ਵਾਰੇ ਮੈਂ ਤਾਂ ਪੁੱਤਰ ਜਾਏ, 6 ਪੁੱਤਰਾਂ ਦੇ ਨਾਲ ਟੁਰੀ ਸਾਂ। ਰਾਵਾਂ ਵਿੱਚ 2 ਕਬਰੀਂ ਪਾ ਕੇ, ਜੀਂਦੇ ਜੀ ਮੈਂ ਨਾਲ ਮਰੀ ਸਾਂ। ਲੁੱਟੇ ਪੁੱਟੇ ਮਰਦੇ ਜੀਂਦੇ, ਅਪੜੇ ਪਾਕਿਸਤਾਨ ਅਸੀਂ ਸਾਂ। ਵਤਨਾਂ ਤੋਂ ਬੇਵਤਨੀ ਹੋਏ, ਅਥਰੂ ਬੁੱਕਾਂ ਭਰ ਭਰ ਰੋਏ। ਓੜਕ ਆ ਮੁਹਾਜਰ ਹੋਏ, ਯਾਦ ਕਰੇ ਉਹ ਮੁੜ ਮੁੜ ਬੀਗੜ। ਖੌਰੇ ਕਿੰਜਦਾ ਹੋਇਆ ਹੋਸੀ। ਮਰਨ ਤੋਂ ਪਹਿਲਾਂ ਜਾ ਮੈਂ ਵੇਖਾਂ, ਗਲੀਆਂ ਵਿਹੜੇ ਕੰਧਾਂ ਕੋਲੇ। ਸਖੀਆਂ ਸਈਆਂ ਹਾਸੇ ਰੌਲੇ, ਜਿੱਥੇ ਪਾ ਤਰੰਜਣ ਬਹਿਣਾ। ਪੇਕੇ ਸਹੁਰੇ ਵਸਣਾ ਰਹਿਣਾ, ਨਿਤ ਦੁਆਵਾਂ ਕਰਦੀ ਰਹਿੰਦੀ। ਸ਼ਾਲਾ ਮੇਰ ਦਾ ਕਾਲ ਨਾ ਹੋਵੇ, ਦੇਸੋਂ ਫੇਰ ਨਿਕਾਲ ਨਾ ਹੋਵੇ। ਕਿਉਂਕਿ ਵਕਤ ਦੀ ਕਿੱਲਤ ਹੈ ਤੇ ਵੀਰ ਸਿਪਾਹੀ ਹੋਰਾਂ ਨੇ ਮੇਰੇ ਲਈ 2 ਨਜ਼ਮਾਂ ਲਿਖ ਛੱਡੀਆਂ ਨੇ ਤੇ ਮੇਰਾ ਵੀ ਉਂਝ ਹੀ ਦਿਲ ਕੀਤਾ ਕਿ ਮੈਂ ਵੀ ਤੁਹਾਨੂੰ ਕੁਛ ਨਜ਼ਰਾਨਾ ਪੇਸ਼ ਕਰਾਂ। ਕਿਤਾਬ ਦੇ ਵਿੱਚੋਂ ਦਾ ਚੀਜ਼ਾਂ ਦੋਸਤ ਪੜ੍ਹ ਹੀ ਲੈਣਗੇ। ਇਹ ਮੈਂ ਇੱਕ ਨਵੀਂ ਨਜ਼ਮ ਤੁਹਾਡੇ ਨਜ਼ਰ ਕਰ ਰਿਹਾ। ਵੀਰ ਸਿਪਾਹੀ ਹੋਰਾਂ ਦੀ ਬੜੀ ਮਸ਼ਹੂਰ ਨਸ਼ਈ ਦੀ ਇੱਕ ਨਜ਼ਮ, ਇੱਕ ਉਹਨਾਂ ਦਾ ਕਲਾਮ ਬੜਾ ਸੋਸ਼ਲ ਮੀਡੀਆ 'ਤੇ ਵੀ ਬੜਾ ਵਾਇਰਲ ਹੈ। ਮੈਂ ਵੀ ਕੋਸ਼ਿਸ਼ ਕੀਤੀ ਹੈ ਕਿ ਉਸੇ ਤਰ੍ਹਾਂ ਉਸੇ ਅੰਦਾਜ਼ ਦੇ ਵਿੱਚ ਖਰਾਜੀ ਅਕੀਦਤ ਪੇਸ਼ ਕਰ ਸਕਾਂ। ਇਹ ਗਜ਼ਲ ਜੀ। ਨਸ਼ਾ ਹੋਵੇ ਯਾਰ ਦਾ ਤਾਂ ਕਰਦਾ ਨਸ਼ਈਏ, ਨਸ਼ਾ ਟੁੱਟ ਜਾਣ ਤੋਂ ਵੀ ਡਰਦਾ ਨਸ਼ਈਏ। ਨਸ਼ਾ ਹੋਵੇ ਯਾਰ ਦਾ ਤਾਂ ਕਰਦਾ ਨਸ਼ਈਏ, ਨਸ਼ਾ ਟੁੱਟ ਜਾਣ ਤੋਂ ਵੀ ਡਰਦਾ ਨਸ਼ਈਏ। ਹੋਸ਼ ਵਿੱਚ ਹੋਵੇ ਜਿਹੜਾ ਝੂਠ ਸੱਚ ਕਰਦਾ, ਘੁੱਟ ਸੱਚ ਮੁੱਚ ਦੇ ਤਾਂ ਭਰਦਾ ਨਸ਼ਈਏ। ਨਸ਼ੇ ਨੂੰ ਤਾਂ ਮੰਨਦੇ, ਨਸ਼ਾ ਸੱਚ ਬੋਲਦਾ, ਗੱਲ ਸੱਚ ਕਰਕੇ ਤਾਂ ਮਰਦਾ ਨਸ਼ਈਏ। ਜੱਗ ਤੋਂ ਉਹ ਵੱਖਰੇ ਜਹਾਨ ਵਿੱਚ ਵਸਦਾ, ਦੁੱਖ ਸੁੱਖ ਜੱਗ ਦੇ ਵੀ ਜਰਦਾ ਨਸ਼ਈਏ। ਅੰਦਰੋਂ ਤਾਂ ਆਪ ਬੈਠਾ ਮੱਠਾ ਮੱਠਾ ਬਖਦਾ। ਸ਼ੇਰ ਤੁਹਾਡੀ ਨਜ਼ਰ ਹੈ ਜੀ। ਅੰਦਰੋਂ ਤਾਂ ਆਪ ਬੈਠਾ ਮੱਠਾ ਮੱਠਾ ਬਖਦਾ, ਅੱਗ ਤਾਂ ਇਹ ਚਿਲਮੇ 'ਚ ਧਰਦਾ ਨਸ਼ਈਏ। ਜਾਨ ਵੀ ਜਹਾਨ ਵੀ ਦਾਨ ਕਰ ਦਿੰਦਾ ਏ, ਕੁੱਲੀ ਵਿੱਚ ਰਹਿੰਦਾ ਏ ਤੇ ਸਰਦਾ ਨਸ਼ਈਏ। ਆਖਰੀ ਸ਼ੇਰ। ਮੌਜ ਉਹਦੀ ਆਪਣੀ ਮੌਜ ਵਿੱਚ ਰਹਿੰਦਾ ਏ, ਮੌਜ ਉਹਦੀ ਆਪਣੀ ਮੌਜ ਵਿੱਚ ਰਹਿੰਦਾ ਏ। ਡੁੱਬਦੇ ਕਿਨਾਰੇ ਨੇ ਤੇ ਤਰਦਾ ਨਸ਼ਈਏ। ਇੱਕ ਇਹ ਵੀ ਤਾਜ਼ਾ ਗਜ਼ਲ ਹੈ ਮੇਰੀ, ਔਰ ਇਹ ਮੇਰੇ ਆਪਣੇ ਦਿਲ ਦੇ ਬੜੇ ਕਰੀਬ ਹੈ। ਜਿਸ ਤਰ੍ਹਾਂ ਦੋਸਤਾਂ ਨੇ ਕਿਹਾ ਕਿ ਕੋਈ ਕਲਚਰ ਸਕਾਫਤ ਉਸ ਹਵਾਲੇ ਨਾਲ ਸ਼ਾਇਦ ਇਹ ਮੇਰੇ ਮਿਜ਼ਾਜ ਦਾ ਹਿੱਸਾ ਹੈ ਜਾਂ ਮੇਰੇ ਮੁਸ਼ਾਹਦੇ ਦਾ ਹਿੱਸਾ ਹੈ, ਲੇਕਿਨ ਸ਼ਾਇਰੀ ਦੇ ਹਵਾਲੇ ਨਾਲ ਇੱਕ ਕਹਿੰਦੇ ਨੇ ਨਾ ਕਿ ਉਹ ਸ਼ਾਇਦ ਇਹਨੂੰ ਕੋਈ ਬੜਾ ਇਸ਼ਕ ਹੋਇਆ ਹੋਏਗਾ, ਇਸ ਲਈ ਇਸ਼ਕੀਆ ਸ਼ਾਇਰੀ ਹੈ ਜਾਂ ਉਹਦੇ 'ਚ ਰੁਮਾਨਵੀਅਤ ਹੈ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਮੇਰਾ ਤਜਰਬਾ ਮੁਖਤਲਿਫ ਹੈ। ਜਿਸ ਸ਼ਖਸ ਨੂੰ ਜਾਂ ਜਿਸ ਕਲਮਕਾਰ ਨੂੰ ਦੂਸਰੇ ਦੀ ਜਗ੍ਹਾ ਜਾ ਕੇ ਆਪਣੇ ਆਪ ਨੂੰ ਉਸ ਪੋਜੀਸ਼ਨ ਸਿਚੁਏਸ਼ਨ 'ਚ ਰੱਖ ਕੇ ਸੋਚਣਾ ਮਹਿਸੂਸ ਕਰਨਾ ਆਉਂਦਾ ਹੈ, ਜਿਹਨੂੰ ਅੰਗਰੇਜ਼ੀ 'ਚ ਰੀਇਫੀਕੇਸ਼ਨ ਕਹਿੰਦੇ ਨੇ, ਅਤੇ ਸ਼ਾਇਦ ਰੱਬ ਤਾਲਾ ਨੇ ਮੈਨੂੰ ਇਹ ਸੈਂਸ ਦਿੱਤੀ ਹੈ, ਹਿੱਸ ਦਿੱਤੀ ਹੈ ਕਿ ਮੈਂ ਕਰ ਬੈਠਣਾ ਅਤੇ ਉਸ ਅੰਦਾਜ਼ ਨਾਲ ਮੈਂ ਕਿਸੇ ਨੂੰ ਦੇਖਾਂ ਅਤੇ ਉਹਦੀ ਸਿਚੁਏਸ਼ਨ ਦੇ ਮੁਤਾਬਿਕ ਮੇਰੇ ਕੋਲੋਂ ਸ਼ਾਇਰੀ ਹੋ ਜਾਂਦੀ ਹੈ, ਮੈਂ ਕਰਦਾ ਨਹੀਂ ਜੀ। ਜੀ। ਪੁੱਤਰ ਮੰਗਿਆ ਧੀ ਚਾ ਦੇਵੇ,
ਰਾਜ਼ ਨ ਸਮਝੀ ਆਇਆ। ਪੁੱਤਰ ਮੰਗਿਆ ਧੀ ਚਾ ਦੇਵੇ, ਰਾਜ਼ ਨ ਸਮਝੀ ਆਇਆ। ਮਾਪੇ ਜਿਹੜੇ ਦੇ ਨਹੀਂ ਸਕਦੇ, ਲੇਖੇ ਲਿਖ ਅਜ਼ਮਾਇਆ। ਡੋਲੀ ਸੂਲੀ ਇੱਕੋ ਕੁਝ ਨੇ, ਚਾੜੇ ਜਗ ਜੇ ਚੜਨਾ। ਚਾਵਾਂ ਦਾ ਮੁਕਲਾਵਾ ਲੋਕਾਂ, ਹਾਸਾ ਚਾ ਬਣਾਇਆ। ਸਿਰ ਦਾ ਸਾਈਂ ਵਾਗੀ ਹੋਵੇ, ਨਾਂ ਦੇ ਸਹੁਰੇ ਪੇਕੇ। ਤਿੰਨ ਕੌਲਾਂ ਤੇ ਤਿੰਨ ਲਫ਼ਜ਼ਾਂ ਨੇ, ਧੀਆਂ ਨੂੰ ਰੁਲਵਾਇਆ। ਇੱਕ ਛੱਤ ਲੋੜਨ, ਦੋ ਡੰਗ ਰੋਟੀ, ਤਨ ਦੇ ਲਈ ਇੱਕ ਤੇਵਰ। ਇੱਕ ਛੱਤ ਲੋੜਨ, ਦੋ ਡੰਗ ਰੋਟੀ, ਤਨ ਦੇ ਲਈ ਇੱਕ ਤੇਵਰ। ਕੌਲੇ ਲਿਪਣੇ ਚੁੱਲ੍ਹਾ ਚੌਕਾ, ਬਚਿਆ ਖੁਚਿਆ ਖਾਣਾ। ਧੀਆਂ ਮਾਪੇ ਦੁੱਖ ਨਾ ਦੱਸਣੇ, ਅੱਖਾਂ ਚੁਗਲੀ ਖਾਵਣ। ਸੁੱਖ ਦਾਜਾਂ ਵਿੱਚ ਦੇ ਨਹੀਂ ਹੁੰਦੇ, ਲੇਖਾਂ ਇਹ ਸਮਝਾਇਆ। ਧੀ ਰਾਣੀ ਦੀ ਚੁੱਪ ਵੀ ਬੋਲੇ, ਅੱਖਾਂ ਪੱਥਰ ਹੋਈਆਂ। ਜੀਵੇਂ ਜੀਂਦੇ ਜੀ ਮਰ ਗਈਏ, ਅੰਦਰ ਜੀ ਦਫਨਾਇਆ। ਬੂਏ ਮੁੜ ਕੇ ਆਈ ਧੀ ਨੂੰ, ਬਾਬਲ ਵੇਖੀ ਜਾਵੇ। ਅੱਖਾਂ ਨੇ ਤਾਂ ਡੱਕ ਲਏ ਅਥਰੂ, ਦੁਖੀ ਦਿਲ ਭਰ ਆਇਆ। ਬਹੁਤ ਸ਼ੁਕਰੀਆ। ਇਹਨਾਂ ਦਾ ਇੱਕ ਪਹਿਲੂ ਇਹ ਵੀ ਹੈ ਕਿ ਹੱਸਦੀ ਹੱਸਦੀ ਜਾਂਦੀ ਏ, ਟੋਏ ਗੱਲਾਂ ਪੈਂਦੇ ਨੇ। ਕੀ ਮੁਟਿਆਰੇ ਜਾਣੇ ਤੂੰ, ਮੁੰਡੇ ਕੀ ਕੀ ਸਹਿੰਦੇ ਨੇ। ਇਹ ਪਹਿਲੂ ਰਹਿ ਗਿਆ ਸੀ ਇਹਨਾਂ ਦਾ ਤਾਂ ਵੱਟੂ ਸਾਹਿਬ ਦਾ। ਤੇ ਲਓ ਜੀ, ਹੁਣ ਮੈਂ ਅੱਜ ਦੇ ਪ੍ਰਧਾਨ ਨੇ ਸਾਡੇ ਅੱਜ ਦੇ ਮੰਚ ਤੇ ਬੈਠੇ, ਸਭ ਤੋਂ ਬੜੀ ਕੁਰਸੀ ਤੇ ਸਾਡੇ ਤੇ ਸਾਰਿਆਂ ਦੇ ਉਸਤਾਦ ਨੇ ਜੀ। ਅਸੀਂ ਤੇ ਭਾਲੇ ਇਹਨਾਂ ਕੋਲ ਨਹੀਂ ਪੜ੍ਹੇ, ਲੇਕਿਨ ਇਹਨਾਂ ਦਾ ਰੂਹਾਨੀ ਫੈਜ਼ ਸਾਡੇ ਕੋਲ ਦਰਮਿਆਨ ਮੌਜੂਦ ਰਿਹਾ ਸਾਰੀ ਜ਼ਿੰਦਗੀ। ਅਸੀਂ ਇਹਨਾਂ ਦੀ ਵਜ੍ਹਾ ਤੋਂ ਜਿਹੜਾ ਜੀ ਕੋਈ ਚਾਰ ਅੱਖਰ ਬੋਲਣਾ ਜਾਣਦੇ ਹਾਂ। ਪ੍ਰੋਫੈਸਰ ਡਾਕਟਰ ਇਸਮਤੁੱਲਾ ਜ਼ਾਹਾ ਸਾਹਿਬ, ਤੁਹਾਡੀ ਭਰਪੂਰ ਤਾਲੀਆਂ 'ਚ ਜਨਾਬ ਡਾਕਟਰ ਇਸਮਤੁੱਲਾ ਜ਼ਾਹਾ ਸਾਹਿਬ। ਡਾਕਟਰ ਸਾਹਿਬ, ਕਿਸੇ ਬੰਦੇ ਦੇ ਹੱਥ ਆ ਗਿਆ ਅਲਾਦੀਨ ਦਾ ਚਿਰਾਗ, ਉਸ ਰਗੜਿਆ ਤੇ ਜਿੰਨ ਹਾਜ਼ਰ ਹੋ ਗਿਆ। ਉਹਨੇ ਆਖਿਆ, ਆਕਾ ਕੀ ਹੁਕਮ ਹੈ ਮੇਰੇ ਲਈ। ਉਸ ਆਖਿਆ ਕਿ 4 ਕਨਾਲ 'ਚ ਇੱਕ ਕੋਠੀ ਬਣਾ ਦੇ, ਫਸਟ ਕਲਾਸ 'ਚ। ਉਹ ਜਿੰਨ ਸੋਚ ਕੇ ਕਹਿਣ ਲੱਗਾ, ਆਕਾ ਮੁਲਕ ਦੇ ਮੁਆਸ਼ੀ ਹਾਲਾਤ ਵੀ ਠੀਕ ਨਹੀਂ ਹੈਗੇ ਅਤੇ ਮੈਂ ਵੀ ਬੜਾ ਗਰੀਬ ਆਦਮੀ ਹਾਂ, ਇੰਨੇ ਪੈਸੇ ਨਹੀਂ ਲਾ ਸਕਦਾ, ਕੋਈ ਹੋਰ ਹੁਕਮ। ਉਹਨੇ ਕਿਹਾ, ਅੱਛਾ ਮੈਂ ਮਲਕਾ ਬਲਤਾਨੀਆ ਨੂੰ ਮਿਲਣਾ ਚਾਹੁੰਦਾ ਵਾਂ, ਇੱਕ ਸੜਕ ਬਣਾ ਦੇ, ਉੱਥੇ ਤੱਕ ਜਾਣਾ ਮੈਂ ਆਪਣੀ ਕਾਰ 'ਤੇ ਵੇ, ਖਰਚਾ ਤੈਨੂੰ ਨਹੀਂ ਪੈਟਰੋਲ ਦਾ ਪਾਵਾਂਗਾ। ਉਹਨੇ ਕਿਹਾ ਕਿ ਜੀ ਮੈਂ ਅੱਗੇ ਅਰਜ਼ ਕੀਤਾ ਤੁਹਾਨੂੰ ਕਿ ਇੰਨੇ ਪੈਸੇ ਮੇਰੇ ਕੋਲ ਨਹੀਂ ਹੈਗੇ, ਕਮਜ਼ੋਰ ਹਾਂ। ਉਹਨੇ ਕਿਹਾ, ਅੱਛਾ ਤੀਸਰੀ ਗੱਲ ਫਿਰ ਦੱਸ, ਇੱਕ ਸਵਾਲ ਦਾ ਜਵਾਬ ਦੇ, ਤੈਨੂੰ ਛੁੱਟੀ। ਉਹਨੇ ਕਿਹਾ, ਜੀ ਕੀ। ਉਹਨੇ ਕਿਹਾ, ਮੈਂ ਸੁਣਿਆ ਹੈ ਕਿ ਔਰਤ ਇੱਕ ਕਿਤਾਬ ਹੈ ਅਤੇ ਇਸ ਕਿਤਾਬ ਨੂੰ ਕਿੱਥੋਂ ਪੜ੍ਹਨਾ ਸ਼ੁਰੂ ਕੀਤਾ ਜਾਏ ਅਤੇ ਕਿੱਥੇ ਖ਼ਤਮ ਕੀਤਾ ਜਾਏ। ਛਿਨ ਸੋਚ ਕੇ ਕਹਿਣ ਲੱਗਾ, ਆਕਾ ਇਹ ਦੱਸੋ ਕਿ ਮਲਕਾ ਬਰਤਾਨੀਆ ਦੇ ਮਹੱਲ ਤੱਕ ਜਿਹੜੀ ਸੜਕ ਬਣਾਉਣੀ, ਉਹ 1 ਰੋਇਆ ਬਣਾਉਣੀ ਕਿ 2 ਰੋਇਆ ਬਣਾਉਣੀ। ਇਹ ਗੱਲ ਮੈਂ ਇਸ ਲਈ ਕੀਤੀ ਹੈ ਕਿ ਕਿਤਾਬ ਕੋਈ ਵੀ ਹੋਵੇ, ਕਿਤਾਬ ਪੜ੍ਹਨਾ ਹੀ ਸਭ ਤੋਂ ਮੁਸ਼ਕਿਲ ਕੰਮ ਹੈ। ਲਿਖਣ ਵਾਲੇ ਦੀ ਜ਼ਿੰਮੇਵਾਰੀ ਹੈ, ਲੇਕਿਨ ਕਿਤਾਬ ਪੜ੍ਹਨਾ ਜਿਹੜਾ ਹੈ ਉਹ ਪੜ੍ਹਨ ਵਾਲੇ ਦੀ ਜ਼ਿੰਮੇਵਾਰੀ, ਅਤੇ ਕਿਤਾਬ ਪੜ੍ਹਨਾ ਹੀ ਔਖਾ ਕੰਮ ਹੈ। ਜੇ ਤੇ ਕਿਤਾਬ ਨੂੰ ਤੁਸੀਂ ਕਿਤਾਬ ਸਮਝ ਕੇ ਰਵਾਨੀ ਦੇ ਨਾਲ ਪੜ੍ਹ ਜਾਓਗੇ ਤੇ ਉਹ ਕਾਗਜ਼ਾਂ ਦਾ ਇੱਕ ਦੱਥਾ ਹੀ ਸਾਬਤ ਹੋਵੇਗੀ, ਇੱਕ ਰੁੱਗ ਕਾਗਜ਼ਾਂ ਦਾ ਹੋਵੇਗਾ। ਜਦੋਂ ਕਿ ਕਿਤਾਬ ਨੂੰ ਪੜ੍ਹਨ ਵਾਸਤੇ ਜ਼ਰੂਰੀ ਹੈ ਕਿ ਕਿਤਾਬ ਦੇ ਵਿੱਚ ਜਿਹੜਾ ਫਲਸਫਾ ਹੈ ਉਹਨੂੰ ਪੜ੍ਹਿਆ ਜਾਏ। ਅਗਰ ਫਲਸਫੇ ਤੱਕ ਸਾਡੀ ਨਜ਼ਰ ਚਲੀ ਜਾਏ ਤੇ ਫਿਰ ਅਸੀਂ ਕਿਤਾਬ ਨੂੰ ਨਹੀਂ ਪੜ੍ਹ ਰਹੇ ਹੁੰਦੇ, ਬੁਨਿਆਦੀ ਤੌਰ 'ਤੇ ਸਾਹਿਬ ਕਿਤਾਬ ਨੂੰ ਪੜ੍ਹ ਰਹੇ ਹੁੰਦੇ ਹਾਂ। ਅਤੇ ਸਾਹਿਬ ਕਿਤਾਬ ਦੇ ਜਿਹੜੇ ਨਜ਼ਰੀਆਤ ਹੁੰਦੇ ਨੇ, ਫਲਸਫਾ ਜਿਹੜਾ ਹੁੰਦਾ ਹੈ, ਉਹਨੂੰ ਪੜ੍ਹਦਿਆਂ ਜਿਹੜਾ ਉਹਨੂੰ ਗਿਆਨ ਹਾਸਲ ਹੋਇਆ ਹੁੰਦਾ ਲਿਖਣ ਲੱਗਿਆਂ, ਉਸ ਗਿਆਨ ਨੂੰ ਅਸੀਂ ਹਾਸਲ ਕਰ ਲੈਂਦੇ ਅਤੇ ਆਪ ਗਿਆਨੀ ਹੋ ਜਾਂਦੇ ਹਾਂ। ਅਤੇ ਜਦੋਂ ਅਸੀਂ ਆਪ ਗਿਆਨੀ ਹੋ ਜਾਂਦੇ ਹਾਂ ਅਤੇ ਫਿਰ ਆਪ ਗਿਆਨ ਧਿਆਨ ਵਾਲੇ ਹੋ ਕੇ ਫੈਜ਼ਾਨ ਵੰਡਣ ਵਾਲੇ ਵੀ ਹੋ ਜਾਂਦੇ ਹਾਂ। ਇਹ ਕਿਤਾਬ ਪੜ੍ਹਨ ਦਾ ਬਿਹਤਰੀਨ ਜਿਹੜਾ ਉਸੂਲ ਹੈ ਔਰ ਤਰੀਕਾ ਹੈ। ਜਿੱਥੋਂ ਤੱਕ ਡਾਕਟਰ ਸਈਦ ਸਾਹਿਬ ਦੀ ਕਿਤਾਬ ਦਾ ਤਾਲੁਕ ਹੈ, ਮੈਂ ਉਹਦੇ ਵਾਸਤੇ ਚੂँकि ਵਕਤ ਨਹੀਂ ਹੈ, ਗੱਲਾਂ ਲੰਮੀਆਂ ਨਹੀਂ ਕਰ ਸਕਿਆ, ਇੱਕ ਮਜ਼ਮੂਨ ਛੋਟਾ ਜਿਹਾ ਮੈਂ ਲਿਖਿਆ ਸੀ, ਕੰਪੋਜ਼ ਕਰਾ ਕੇ ਇਹਨਾਂ ਦੀ ਖਿਦਮਤ 'ਚ ਪੇਸ਼ ਕਰ ਦਿਆਂਗਾ।
ਬਹੁਤ ਸਾਰੀਆਂ ਗੱਲਾਂ ਦੋਸਤਾਂ ਨੇ ਕੀਤੀਆਂ ਔਰ ਮੈਂ ਸਮਝਦਾ ਕਿ ਜਿੰਨੇ ਦੋਸਤਾਂ ਨੇ ਗੱਲਾਂ ਕੀਤੀਆਂ ਨੇ ਉਹ ਬਹੁਤ ਹੱਦ ਤੱਕ ਸੱਚੀਆਂ ਨੇ, ਕਿਉਂਕਿ ਉਹਨਾਂ ਦੀ ਸ਼ਾਇਰੀ ਵਿੱਚ ਬੇਸਾਖਤਗੀ ਜਿਹੜੀ ਹੈ ਉਹ ਸਾਬਤ ਕਰਦੀ ਹੈ ਕਿ ਉਹ ਮਾਸੂਮ ਜਜ਼ਬਿਆਂ ਦੇ ਮਾਲਿਕ ਨੇ। ਤੇ ਮਾਸੂਮ ਜਜ਼ਬਿਆਂ ਵਾਲਾ ਬੰਦਾ ਜਿਹੜਾ ਹੁੰਦਾ ਤਕੱਲਫਾਤ 'ਚ ਨਹੀਂ ਪੈਂਦਾ। ਇਹ ਵੀ ਵਜ੍ਹਾ ਕਿ ਇਹਨਾਂ ਦੀ ਜ਼ੁਬਾਨ ਦੇ ਵਿੱਚ ਵੀ ਕੋਈ ਤਕੱਲਫ ਨਹੀਂ ਹੈ, ਜ਼ੁਬਾਨ ਨੂੰ ਵਰਤਣ ਵਿੱਚ ਕੋਈ ਤਕੱਲਫ ਨਹੀਂ ਹੈ, ਖਿਆਲ ਨੂੰ ਬਿਆਨ ਕਰਨ 'ਚ ਕੋਈ ਤਕੱਲਫ ਨਹੀਂ ਹੈ। ਬਿਲਾ ਤਕੱਲਫ ਇਹਨਾਂ ਨੇ ਹਰ ਚੀਜ਼ ਉਹ ਬਿਆਨ ਕੀਤੀ ਜਿਹੜੀ ਇਹਨਾਂ ਦੇ ਵਿਜਦਾਨ ਦੇ ਨਾਲ ਟਕਰਾਈ ਹੈ, ਔਰ ਉਸ ਵਿਜਦਾਨ ਨਾਲ ਟਕਰਾਉਣ ਦਾ ਨਤੀਜਾ ਜਿਹੜਾ ਹੈ ਇੱਕ ਸ਼ੇਰ ਦੀ ਸੂਰਤ ਸਾਹਮਣੇ ਆਇਆ। ਉਹਨਾਂ ਨੇ ਬੜੀ ਰਵਾਨੀ ਦੇ ਨਾਲ ਉਸ ਨੂੰ ਬਿਆਨ ਕਰ ਦਿੱਤਾ ਹੈ, ਔਰ ਆਪਣੀ ਤਹਿਜ਼ੀਬ ਔਰ ਸਕਾਫਤ ਦਾ ਵੀ ਹਵਾਲਾ ਕਈ ਦੋਸਤਾਂ ਨੇ ਦਿੱਤਾ ਹੈ, ਔਰ ਬਜਾ ਤੌਰ 'ਤੇ ਦਿੱਤਾ ਹੈ। ਇਹ ਆਪਣੀ ਤਹਿਜ਼ੀਬ ਸਕਾਫਤ ਦੇ ਵਿੱਚ ਜਿਹੜੀਆਂ ਸਾਡੀਆਂ ਅਲਾਮਤਾਂ ਨੇ, ਮਿਸਾਲ ਤੌਰ 'ਤੇ ਗਰਦੇਜ਼ੀ ਸਾਹਿਬ ਨੇ ਇਸ਼ਾਰਾ ਕੀਤਾ, ਮੇਰੇ ਅਜ਼ੀਜ਼ ਤਰੀਨ ਸ਼ਾਗਿਰਦਾਂ 'ਚ ਨੇ, ਮੇਰੇ ਮਾਣ ਦੇ ਬਹੁਤ ਮਾਣ ਹੈ ਮੈਨੂੰ ਇਹਨਾਂ ਦੇ ਉੱਤੇ, ਔਰ ਬਹੁਤ ਪਿਆਰੇ ਸੱਜਣ ਨੇ ਮੇਰੇ, ਕਿ ਉਹ ਦਾਸਤਾਨਾਂ ਜਿਹੜੀਆਂ ਸਾਡੀਆਂ ਰਵਾਇਤੀ ਦਾਸਤਾਨਾਂ ਨੇ ਉਹਨਾਂ ਦੇ ਰੋਮਾਨਵੀ ਕਿਰਦਾਰ ਨੇ ਜਿਹੜੇ, ਉਹ ਇੱਕ ਕਿਰਦਾਰ ਨਹੀਂ, ਬੁਨਿਆਦੀ ਤੌਰ 'ਤੇ ਸਾਡੇ ਰਵਾਇਤ ਦੀਆਂ ਅਲਾਮਤਾਂ ਨੇ। ਰਵਾਇਤ ਜਿਹੜੀ ਹੈ ਉਹ ਬਹੁਤ ਦੂਰ ਤੱਕ ਇਨਸਾਨ ਨੂੰ ਲੈ ਜਾਂਦੀ ਹੈ। ਕਿਰਦਾਰ ਤਾਂ ਇੰਨਾ ਹੀ ਹੈ ਨਾ ਰਾਂਝੇ ਦਾ ਕਿ ਇੱਕ ਮੁੰਡੇ ਨੇ ਕੁੜੀ ਨਾਲ ਪਿਆਰ ਕੀਤਾ, ਕੁੜੀ ਨੇ ਮੁੰਡੇ ਨਾਲ ਪਿਆਰ ਕੀਤਾ, ਦੋਵਾਂ ਨੂੰ ਰਾਸ ਨਹੀਂ ਆਇਆ, ਕਹਾਣੀ ਖਤਮ। ਗੱਲ ਤਾਂ ਇਹ ਵੀ ਬੁਨਿਆਦੀ ਤੌਰ 'ਤੇ, ਲੇਕਿਨ ਅਸਲ ਦੇ ਵਿੱਚ ਜ਼ਿੰਦਗੀ ਦਾ ਫਲਸਫਾ ਜਿਹੜਾ ਹੈ ਉਹਨਾਂ ਕਿਰਦਾਰਾਂ ਦੇ ਰਾਹੀਂ ਬਿਆਨ ਕੀਤਾ ਗਿਆ ਫਲਸਫਾ, ਤੇ ਉਹ ਵੇ ਨਾ ਉਹਦੇ 'ਤੇ ਅਮਲ ਕਰਨ ਦੀ ਜ਼ਰੂਰਤ ਹੈ। ਇਹਨਾਂ ਨੇ ਕਿਰਦਾਰਾਂ ਨੂੰ ਟੱਚ ਜ਼ਰੂਰ ਕੀਤਾ ਹੈ, ਲੇਕਿਨ ਕਮਾਲ ਇਹ ਕੀਤਾ ਹੈ ਕਿ ਰਵਾਇਤੀ ਅੰਦਾਜ਼ ਨਾਲ ਉਹਨਾਂ ਕਿਰਦਾਰਾਂ ਨੂੰ ਬਿਆਨ ਕਰਨ ਦੀ ਬਜਾਏ ਉਹਨਾਂ ਨੂੰ ਨਵੇਂ ਦੌਰ ਦੇ ਨਵੇਂ ਮਾਨੀ ਪਵਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਇੱਕ ਅਨੋਖੀ ਜੀ ਗੱਲ ਹੈ। ਮੈਂ ਸਮਝਦਾ ਗਜ਼ਲ ਦਾ ਸਫ਼ਰ 70 ਦੀ ਦਹਾਈ ਵਿੱਚ ਜਿਹੜਾ ਸ਼ੁਰੂ ਹੋਇਆ ਸੀਗਾ ਉਹ ਇੰਨੀ ਤੇਜ਼ੀ ਨਾਲ ਸ਼ੁਰੂ ਹੋਇਆ ਹੈ ਕਿ ਲੋਕ ਹੈਰਾਨ ਸਨ ਕਿ ਹੋਇਆ ਕੀ ਹੈ। ਹੋਇਆ ਇਹ ਵੇ ਕਿ 70 ਦੀ ਦਹਾਈ ਵਿੱਚ ਉਹ ਬੰਦੇ ਸਾਡੇ ਸੀਨੀਅਰ ਅਸਾਤਿਜ਼ਾ ਜਿਹੜੇ ਆਉਂਦੇ ਸਨ, ਜਿਹੜੇ ਬੁਨਿਆਦੀ ਤੌਰ 'ਤੇ ਉਰਦੂ ਦੇ ਸ਼ਾਇਰ ਸਨ, ਫਾਰਸੀ ਅਰਬੀ ਦਾ ਮੁਤਾਲਾ ਸੀ ਉਹਨਾਂ ਦਾ, ਜਦੋਂ ਉਹਨਾਂ ਨੂੰ ਇਹ ਹਕੀਕਤ ਸਮਝ ਆਈ ਕਿ ਜਿਹੜੀ ਗੱਲ ਉਹਨਾਂ ਲਿਖੀ ਵੀ ਇਹ ਗੱਲ ਕਈਆਂ ਨੇ ਕਿ ਜਿਹੜਾ ਮਜ਼ਾ ਆਪਣੀ ਮਾਦਰੀ ਜ਼ੁਬਾਨ ਵਿੱਚ ਗੱਲ ਕਰਨ ਦਾ ਆਉਂਦਾ ਹੈ, ਇਜ਼ਹਾਰ ਦਾ ਮਜ਼ਾ ਆਉਂਦਾ ਹੈ ਬੇਤਕੱਲਫ ਤਰੀਕੇ ਦੇ ਨਾਲ, ਉਹ ਦੂਸਰੀ ਜ਼ੁਬਾਨ ਤਕੱਲਫ ਨਾਲ ਵੀ ਨਹੀਂ ਆਉਂਦਾ। ਇਹ ਗੱਲ ਕਰਕੇ ਜਦੋਂ ਪੰਜਾਬੀ ਵੱਲ ਪਰਤੇ ਨੇ ਤੇ ਉਹਨਾਂ ਦਾ ਸਾਰਾ ਤਜਰਬਾ ਜਿਹੜਾ ਉਰਦੂ ਦਾ ਸੀਗਾ, ਫਾਰਸੀ ਦਾ ਸੀ, ਅਰਬੀ ਦਾ ਸੀ, ਚੰਦ ਸਕਿੰਟਾਂ ਦੇ ਵਿੱਚ ਹੀ ਜਿਹੜਾ ਸੀ ਉਹ ਪੰਜਾਬੀ ਵਿੱਚ ਕਨਵਰਟ ਹੋ ਗਿਆ। ਇਸ ਵਜ੍ਹਾ ਨਾਲ ਉਸ ਦੌਰ ਦੀ ਗਜ਼ਲ ਜਿਹੜੀ ਉਹ ਹੈਰਾਨ ਕਰ ਦੇਣ ਵਾਲੀ ਗਜ਼ਲ ਹੈ, ਔਰ ਉਹਦੇ ਵਿੱਚ ਜਿਹੜਾ ਮਜ਼ਮੂਨਾਂ ਦੀ ਰੰਗਾ ਰੰਗੀ ਆਈ, ਮਤਲਬ ਜਦੋਂ ਟਾਕਾ ਫਾਲ ਹੁੰਦਾ ਹੈ, ਸਾਡੀ ਮਈਸ਼ਤ ਤਬਾਹ ਹੁੰਦੀ, ਮਈਸ਼ਤ ਦੇ ਮਾਹਿਰ ਬੈਠੇ ਨੇ ਇਹ ਦੱਸਣਗੇ, ਮਈਸ਼ਤ ਤਬਾਹ ਹੋਈ ਹੈ। ਫਿਰ ਸਾਡੇ ਬੰਦੇ ਮਿਡਲ ਈਸਟ ਦੇ ਵਿੱਚ ਜਿਸ ਵੇਲੇ ਗਏ ਨੇ ਔਰ ਉੱਥੋਂ ਜਦੋਂ ਪੈਸਾ ਵਾਪਸ ਆਇਆ, ਅਸੀਂ ਰੇਲ ਪੇਲ ਹੋਈ ਹੈ, ਤਾਂ ਸਾਡੀਆਂ ਅਖਲਾਕੀ ਕਦਰਾਂ ਵੀ ਜਿਹੜੀਆਂ ਸੀ ਉਹ ਟੁੱਟ ਭੱਜ ਦਾ ਸ਼ਿਕਾਰ ਹੋਈਆਂ। ਤੇ ਜਿਹੜਾ ਸੀ ਇਲੈਕਟ੍ਰੀਸ਼ੀਅਨ ਉਹ ਇਲੈਕਟ੍ਰੀਕਲ ਇੰਜੀਨੀਅਰ ਹੋ ਗਿਆ, ਹੋਇਆ ਜਾਂ ਨਹੀਂ? ਜਿਹੜਾ ਪਲੰਬਰ ਸੀਗਾ ਉਹ ਸਿਵਲ ਇੰਜੀਨੀਅਰ ਹੋਇਆ। ਤੇ ਇੱਥੇ ਇਸ ਤਰ੍ਹਾਂ ਕਰਕੇ ਧੀਆਂ ਪੁੱਤਰਾਂ ਦੇ ਰਿਸ਼ਤੇ ਜਿਹੜੇ ਸੀ ਉਹ ਜੁੜਨੇ ਸ਼ੁਰੂ ਹੋਏ ਕਿ ਮੈਂ ਤੇ ਸਿਵਲ ਇੰਜੀਨੀਅਰ ਦੇ ਘਰ ਵਿਆਹਣਾ ਪੁੱਤਰ, ਮੈਂ ਤੇ ਧੀ ਜਿਹੜੀ ਹੈ ਉਹ ਉਸ ਦੇ ਘਰ ਵਿਆਹਣੀ ਹੈ ਜਿਹੜਾ ਇਲੈਕਟ੍ਰੀਕਲ ਇੰਜੀਨੀਅਰ ਥਿਆਲਾ ਸੀ ਉਹ ਇਲੈਕਟ੍ਰੀਸ਼ੀਅਨ ਸੀਗਾ। ਯਾਨੀ ਸ਼ਨਾਖਤ ਹੀ ਇਨਸਾਨਾਂ ਦੀ ਬਦਲਣੀ ਸ਼ੁਰੂ ਹੋ ਗਈ। ਸਾਡੀ ਗਜ਼ਲ ਦੇ ਵਿੱਚ ਉਹ ਸਾਰਾ ਕੁਝ ਮੌਜੂਦ ਹੈ ਡਾਕਟਰ ਸਾਹਿਬ ਸ਼ਾਮਦੇਵ, ਉਹ ਸਾਰਾ ਕੁਝ ਮੌਜੂਦ ਹੈ। ਔਰ ਜਦੋਂ ਅੱਗੇ ਥੋੜ੍ਹਾ ਜਿਹਾ ਅਸੀਂ ਟੁਰੇ ਹਾਂ ਤੇ ਮਸਰੂਫੀਅਤ ਨੇ ਬੰਦੇ ਨੂੰ ਮਸ਼ੀਨ ਦੇ ਨਾਲ ਮਸ਼ੀਨ ਕੀਤਾ ਹੈ, ਤੇ ਉਹਦੇ ਵਿੱਚ ਫਿਰ ਵਕਤ ਦਾ ਤਕਾਜ਼ਾ ਇਹ ਸੀ ਕਿ ਗਜ਼ਲ ਤੋਂ ਅੱਗੇ ਵੱਧ ਕੇ ਕੋਈ ਕਦਮ ਉਠਾਇਆ ਜਾਏ ਜਿਹੜਾ ਥੋੜ੍ਹੇ ਵਕਤ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਇੱਕ ਵੱਡਾ ਖਿਆਲ ਲੋਕਾਂ ਦੇ ਦਿਲ ਦੇ ਉੱਤੇ ਤਾਰੀ, ਜ਼ਿਹਨ ਦੇ ਉੱਤੇ ਤਾਰੀ ਕਰ ਦਿੱਤਾ ਜਾਏ। ਉਹਦੇ ਵਾਸਤੇ ਫਿਰ ਨਜ਼ਮ ਨੇ ਆਪਣਾ ਆਪ ਪੇਸ਼ ਕੀਤਾ, ਜਿਹੜੀ ਜਦੀਦ ਸਾਡੀ ਨਜ਼ਮ ਹੈ ਉਹਨੇ। ਔਰ ਉਸ ਤੋਂ ਅਗਲਾ ਇੱਕ ਦੌਰ ਹੈ, ਉਹਦੇ ਵਿੱਚ ਆ ਕੇ ਕੀ ਹੋਇਆ ਕਿ ਗਜ਼ਲ ਦੀਆਂ ਹੱਦਾਂ ਤੇ ਨਜ਼ਮ ਦੀਆਂ ਫਿਕਰੀ ਸਰਹੱਦਾਂ ਆਪਸ ਦੇ ਵਿੱਚ ਮਿਲਦੀਆਂ ਨਜ਼ਰ ਆ ਰਹੀਆਂ। ਉਹ ਅੱਜ ਦਾ ਦੌਰ ਹੈ ਤੇ ਡਾਕਟਰ ਸਾਹਿਬ ਦੀ ਸ਼ਾਇਰੀ ਜਿਹੜੀ ਅੱਜ ਦੇ ਉਸ ਦੌਰ ਦੀ ਨੁਮਾਇੰਦਗੀ ਕਰਦੀ ਹੈ। ਇਹੋ ਹੀ ਵਜ੍ਹਾ ਹੈ ਕਿ ਇਹਨਾਂ ਦੀ ਗਜ਼ਲ ਵਿੱਚ ਨਜ਼ਮ ਦਾ ਸਵਾਦ ਤੇ ਨਜ਼ਮ ਵਿੱਚ ਗਜ਼ਲ ਦਾ ਸਵਾਦ ਮੌਜੂਦ ਹੈ। ਇਹ ਖਾਸ ਖੂਬੀ ਇਹਨਾਂ ਦੀ। ਪੰਜਾਬ ਦੇ ਤਹਿਜ਼ੀਬ ਦੇ ਵਿੱਚੋਂ ਜਿਹੜੇ ਅਖਾਣ, ਮੁਹਾਵਰੇ, ਜ਼ਰਬ ਮਿਸਲਾਂ ਡਾਕਟਰ ਸਾਹਿਬ ਨੇ ਕਿਧਰੇ ਕਿਧਰੇ ਉਹਨਾਂ ਨੂੰ ਟੱਚ ਕੀਤਾ, ਲੇਕਿਨ ਕਮਾਲ ਤਰੀਕੇ ਦੇ ਨਾਲ ਕੀਤਾ ਹੈ। ਔਰ ਡਾਕਟਰ ਸਾਹਿਬ ਨੇ, ਗੁਰਦੇਵ ਸਾਹਿਬ ਨੇ ਵੀ ਕਿਹਾ ਕਿ ਉਹਨਾਂ ਨੇ ਛੋਟੀ ਬਹਿਰ ਤੇ ਚੰਦਮਾਈ ਗੱਲ ਇਹ ਵੇ
ਕਿ ਛੋਟੀ ਬਹਿਰ ਥੋੜ੍ਹੇ ਲਫ਼ਜ਼ਾਂ 'ਚ ਵੱਡੀ ਗੱਲ ਕਰਨਾ ਜਿਹੜਾ ਹੈ ਇਹ ਬੜਾ ਵੱਡਾ ਫਨ ਹੈਗਾ, ਗੁਰ ਹੈਗਾ, ਔਰ ਇਹ ਡਾਕਟਰ ਸਾਹਿਬ ਨੂੰ ਨਸੀਬ ਹੈ। ਅੱਲਾਹ ਤਾਲਾ ਨੇ ਇਹਨਾਂ ਨੂੰ ਨਸੀਬ ਕੀਤਾ ਹੈ। ਮੈਂ ਮੁਬਾਰਕਬਾਦ ਪੇਸ਼ ਕਰਨਾ। ਗੱਲਾਂ ਹੋਰ ਵੀ ਬਹੁਤ ਸਾਰੀਆਂ ਕਰਨ ਵਾਲੀਆਂ ਜਿਹੜੀਆਂ ਮੈਂ ਕਰ ਸਕਦਾ, लेकिन 5 मिनट मेरे 5 मिनट आपने जहाँ ना कैंची फेर दे, मुझे कोई मसला नहीं है, ठीक है। आखिर ਵਿੱਚ मैं मुबारकबाद देंदे आया ਸਾਰੇ ਦੋਸਤਾਂ ਵੱਲੋਂ ਵੀ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਖਾਸ ਇਹਨਾਂ ਦੀ ਜਿਹੜੀ ਕਾਵਿਸ਼ ਹੈ ਉਹਨੂੰ ਸਰਾਹਦਿਆਂ ਹੋਇਆਂ ਮੈਂ ਖਰਾਜ ਤਹਿਸੀਨ ਪੇਸ਼ ਕਰਨਾ ਕਿ ਇਹਨਾਂ ਨੇ ਕਿਤਾਬ ਦਾ ਇੱਕ ਪੂਰੀ ਕਿਤਾਬ ਜਿਹੜੀ ਹੈ ਗੁਰਮੁਖੀ ਦੇ ਅੱਖਰਾਂ ਵਿੱਚ ਵੀ ਨਾਲ ਸ਼ਾਮਲ ਕਰ ਦਿੱਤੀ ਹੈ। ਮੈਂ ਇੱਕ ਛੋਟਾ ਜਿਹਾ ਵਾਕਿਆ ਸੁਣਾ ਕੇ ਇਹਨਾਂ ਨੂੰ ਖਰਾਜ ਤਹਿਸੀਨ ਪੇਸ਼ ਕਰਨਾ। ਕੁਝ ਸਾਲ ਪਹਿਲੇ ਇੰਡੀਆ 'ਚੋਂ, ਮੈਂ ਇਸ ਗੱਲ ਆਪਣੀ ਕਰਨ ਤੋਂ ਪਹਿਲੇ ਇੱਕ ਗੱਲ ਦੱਸ ਦਿਆਂ ਕਿ ਮੈਂ ਬੜੇ ਮਾਣ ਨਾਲ ਕਹਿ ਸਕਦਾ ਔਰ ਜ਼ਿੰਮੇਦਾਰੀ ਨਾਲ ਕਹਿਣਾ ਕਿ ਇੰਡੀਅਨ ਪੰਜਾਬ ਦੇ ਵਿੱਚ ਜਿਹੋ ਜਿਹੀ ਪਾਕਿਸਤਾਨ 'ਚ ਗਜ਼ਲ ਲਿਖੀ ਜਾ ਰਹੀ ਇੰਡੀਅਨ ਪੰਜਾਬ ਵਾਲਿਆਂ ਨੂੰ ਅੱਜ ਤੱਕ ਨਸੀਬ ਨਹੀਂ ਹੋਈ। ਬਿਲਕੁਲ ਸਹੀ। ਇਹ ਜਾਨਦਾਰ ਗਜ਼ਲ ਹੈ ਸਾਡੀ ਪੰਜਾਬੀਆਂ ਦੀ। ਇੱਕ ਵੱਖਰੀ ਗੱਲ ਹੈ ਕਿ ਉਹਨਾਂ ਨੇ ਕਹਾਣੀ ਦੇ ਵਿੱਚ ਜਾਂ ਆਜ਼ਾਦ ਨਜ਼ਮ ਦੇ ਵਿੱਚ ਬਹੁਤ ਕੰਮ ਕੀਤਾ ਹੈ, ਲੇਕਿਨ ਸਾਡੀ ਗਜ਼ਲ ਜਿਹੜੀ ਹੈ ਉਹ ਪਹਿਚਾਨ ਹੈ ਪਾਕਿਸਤਾਨੀ ਪੰਜਾਬ ਦੀ ਗਜ਼ਲ ਜਿਹੜੀ ਹੈ, ਇੰਡੀਆ ਵਾਲਿਆਂ ਨੂੰ ਨਸੀਬ ਨਹੀਂ ਅੱਜ ਤੱਕ। ਇਹਦੀ ਕਈ ਵਜੂਹਾਤ ਹੋ ਸਕਦੀਆਂ ਨੇ। ਪਿਛਲੇ ਦਿਨਾਂ 'ਚ ਇੱਕ ਸਿੱਖ ਆਇਆ ਯੂਨੀਵਰਸਿਟੀ ਮੇਰੇ ਕੋਲ ਅਤੇ ਮਹਿਮਾਨ ਸਮਝ ਕੇ ਉਹਦੀ ਇੱਜ਼ਤ ਆਦਰ ਕੀਤੀ ਗਈ। ਉਹ ਬੈਠਿਆ ਕਹਿਣ ਲੱਗਾ ਜੀ ਮੈਂ ਇੰਡੀਆ ਦਾ ਸਭ ਤੋਂ ਮਸ਼ਹੂਰ ਗਜ਼ਲ ਗੋ ਹਾਂ। ਉਹ ਗਜ਼ਲ ਨੂੰ ਗਜ਼ਲ ਕਹਿੰਦੇ ਨੇ ਜੀ। ਇੱਥੋਂ ਹੀ ਪਤਾ ਲੱਗ ਗਿਆ ਨਾ ਕਿ ਜਿਹੜਾ ਗਜ਼ਲ ਨੂੰ ਗਜ਼ਲ ਨਹੀਂ ਕਹਿ ਸਕਦਾ ਗਜ਼ਲ ਕੀ ਕਹਿਣੀ ਹੈ। ਗਜ਼ਲ ਗੋ ਹਾਂ। ਮੈਂ ਕਿਹਾ ਜੀ ਕੋਈ ਸੁਣਾਓ। ਉਹਨੇ 5-7 ਬਹਿੰਦਿਆਂ ਸਾਰ ਸੁੱਟ ਦਿੱਤੀਆਂ, ਸੁਣਾ ਦਿੱਤੀਆਂ। ਉਹ ਜਿਹਦੇ 8ਵੀਂ ਸੁਣਾਉਣ ਲੱਗਾ ਨਾ ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਸਰਦਾਰ ਜੀ ਹੁਣ ਕੋਈ ਗਜ਼ਲ ਵੀ ਸੁਣਾਓ। ਮੇਰੇ ਲਾਗੇ ਮੇਰੇ ਕੁਲੀਗ ਸ਼ਾਗਿਰਦ ਵੀ ਮੇਰੇ ਡਾਕਟਰ ਨਵੀਸ਼ ਸ਼ਹਜ਼ਾਦ ਬੈਠੇ ਸਨ। ਮੈਨੂੰ ਕਹਿਣ ਲੱਗੇ ਡਾਕਟਰ ਸਾਹਿਬ ਹੱਥ ਹੌਲਾ ਰੱਖੋ, ਮਹਿਮਾਨ ਹੈਗਾ। ਉਹਨੇ ਨਜ਼ਮਾਂ ਗਜ਼ਲ ਦੇ ਨਾਂ 'ਤੇ ਮੈਨੂੰ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਕਿਹਾ ਸਿੱਖ ਬੇਵਕੂਫ ਤੇ ਹੁੰਦੇ ਨੇ, ਦੂਜਿਆਂ ਨੂੰ ਵੀ ਸਮਝਣ ਲੱਗ ਪਏ ਨੇ। ਇਹ ਨਹੀਂ ਹੋਣ ਲੱਗਾ। ਮੈਂ ਨਵੀਦ ਨੂੰ ਕਿਹਾ, ਮੈਂ ਕਿਹਾ ਯਾਰ 2 ਗਜ਼ਲਾਂ ਤੂੰ ਸੁਣਾ, 2 ਮੈਂ ਸੁਣਾਉਣਾ, ਇਹਨੂੰ ਸਮਝ ਆ ਜਾਵੇਗੀ ਪਾਕਿਸਤਾਨੀ ਗਜ਼ਲ ਹੁੰਦੀ ਕੀ ਹੈ। ਅਤੇ ਇਹ ਗੱਲ ਮੈਂ ਇਸ ਲਈ ਸੁਣਾਈ ਹੈ ਕਿ ਇਸ ਕਿਤਾਬ ਨੇ ਮੈਨੂੰ ਹੌਸਲਾ ਦਿੱਤਾ ਹੈ। ਜਦੋਂ ਗੁਰਮੁਖੀ 'ਚ ਇਹਨਾਂ ਨੇ ਆਪਣੀ ਸ਼ਾਇਰੀ ਦੂਸਰੇ ਹਿੱਸੇ ਸ਼ਾਮਿਲ ਕਰ ਦਿੱਤੀ ਹੈ ਨਾ, ਅਤੇ ਮੈਨੂੰ ਹੌਸਲਾ ਮਿਲਿਆ ਹੈ ਕਿ ਜਦੋਂ ਇਹੋ ਜਿਹੀ ਕਿਤਾਬ ਅੱਛੀ ਔਰ ਖੂਬਸੂਰਤ ਔਰ ਮਿਆਰੀ ਕਿਤਾਬ ਜਿਹੜੀ ਹੈ ਇੰਡੀਆ ਦੇ ਵਿੱਚ ਜਾਏਗੀ, ਉਹ ਗੁਰਮੁਖੀ 'ਚ ਪੜ੍ਹਨਗੇ ਤਾਂ ਉਹਨੂੰ ਲੱਗ ਪਤਾ ਜਾਏਗਾ ਪੰਜਾਬ 'ਚ ਗਜ਼ਲ ਔਰ ਨਜ਼ਮ ਕਿਵੇਂ ਲਿਖੀ ਜਾਂਦੀ ਹੈ ਔਰ ਇਹ ਬੰਦਾ ਉੱਥੇ ਸਾਡੀ ਨੁਮਾਇੰਦਗੀ ਕਰ ਰਿਹਾ ਹੋਵੇਗਾ। ਇਹਦੇ ਵਾਸਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨਾ ਅਤੇ ਇਹ ਵੀ ਆਸ ਉਮੀਦ ਰੱਖਣਾ ਕਿ ਇਹ ਆਪਣੇ ਸ਼ੇਅਰੀ ਸਫ਼ਰ ਨੂੰ ਇੱਥੇ ਤੱਕ ਮਹਿਦੂਦ ਨਹੀਂ ਰੱਖਣਗੇ, ਅੱਗੇ ਵੀ ਵਧਾਉਣਗੇ। ਡਾਕਟਰ ਅਹਿਸਾਨ ਮਲਿਕ ਸਾਹਿਬ ਤੁਹਾਨੂੰ ਗਵਾਹ ਬਣਾ ਕੇ ਇਹਨਾਂ ਨੂੰ ਮੈਂ ਕਹਿ ਰਿਹਾ ਕਿ ਸਫ਼ਰ ਨੂੰ ਅੱਗੇ ਵਧਾਉਣਗੇ। ਬਹੁਤ ਸ਼ੁਕਰੀਆ ਇਹਨਾਂ ਦਾ ਵੀ, ਤੁਹਾਡੇ ਆਇਆਂ ਦਾ। ਮੈਂ ਮਜ਼ਮੂਨ ਇਨਸ਼ਾਅੱਲਾ ਜੋ ਲਿਖਿਆ ਇਹਨਾਂ ਨੂੰ ਭੇਜ ਦਿਆ।